ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਤਰਕ ਦਲੀਲ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। पंजाब मेल USA TV चैनल के प्यारे दर्शकों, बहुत बहुत शुक्रिया, धन्यवाद और निੱਘੀ जी आਇਆਂ ਨੂੰ। ਅਸੀਂ ਅੱਜ ਤੁਹਾਨੂੰ ਯਾਦ ਕਰਾ ਰਹੇ ਹਾਂ ਕਿ ਅੱਜ ਬੜਾ ਵਡਭਾਗਾ ਤੇ ਵਡਮੁੱਲਾ ਦਿਨ ਹੈ, ਮਦਰ ਡੇ, ਜਿਹੜਾ ਕੇਵਲ ਭਾਰਤ ਵਿੱਚ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾ ਰਿਹਾ। ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਖਾਸ ਕਰਕੇ ਇਸ ਦਿਨ ਨੂੰ ਬੜੇ ਤਰੀਕੇ ਨਾਲ, ਬੜੇ ਜਾਹੋ ਜਲਾਲ ਨਾਲ ਮਨਾਉਂਦੇ ਨੇ ਔਰ ਘਰ ਘਰ ਵਿੱਚ ਖੁਸ਼ੀ ਮਨਾਈ ਜਾਂਦੀ ਹੈ। ਔਰ ਇਹਨਾਂ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਅਸੀਂ ਪੰਜਾਬ ਦੇ ਹੋਰ ਇਸ਼ੂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਮੇਰੇ ਨਾਲ ਸੰਜੀਵ ਖੰਨਾ ਜੀ ਬੈਠੇ ਨੇ ਔਰ ਮੈਂ ਇਹਨਾਂ ਨੂੰ ਇਹ ਗੁਜ਼ਾਰਿਸ਼ ਕਰੂੰਗਾ ਕਿ ਅੱਜ ਉਹ ਮਸਲੇ ਲਏ ਜਾਣ ਜਿਹੜੇ ਪੰਜਾਬ ਦੇ ਲੋਕਾਂ ਨਾਲ ਬਹੁਤ ਪੁਰਾਣੇ ਵੀ ਨੇ ਔਰ ਲੋਕ ਉਹਨਾਂ ਨੂੰ ਪਾ ਕੇ ਜਾਂ ਉਹਨਾਂ ਨੂੰ ਸੋਲਵ ਕਰਕੇ ਬੜੇ ਖੁਸ਼ ਨੇ। ਉਹ ਇਸ ਤਰ੍ਹਾਂ ਦਾ ਕੋਈ ਮੁੱਦਾ ਲੋਕਾਂ ਤੱਕ ਪਹੁੰਚਾਓ। ਬਿਲਕੁਲ ਜੀ। ਸਭ ਤੋਂ ਪਹਿਲਾਂ ਤਾਂ ਮਦਰਸ ਡੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਜੀ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਪ੍ਰਥਮ ਗੁਰੂ ਮਾਤਾ। ਸੋ ਪੀਰਾਂ ਪੈਗੰਬਰਾਂ ਨੂੰ ਵੀ ਜਨਮ ਲੈਣ ਵਾਸਤੇ ਮਾਂ ਦੀ ਲੋੜ ਪੈਂਦੀ ਹੈ ਜ਼ਰੂਰ। ਸੋ ਅਸੀਂ ਦੇਖਦੇ ਹਾਂ ਮਾਂ ਦੀਆਂ ਸਿੱਖਿਆਵਾਂ ਦੇ ਮੁਤਾਬਿਕ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਜ਼ਿੰਦਗੀ ਦੇ ਵਿੱਚ ਸਫਲ ਵੀ ਹੁੰਦੇ ਹਾਂ ਤੇ ਮਾਂ ਦੇ ਆਸ਼ੀਰਵਾਦ ਨਾਲ ਵੀ ਅਸੀਂ ਸਫਲ ਹੁੰਦੇ ਹਾਂ। ਸੋ ਇੱਕ ਮਸਲੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਸ ਗੱਲ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਬਲਕਾਰ ਜੀ ਕਿ ਜੋ ਲੋਕ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ, ਕਈ ਲੋਕ ਆਪਣੀਆਂ ਮਾਵਾਂ ਦੇ ਉੱਤੇ ਹੱਥ ਵੀ ਚੁੱਕਦੇ ਨੇ, ਪੇਰੈਂਟਸ ਦੇ ਉੱਤੇ ਵੀ ਹੱਥ ਚੁੱਕਦੇ ਨੇ। ਜੇ ਆਪਾਂ ਨੂੰਹ ਸੱਸ ਦਾ ਰਿਸ਼ਤਾ ਦੇਖੀਏ ਤਾਂ ਕਈ ਵਾਰ ਨੂੰਹਾਂ ਆਪਣੀ ਸੱਸ ਦੇ ਉੱਤੇ ਹੱਥ ਚੁੱਕਦੀਆਂ ਨੇ। ਤਾਂ ਸੱਸਾਂ ਨੂੰ ਵੀ ਚਾਹੀਦਾ ਕਿ ਉਹ ਨੂੰਹਾਂ ਨੂੰ ਆਪਣੀਆਂ ਬੇਟੀਆਂ ਹੀ ਸਮਝਣ, ਜੋ ਚਾਹੁੰਦੀਆਂ ਨੇ ਕਿ ਨੂੰਹਾਂ ਸਾਨੂੰ ਆਪਣੀਆਂ ਮਾਵਾਂ ਸਮਝਣ। ਤਾਂ ਇਹ ਰਿਸ਼ਤਾ ਦੋਵੇਂ ਪਾਸਿਓਂ ਨਿਭੇਗਾ ਤਾਂ ਹੀ ਰਿਸ਼ਤਾ ਨਿਭ ਸਕਦਾ। ਤਾਂ ਉਸੇ ਤਰ੍ਹਾਂ ਹੀ ਉਹਨਾਂ ਬੱਚਿਆਂ ਨੂੰ ਵੀ ਖਾਸ ਤੌਰ 'ਤੇ ਇਹ ਨਸੀਹਤ ਦੇਣੀ ਚਾਹੀਦੀ ਹੈ ਕਿ ਤੁਸੀਂ ਵੀ ਆਪਣੀਆਂ ਮਾਵਾਂ ਦੀ, ਆਪਣੇ ਪਿਤਾ ਦੀ ਇੱਜ਼ਤ ਕਰੋ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬਜ਼ੁਰਗਾਂ ਨਾਲ ਕੁੱਟਮਾਰ ਵੀ ਹੁੰਦੀ ਹੈ, ਘਰੋਂ ਵੀ ਕੱਢ ਦਿੱਤਾ ਜਾਂਦਾ ਹੈ। ਜੋ ਅਸੀਂ ਦੇਖਦੇ ਹਾਂ ਬਿਰਧ ਆਸ਼ਰਮਾਂ ਦੇ ਵਿੱਚ ਲੋਕ ਪਏ ਹੋਏ ਨੇ, ਮਾਂ ਬਾਪ ਉੱਥੇ ਉਹਨਾਂ ਨੂੰ ਸੁੱਟ ਆਉਂਦੇ ਨੇ ਬੱਚੇ ਉਹਨਾਂ ਦੇ ਜਾ ਕੇ। ਸੋ ਅਸੀਂ ਇਹ ਵੀ ਦੇਖਦੇ ਹਾਂ ਕਿ ਓਲਡ ਏਜ ਹੋਮਸ ਦੇ ਵਿੱਚ ਛੱਡ ਕੇ ਆਉਂਦੇ ਨੇ ਉਹਨਾਂ ਨੂੰ। ਇਹ ਵੀ ਅਸੀਂ ਦੇਖਦੇ ਹਾਂ। ਮਤਲਬ ਉਹ ਉੱਦਾਂ ਹੀ ਹੋ ਜਾਂਦਾ ਕਿ ਜਿਵੇਂ ਕਿਸੇ ਗਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ, ਕਿਸੇ ਪਸ਼ੂ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਤੇ ਉਹਨੂੰ ਘਰੋਂ ਕੱਢ ਦਿੰਦੇ ਨੇ। ਉਹ ਸੜਕਾਂ ਦੇ ਉੱਤੇ ਤੁਰਿਆ ਫਿਰਦਾ ਭਾਰਤ ਦੇ ਵਿੱਚ ਅਸੀਂ ਦੇਖਦੇ ਹੀ ਹਾਂ, ਪੰਜਾਬ ਦੇ ਵਿੱਚ ਅਸੀਂ ਦੇਖਦੇ ਹੀ ਹਾਂ। ਠੀਕ ਉਸੇ ਤਰ੍ਹਾਂ ਜਦੋਂ ਮਾਂ-ਬਾਪ ਤੋਂ ਕੋਈ ਫਾਇਦਾ ਨਹੀਂ ਰਹਿ ਗਿਆ, ਮਾਂ-ਬਾਪ ਬਜ਼ੁਰਗ ਹੋ ਗਏ, ਹੁਣ ਸੇਵਾ ਦੀ ਲੋੜ ਆ ਤੇ ਮਾਂ-ਬਾਪ ਨੂੰ ਘਰੋਂ ਕੱਢ ਦਿਓ ਤੇ ਬਿਰਧ ਆਸ਼ਰਮ ਛੱਡ ਆਓ ਤੇ ਛੱਡ ਆਓ, ਓਲਡ ਏਜ ਹੋਮ ਦੇ ਵਿੱਚ ਛੱਡ ਆਓ ਤਾਂ ਕਿ ਆਪਣੀ ਜ਼ਿੰਮੇਵਾਰੀ ਤੋਂ ਤੁਹਾਨੂੰ ਨਿਜਾਤ ਮਿਲ ਜਾਏ। ਉਹ ਜਦ ਕਿ ਮਾਵਾਂ ਸਾਨੂੰ ਨਿੱਕਿਆਂ ਹੁੰਦਿਆਂ ਨੂੰ ਕਿਵੇਂ ਪਾਲਦੀਆਂ ਨੇ, ਸਾਡੇ ਸਾਰਿਆਂ ਨੂੰ ਯਾਦ ਹੋਣਗੀਆਂ ਆਪਣੇ ਬਚਪਨ ਦੀਆਂ ਗੱਲਾਂ ਕਿ ਮਾਵਾਂ ਨੇ ਕਿਵੇਂ ਗੋਦੀ 'ਚ ਬਿਠਾ ਕੇ ਸਾਨੂੰ ਪਿਆਰ ਦਿੱਤਾ, ਕਿਵੇਂ ਖਵਾਉਂਦੀਆਂ ਰਹਿੰਦੀਆਂ ਨੇ ਤੇ ਅਸੀਂ ਉਹਨਾਂ ਦੇ ਪਿਆਰ ਦੀ ਕਦਰ ਨਹੀਂ ਕਰਦੇ। ਕਈ ਐਸੇ, ਮੈਂ ਉਹਨਾਂ ਵਾਸਤੇ ਸ਼ਬਦ ਇਸਤੇਮਾਲ ਕਰਾਂਗਾ, ਐਸੇ ਨਲਾਇਕ ਬੱਚੇ ਵੀ ਇਸ ਸੰਸਾਰ ਦੇ ਵਿੱਚ ਮੌਜੂਦ ਨੇ ਜੋ ਆਪਣੇ ਮਾਂ ਪਿਓ ਦੀ ਕਦਰ ਨਹੀਂ ਕਰਦੇ। हाँ, बड़ा अच्छी गल है क्योंकि ये माँ का रिश्ता जोड़ा बड़ा भावपूरत और बड़ा जज्बाती रिश्ता है मन्निया जाता, जिस रिश्ते विच कोई स्वार्थ नहीं, जिहदे विच कोई लालच नहीं, जिहदे विच कोई लैण देण नहीं। ये रिश्ता वो है। माँ की कुर्बानी जिहड़ी बच्चे लई दित्ती जाती है वो शायद उन्होंने असीं शब्दां विच ਜਾਂ ਉਹਨੂੰ ਆਪਣੇ ਬਿਆਨ ਰਾਹੀਂ ਅੰਕਿਤ ਨਹੀਂ ਕਰ ਸਕਦੇ। ਬੜੀ ਅਸੰਭਵ ਗੱਲ ਹੈ ਕਿਉਂਕਿ ਇਹ ਅਹਿਸਾਸਾਂ ਦਾ ਇੱਕ ਬੜਾ ਪਿਆਰ ਹੈ, ਜਜ਼ਬਾਤਾਂ ਦਾ ਪਿਆਰ ਹੈ। ਇਹਦੇ ਪਿੱਛੇ ਬੜਾ ਵੱਡਾ ਪਿਛੋਕੜ ਹੈ। ਜੋ ਮਾਂ ਬੱਚੇ ਲਈ ਸੋਚਦੀ ਹੈ ਉਹਦੇ ਅਹਿਸਾਸ ਅੰਦਰ ਦੇ ਆ। ਉਹ ਵੀ ਆਪਣੇ ਬੱਚੇ ਦਾ ਪਿਆਰ, ਬੱਚਾ ਚਾਹੇ 100 ਗਲਤੀਆਂ ਕਰੇ, 100 ਲਾਲਚ ਦਿਖਾਵੇ, ਪਰ ਮਾਂ ਕਦੀ ਉਹਨੂੰ ਬੁਰਾ ਨਹੀਂ ਕਹੂਗੀ। ਮਾਂ ਉਹਨੂੰ ਕਹੂਗੀ, ਉਹ ਇਹ ਬਿਆਨ ਨਹੀਂ ਕਰੂਗੀ ਕਿ ਬੱਚਾ ਮੇਰਾ ਇਹ ਤੋਮਤਾਂ ਲਾ ਰਿਹਾ ਜਾਂ ਬੱਚਾ ਮੇਰਾ ਇਹ ਇਸ ਗੱਲ 'ਤੇ ਗਲਤ ਹੈ। ਮਾਂ ਆਪਣੇ ਬੱਚੇ ਨੂੰ ਗਲਤ ਬਹੁਤ ਘੱਟ ਮੰਨਦੀ ਹੈ। ਪਰ ਜੇ ਅਸੀਂ ਪੁਰਾਣੇ ਪ੍ਰਾਚੀਨ ਸਮੇਂ ਤੱਕ ਜਾਈਏ, ਐਂਸ਼ੀਅੰਟ ਟਾਈਮ ਜਿਹੜਾ ਪ੍ਰਾਚੀਨ ਭਾਰਤ ਆ, ਉਸ ਟਾਈਮ ਦੀ ਗੱਲ ਕਰੀਏ ਤਾਂ ਮਾਂ ਦਾ ਰਿਸ਼ਤਾ ਬਹੁਤ ਹੀ ਅੱਛਾ ਰਿਹਾ। ਔਰ ਅਸੀਂ ਇਹ ਦੇਖਦੇ ਹਾਂ ਕਿ ਕਦੇ ਵੀ ਇਹ ਜਿਹੜਾ ਅਦਬ ਸਤਿਕਾਰ ਜੋ ਆਪਣੀ ਮਾਂ ਲਈ ਲੋਕਾਂ ਦਾ ਰਿਹਾ, ਉਹ ਹੁਣ ਆ ਕੇ ਉਹ ਬਿਲਕੁਲ ਦੂਸਰੇ ਪਾਸੇ ਚਲੇ ਗਿਆ। ਲੋਕ ਇਸ ਕਰਕੇ ਲਾਲਚੀ ਹੋ ਗਏ, ਪੈਸੇ ਦੀ ਖੇਡ ਆ ਗਈ, ਰਿਸ਼ਤੇਦਾਰੀਆਂ ਟੁੱਟ ਗਈਆਂ, ਰਿਸ਼ਤੇਦਾਰੀਆਂ 'ਚ ਤੇੜਾਂ ਆ ਗਈਆਂ। ਪਰ ਮਾਂ ਦੇ ਰਿਸ਼ਤੇ 'ਚ ਨਹੀਂ ਤੇੜ ਆਈ। ਮਾਂ ਅਜੇ ਵੀ ਉਸੇ ਤਰ੍ਹਾਂ ਦੀ ਮਾਂ ਵਾ, ਉਸੇ ਤਰ੍ਹਾਂ ਦਾ ਪਿਆਰ ਆ, ਉਸੇ ਤਰ੍ਹਾਂ ਦਾ ਹੀ ਉਹਦੇ ਅੰਦਰ ਅਹਿਸਾਸ ਆ, ਉਸੇ ਤਰ੍ਹਾਂ ਹੈ। ਇਸ ਅਹਿਸਾਸ ਨੂੰ ਕਈ ਕਵੀਆਂ ਨੇ ਵੀ ਬਿਆਨ ਕੀਤਾ, ਜਿਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀਆਂ 2 ਲਾਈਨਾਂ ਨੇ। ਮਾਂ ਜਿਹਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਮਾਂ ਜਿਹਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਅਧਾਰੀ ਰੱਬ ਨੇ ਸਵਰਗ ਬਣਾਏ। ਬਿਲਕੁਲ ਸਹੀ। ਇਸ ਤਰ੍ਹਾਂ ਦੀ ਗੱਲ ਹੈ ਕਿ ਮਾਂ ਦੇ ਬੂਟੇ ਤੋਂ, ਮਾਂ ਦੇ ਕੋਲੋਂ ਛਾਂ ਲੈ ਕੇ ਸਵਰਗ ਬਣ ਜਾਂਦੇ ਆ, ਜੰਨਤ ਬਣ ਜਾਂਦੇ ਆ। ਇਹ ਅਹਿਸਾਸ ਹੈ ਮਾਂ ਦੇ ਪਿਆਰ ਦੀ। ਔਰ ਇਸੇ ਜੋ ਅਸੀਂ ਸੰਸਕਾਰ ਹੰਡਾ ਰਹੇ ਹਾਂ, ਜੋ ਅਸੀਂ ਗੱਲਾਂ ਕਰ ਰਹੇ ਹਾਂ,
ਜਿਸ ਤਰ੍ਹਾਂ ਦੇ ਅਸੀਂ ਪੋਸ਼ਾਕਾਂ ਪਾਉਂਦੇ ਹਾਂ, ਜਿਸ ਤਰ੍ਹਾਂ ਦੇ ਅਸੀਂ ਗੱਲਾਂ ਕਰਕੇ ਲੋਕਾਂ ਨੂੰ ਅੱਗੇ ਆਪਣੇ ਗਿਆਨ ਤੋਂ ਜਾਣੂ ਕਰਾਉਂਦੇ ਹਾਂ, ਇਹ ਮਾਂ ਦਾ ਦਿੱਤਾ ਹੁੰਦਾ। ਮਾਂ ਦਾ ਬੜਾ ਕੁਝ ਦਿੰਦੀ ਹੈ। ਪਿਓ ਫਾਦਰ ਦੀ ਗੱਲ ਹੈਗੀ ਆ, ਉਹਨੇ ਕਮਾਈ ਕਰਕੇ ਲਿਆਉਣਾ ਵਾ, ਦੇਣਾ ਵਾ, ਘਰ ਚਲਾਉਣਾ ਵਾ, ਸਾਰਾ ਕੁਝ ਉਹਨੇ ਆ ਕੇ ਮਾਇਕ ਔਕੜਾਂ ਨੂੰ ਦੂਰ ਕਰਨਾ। ਪਰ ਮਾਂ ਨੇ ਜੋ ਬੰਤਰ ਘਰ ਦੀ ਬਣਾ ਦੇਣੀ ਹੈ, ਜੋ ਸਜਾਵਟ ਬਣਾ ਦੇਣੀ ਆ, ਜੋ ਖਾਣੇ ਬਣਾ ਦੇਣੇ ਆ, ਪਰਛੱਤੀਆਂ ਭਾਂਡਿਆਂ ਨਾਲ ਭਰ ਦੇਣੀਆਂ ਹੈਗੀਆਂ, ਜਾਂ ਚੌਂਕੇ ਚੁੱਲ੍ਹਿਆਂ ਨੂੰ ਲਿਸ਼ਕਾ ਦੇਣਾ, ਇਹ ਮਾਂ ਦੀ ਗੱਲ ਹੈ। ਇਸ ਅਹਿਸਾਸ ਨੂੰ ਮਾਂ ਨੇ ਆਪਣੇ ਬੱਚੇ ਨੂੰ ਪੜ੍ਹਾਉਣਾ ਵੀ ਆ, ਬੱਚੇ ਨੂੰ ਵਿਆਹੁਣਾ ਵੀ ਆ, ਉਹਨੂੰ ਘਰ ਵੀ ਬਣਾ ਕੇ ਦੇਣਾ ਵਾ, ਛੱਤਾਂ ਥੱਲੇ ਵੀ ਬਿਠਾਉਣਾ ਵਾ, ਨੌਹਾਂ ਨੂੰ ਵੀ ਆ ਕੇ ਕੱਪੜੇ ਪਾਉਣੇ ਆ, ਔਰ ਉਹਨਾਂ ਨੂੰ ਫੁਲਕਾਰੀਆਂ ਉੱਤੇ ਦੇ ਕੇ ਸ਼ਗਨ ਮਨਾਉਣੇ ਆ। ਇਹ ਮਾਂ ਦੇ ਦੀ ਵੱਡਾ ਫਰਜ਼ ਹੈ, ਔਰ ਮਾਂ ਫਰਜ਼ ਨੂੰ ਨਿਭਾਉਂਦੀ ਵੀ ਹੈ, ਨਿਭਾਉਂਦੀ ਆ ਵੀ ਰਹੀ ਹੈ। ਪਰ ਅੱਜ ਦਾ ਦਿਨ ਇੰਨਾ ਵੱਡਾ ਵਡਭਾਗਾ ਦਿਨ ਆ, ਜਿਹਦਾ ਅਸੀਂ ਗੱਲ ਕਰੀਏ ਬਾਹਰਲੇ ਦੇਸ਼ਾਂ 'ਚ ਜੇ ਮਦਰ ਡੇ ਅਸੀਂ ਕਹਿ ਰਹੇ ਹਾਂ, ਮਦਰ ਮਾਂ ਵਰਗੀ, ਮਾਂ ਮਦਰ ਹੈ ਨਾ, ਮਾਤਾ ਹੈ ਨਾ, ਇਹ ਗੱਲ ਦੇਖੋ ਇੱਕ ਮਾਂ ਨਾਲ ਲੱਗ ਰਿਹਾ, ਉਹੀ ਤਲਫਜ਼, ਉਹੀ ਗੱਲ ਹੈ। ਅੰਗਰੇਜ਼ ਵੀ ਆਪਣੀ ਮਾਂ ਨੂੰ ਮਦਰ ਦਾ ਕਰਕੇ ਉਸੇ ਤਰ੍ਹਾਂ ਪੈਰ ਛੂਹਦੇ, ਉਸੇ ਤਰ੍ਹਾਂ ਪਿਆਰ ਲੈਂਦੇ ਆ। ਅਹਿਸਾਸ ਤਾਂ ਉਹੀ ਹੈ, ਲੈਂਗੁਏਜ ਵੱਖਰੀ ਹੈ, ਕਲਚਰ ਵੱਖਰਾ, ਪਰ ਮਾਂ ਉਹੀ ਹੈ, ਉਹੀ ਪਰਵਰਿਸ਼ ਹੈ, ਉਹੀ ਪਿਆਰ ਹੈ। ਉਹਨਾਂ ਹੀ 9 ਮਹੀਨੇ ਉਹਨੇ ਬੱਚੇ ਨੂੰ ਰੱਖਿਆ, ਉਹਨਾਂ ਹੀ 9 ਮਹੀਨੇ ਸਾਡੀ ਮਾਂ ਨੇ ਰੱਖਿਆ। ਸਹੀ ਗੱਲ, ਉਹ ਤਾਂ ਨੈਚੁਰਲ ਪ੍ਰੋਸੈਸ ਆ, ਨੈਚੁਰਲ ਪ੍ਰੋਸੈਸ। ਇੱਕ ਮੈਂ ਤੁਹਾਨੂੰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਕਿ ਮਾਂ ਨਾ ਜਦੋਂ ਵੀ ਆਪਣੇ ਪੁੱਤਰ ਨੂੰ, ਆਪਣੇ ਬੱਚਿਆਂ ਨੂੰ ਬਹੁਤ ਦਿਨਾਂ ਬਾਅਦ ਮਿਲਦੀ ਆ, ਮੰਨ ਲਓ ਕਿਤੇ ਬਾਹਰ ਗਏ ਹੋ, ਫਿਰ ਆਏ ਹੋ, ਕੀ ਗੱਲ ਤੂੰ ਲਿੱਸਾ ਕਿਉਂ ਹੋ ਗਿਆ, ਤੂੰ ਆਪਣੀ ਰੋਟੀ ਦਾ ਧਿਆਨ ਕਿਉਂ ਨਹੀਂ ਰੱਖਦਾ? ਜੇ ਉਹ ਗੋਲਮੋਲ ਵੀ ਹੋਏਗਾ ਨਾ ਤਾਂ ਵੀ ਮਾਂ ਨੂੰ ਲੱਗੇਗਾ ਲਿੱਸਾ ਕਿਉਂ ਹੋ ਗਿਆ। ਸੋ ਆਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਹੈ ਪਿਆਰ। ਮਾਂ ਬੱਚੇ ਨੂੰ ਤੰਦਰੁਸਤ ਵੇਖਣਾ ਚਾਹੁੰਦੀ ਹੈ ਤੇ ਅੱਖਾਂ ਦੇ ਸਾਹਮਣੇ ਰੋਜ਼ ਵੇਖਣਾ ਚਾਹੁੰਦੀ ਹੈ। ਤੇ ਦੂਜਾ ਲਿੱਸੇਪਣ ਦਾ ਇਹ ਗੱਲ ਹੈ ਕਿ ਉਹ ਆਪਣੇ ਹੱਥਾਂ ਨਾਲ ਖਵਾਉਣਾ ਚਾਹੁੰਦੀ ਹੈ। ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ, ਜਦੋਂ ਬਾਹਰ ਜਾਵਾਂਗੇ ਤੇ ਮਾਂ ਨੇ ਵੇਖਣਾ ਵੀ ਕਿੱਧਰ ਨੂੰ ਜਾ ਰਿਹਾ, ਮੇਰੇ ਪੁੱਤ ਨੂੰ ਨਜ਼ਰ ਨਾ ਲੱਗੇ ਤੇ ਮਿਰਚਾਂ ਵਾਰ ਕੇ ਉੱਤੋਂ ਦੀ ਹੈ, ਕਾਲੀ ਪਗੜੀ ਨਹੀਂ ਬੰਨਣ ਦੇਊਗੀ ਮਾਂ ਕਿ ਨਹੀਂ ਤੂੰ ਜਾਣਾ। ਚੰਗੇ ਵੱਡੇ ਦੋਸਤਾਂ ਨਾਲ ਜਾਂ ਵੱਡੇ ਭਰਾ ਜਿਹੜੇ ਨਾਲ ਚੱਲ ਰਹੇ ਆ, ਉਹਨਾਂ ਨਾਲ ਗਲੀਆਂ 'ਚ ਨਹੀਂ ਲੰਘਣ ਦੇਊਗੇ ਕਿ ਨਜ਼ਰ ਆਉਂਦੇ ਪੱਥਰ ਪਾੜਦੀ ਹੈ। ਇਹ ਮਾਵਾਂ ਦਾ ਇੱਕ ਪਿਆਰ ਆ, ਉਹਨਾਂ ਨੇ ਇਕੱਠਿਆਂ ਬੱਚਿਆਂ ਨੂੰ ਬਾਹਰ ਨਹੀਂ ਜਾਣ ਦੇਣਾ। ਔਰ ਜਦੋਂ ਬੱਚਾ ਕਿਤੇ ਕੁਰਸੀ ਤੇ ਬੈਠਾ ਹੋਊਗਾ, ਜਦੋਂ ਕਿਤੇ ਪੜ੍ਹਾ ਰਿਹਾ ਜਾਂ ਪੜ੍ਹ ਰਿਹਾ ਜਾਂ ਕਰ ਰਿਹਾ, ਮਾਂ ਨੂੰ ਵੀ ਹੋਊਗਾ ਕਿ ਮੇਰੇ ਪੁੱਤ ਨੂੰ ਨਜ਼ਰ ਨਾ ਲੱਗੇ। ਇਹ ਮਾਂ ਦਾ ਅਹਿਸਾਸ ਹੈ, ਉਹਦੀ ਅੰਦਰੂਨੀ ਪੜ੍ਹਤ ਹੈ, ਉਹਦੀ ਅੰਦਰੂਨੀ ਜਿਹੜੀ ਆ ਮੁਹੱਬਤ ਆ। ਇਹ ਗੱਲਾਂ ਹੈਗੀਆਂ ਜਿਹੜੀਆਂ ਮਾਂ ਦੇ ਹਿੱਸੇ ਆਈਆਂ। ਔਰ ਸਾਨੂੰ ਸੰਸਕਾਰ ਮਿਲਦੇ ਨੇ, ਮਾਂ ਤੋਂ ਗੁੜਤੀ ਮਿਲਦੀ ਹੈ ਸਾਨੂੰ। ਔਰ ਜਿਹੜਾ ਅਸੀਂ ਆਪਣੇ ਭਾਰਤ ਦੇ ਸਫ਼ਰ ਦੀ ਗੱਲ ਕਰਦੇ ਹਾਂ, ਵੇਦਾਂ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਦਾ ਜਿਹੜਾ ਸਫ਼ਰ ਹੈ, ਉਹਦੇ ਵਿੱਚ ਮਾਂ ਦੀ ਖਾਸ ਜੈ ਜੈਕਾਰ ਹੈ, ਖਾਸ ਸਥਾਨ ਹੈ, ਔਰ ਮਾਂ ਦੇ ਵੱਲ ਖਾਸ ਤਵੱਜੋ ਹੈ। ਔਰ ਮਾਂ ਦੀ ਸਿੱਖਿਆ ਜੋ ਸਾਨੂੰ ਸੰਸਕਾਰਾਂ ਦੇ ਰੂਪ 'ਚ ਮਿਲਦੀ, ਜਦੋਂ ਅਸੀਂ ਲੈ ਕੇ ਬਾਹਰ ਜਾਂਦੇ ਹਾਂ, ਮਾਰਕੀਟ ਦੇ ਵਿੱਚ ਕੰਮ ਕਰਨ ਜਾਂਦੇ ਹਾਂ ਨਾ, ਉਦੋਂ ਬਲਕਾਰ ਜੀ ਕਈ ਵਾਰ ਦਿੱਕਤ ਕੀ ਆਉਂਦੀ ਕਿ ਜੋ ਮਾਂ ਦੀ ਸਿੱਖਿਆ ਹੈ ਨਾ, ਉਹ ਮਾਰਕੀਟ 'ਚ ਕੰਮ ਨਹੀਂ ਕਰਦੀ। ਮਾਂ ਕਹਿੰਦੀ ਸੱਚ ਬੋਲਿਆ ਕਰ, ਮਾਰਕੀਟ ਕਹਿੰਦੀ ਸੱਚ ਨਹੀਂ ਬੋਲਣਾ, ਗੇਮ ਖੇਡ, ਚਾਲ ਚੱਲ, ਚਲਾਕੀ ਖੇਡ, ਛਲ ਕਰ। ਸੋ ਮਾਂ ਕਹਿੰਦੀ ਇਹ ਸਭ ਨਹੀਂ ਕਰਨਾ। ਸੋ ਉੱਥੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਮਾਂ ਗਲਤ ਹੈ ਕਿ ਮਾਰਕੀਟ ਗਲਤ ਹੈ। ਮਾਂ ਦੀ ਸਿੱਖਿਆ ਕਾਮਯਾਬੀ ਵੱਲ ਨਹੀਂ ਲੈ ਕੇ ਜਾਂਦੀ ਪਈ। ਇਹ ਗੱਲਾਂ ਮਾਰਕੀਟ 'ਚ ਜਾ ਕੇ ਸਾਨੂੰ ਚੁੱਭਦੀਆਂ ਨੇ, ਪਰ ਮਾਂ ਕਹਿੰਦੀ ਨਹੀਂ, ਘਬਰਾਉਣਾ ਨਹੀਂ ਹੈ, ਮੇਰੀ ਸਿੱਖਿਆ ਨੂੰ ਲੈ ਕੇ ਚੱਲ, ਆਪੇ ਰੱਬ ਕੋਈ ਨਾ ਕੋਈ ਰਾਹ ਕੱਢ ਦੇਗਾ। ਉਹ ਰੱਬ ਦੇ ਉੱਤੇ ਬੜਾ ਵਿਸ਼ਵਾਸ ਕਰਦੀ ਹੈ ਕਿ ਰੱਬ ਕੋਈ ਨਾ ਕੋਈ ਰਾਹ ਕੱਢ ਦੇਗਾ, ਔਰ ਉਹ ਆ ਕੇ ਕੱਢ ਵੀ ਦਿੰਦਾ। ਸੋ ਕਹਿੰਦੇ ਨੇ ਕਿ ਮਾਂ ਦੀ ਅਰਦਾਸ ਜਿਹੜੀ ਆ ਪਰਮਾਤਮਾ ਬੜੇ ਨੇੜੇ ਹੋ ਕੇ ਸੁਣਦਾ, ਕਿਉਂਕਿ ਉਹਦੇ ਸੱਚੇ ਮਨ ਤੋਂ ਅਰਦਾਸ ਹੁੰਦੀ ਆ, ਆਪਣੇ ਬੱਚੇ ਲਈ ਹੁੰਦੀ ਹੈ, ਆਪਣੇ ਆਂਦਰਾਂ ਦੀ ਜਿਹੜੀ ਠੰਡ ਹੈ ਉਹਨੂੰ ਉਸੇ ਤਰ੍ਹਾਂ ਅਰਦਾਸ ਨਾ ਪੈਂਦੀ ਆ। ਉਸੇ ਕਰਕੇ ਹੀ ਮਾਂ ਬੱਚੇ ਦੇ ਜਿਹੜਾ ਦੇਖ ਰਹੀ ਆ, ਬੱਚੇ ਦੀ ਤਸਵੀਰ ਦੇਖ ਰਹੀ ਆ, ਉਹਦਾ ਇਹ ਦੇਖ ਰਹੀ ਕਿ ਬੱਚੇ ਨੇ ਕਿੱਧਰ ਜਾਣਾ, ਕੀ ਬਣੂਗਾ। ਉਹਦੇ ਅੰਦਰ ਜਿਹੜਾ ਇਮੈਜੀਨੇਸ਼ਨ, ਉਹਦੀ ਕਲਪਨਾ, ਤੇ ਉਹਦੀ ਕਲਪਨਾ ਦੇ ਘੋੜਿਆਂ 'ਤੇ ਉਡਾਰ ਹੋ ਕੇ ਬੱਚਾ ਪਹੁੰਚ ਜਾਂਦਾ ਜਿੱਥੇ ਪਹੁੰਚਣਾ ਹੁੰਦਾ। ਜੇ ਅਸੀਂ ਦੇਖੀਏ ਸ਼ਿਵਾ ਜੀ ਦੀ ਮਾਂ ਜੀਜਾ ਬਾਈ, ਉਹਨੇ ਦੇਖੋ ਸ਼ਿਵਾ ਜੀ ਨੂੰ ਕਿੱਥੇ ਪਹੁੰਚਾਇਆ। ਇਹ ਕਹਾਣੀਆਂ ਵੀ ਨਹੀਂ, ਇਤਿਹਾਸ ਹੈ। ਜਦੋਂ ਉਹ ਮਹਾਰਾਸ਼ਟਰ ਤੋਂ ਮਰਾਠਾ ਕੌਮ ਦੇ ਸ਼ਿਵਾ ਜੀ ਨੇ ਆਪਣੀ ਮਾਂ ਦੀ ਸਿੱਖਿਆ ਨਾਲ ਜਿਹੜਾ ਕੁਝ ਕੀਤਾ, ਇਸੇ ਤਰ੍ਹਾਂ ਹਿਟਲਰ ਆ, ਨੈਪੋਲੀਅਨ ਦੀ ਮਾਂ ਨੇ ਉਹਨੂੰ ਜੋ ਕੁਝ ਕੀਤਾ, ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਆਂਦੇ ਕਿ ਹਰ ਬੰਦੇ ਦੀ ਸਕਸੈਸ ਪਿੱਛੇ, ਉਹਦੀ ਸਫਲਤਾ ਪਿੱਛੇ ਉਹਦੀ ਮਾਂ ਹੁੰਦੀ ਹੈ। ਕਿਉਂਕਿ ਮਾਂ ਨੇ ਜੋ ਸੰਸਕਾਰ ਦੇ ਦਿੱਤੇ, ਜੋ ਮਾਂ ਨੇ ਕਹਿਤਾ, ਉਹਨੇ ਉਹਦੇ 'ਤੇ ਪੂਰਨੇ ਪਾਉਣੇ, ਉਹ ਤਾਂ ਚੱਲਣਾ, ਉਸੇ ਤਰ੍ਹਾਂ ਉਹ ਕਰੂਗਾ। ਫਿਰ ਉਦੋਂ ਬਾਅਦ ਕਈ ਵਾਰ ਔਰ ਇੱਕ ਐਗਜ਼ਾਮਪਲ ਤੁਸੀਂ ਉਹ ਛੱਡ ਗਏ, ਸਾਡੇ ਦਸ਼ਮੇਸ਼ ਪਿਤਾ ਮਾਤਾ ਗੁਜਰੀ ਜੀ ਨੇ ਕੀ ਕੁਝ ਕੀਤਾ। ਔਰ ਦੇਖੋ, ਕਿਉਂਕਿ ਦਸ਼ਮੇਸ਼ ਪਿਤਾ 9 ਸਾਲ ਦੇ ਨੇ ਜਦੋਂ ਪਿਤਾ ਜੀ ਸ਼ਹੀਦੀ ਪਾਉਂਦੇ ਨੇ। ਜੀ। ਉਸ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਕਿੱਦਾਂ ਤਿਆਰ ਕੀਤਾ ਹੈ ਦਸ਼ਮੇਸ਼ ਪਿਤਾ ਨੂੰ। ਦਸ਼ਮੇਸ਼ ਪਿਤਾ ਸੰਤ ਸਿਪਾਹੀ, ਦਸ਼ਮੇਸ਼ ਪਿਤਾ ਯੋਧਾ, ਦਸ਼ਮੇਸ਼ ਪਿਤਾ ਸਕਾਲਰ, ਕਿੰਨੀਆਂ ਭਾਸ਼ਾਵਾਂ ਜਾਣਦੇ ਨੇ, ਕਿੰਨੇ ਗ੍ਰੰਥਾਂ ਦੀ ਰਚਨਾ ਕਰਦੇ ਨੇ, ਔਰ ਕਿੱਡੇ ਵੱਡੇ ਯੋਧਾ ਨੇ। ਤਾਂ ਇਹ ਮਾਤਾ ਗੁਜਰੀ ਜੀ ਨੇ ਤਿਆਰ ਕੀਤਾ। ਔਰ ਨਾਲ 4 ਪੁੱਤਰਾਂ ਨੂੰ, ਛੋਟਿਆਂ ਨੂੰ, ਅਜੀਤ, ਜੁਝਾਰ, ਜ਼ੋਰਾਵਰ, ਫਤਿਹ,
ਚਾਰੋਂ ਦੂਸਰੀ ਬੱਚਿਆਂ ਗੱਲ ਨੇ ਹੈਗੀ ਆ, ਤਿਆਰ ਕੀਤਾ। ਜਦੋਂ ਖਾਲਸੇ ਦੀ ਪੰਥ ਦੀ ਸਾਜਨਾ ਕੀਤੀ ਆ ਗੁਰੂ ਸਾਹਿਬ ਨੇ ਤੇ ਅਨੰਦਪੁਰ ਸਾਹਿਬ ਤੇ ਮਾਤਾ ਸਾਹਿਬ ਗੁਰਦੇਵਾ ਜਦੋਂ ਆਏ ਨੇ ਖਾਲਸੇ ਦੀ ਸਿਰਜਣਾ ਹੋ ਰਹੀ ਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਪਤਾਸੇ ਲੈ ਕੇ ਆਓ। ਉਹਨਾਂ ਪਤਾਸੇ ਲਿਆਂਦੇ, ਪਤਾਸੇ ਲੈ ਕੇ ਉਹਨਾਂ ਨੇ ਜਦੋਂ ਅੰਮ੍ਰਿਤ ਬਣ ਰਿਹਾ, ਜਦੋਂ ਖੰਡੇ ਨਾਲ ਅੰਮ੍ਰਿਤ ਦੇ ਉਹ ਪਾਠ ਪੜ੍ਹ ਰਹੇ ਆ ਤੇ ਸਾਰਾ ਕੁਝ ਹੋ ਰਿਹਾ, ਉਸ ਪ੍ਰੋਸੈਸ 'ਚ ਗੁਰੂ ਸਾਹਿਬ ਨੇ ਕਿਹਾ ਕਿ ਖਾਲਸੇ ਦੀ ਮਾਤਾ ਸਾਹਿਬ ਗੁਰਦੇਵਾ ਹੈਗੇ ਆ। ਇਹ ਦੇਖੋ, ਇਹ ਵੀ ਹੈ, ਇਹ ਇਤਿਹਾਸ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਉਸ ਵੇਲੇ ਇਸ ਸੰਬੋਧਨ ਨਾਲ ਯਾਦ ਕੀਤਾ ਕਿ ਖਾਲਸੇ ਦੀ ਮਾਤਾ ਸਾਹਿਬ ਗੁਰਦੇਵਾ ਜੀ ਨੇ। ਇਹ ਚੀਜ਼ਾਂ ਜਿਹੜੀਆਂ ਇਤਿਹਾਸ 'ਚ ਵੀ ਹੈਗੀਆਂ ਤੇ ਨਾ ਕੋਈ ਬਹੁਤ ਪੁਰਾਣੀਆਂ, ਔਰ ਲੋਕ ਉਸੇ ਤਰ੍ਹਾਂ ਮੰਨਦੇ ਆ, ਉਸੇ ਤਰ੍ਹਾਂ ਹੀ ਸਾਰੇ ਆਪਣੇ ਮਾਤਾ ਦੇ ਤੌਰ ਤੇ ਮੰਨਦੇ ਆ। ਇਹ ਚੀਜ਼, ਇਹ ਸੰਸਕਾਰ, ਇਹ ਇਤਿਹਾਸ, ਇਹ ਸਾਰਾ ਕੁਝ ਅੱਜ ਦੇ ਦਿਨ ਯਾਦ ਕੀਤਾ ਜਾ ਰਿਹਾ ਔਰ ਸਾਰੀ ਦੁਨੀਆ ਯਾਦ ਕਰੇਗੀ ਜਿੱਥੇ ਜਿੱਥੇ ਇਹ ਕਨਸੈਪਟ ਗਿਆ ਲੋਕਾਂ ਤੱਕ, ਕਿਉਂਕਿ ਇਹ ਬੜਾ ਅਦਬ, ਸਤਿਕਾਰ ਤੇ ਪਿਆਰ ਵਾਲਾ ਰਿਸ਼ਤਾ, ਇਹਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਬਿਲਕੁਲ। ਔਰ ਅਸੀਂ ਇਸ ਦਿਨ ਦੇ ਉੱਤੇ ਖਾਸ ਗੱਲ ਆਪਣੇ ਦਰਸ਼ਕਾਂ ਨਾਲ ਕਰਨਾ ਚਾਹਾਂਗੇ ਕਿ ਜੋ ਵੀ ਇਨਸਾਨ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦਾ ਉਹਨੂੰ ਹਮੇਸ਼ਾ ਠੋਕਰਾਂ ਹੀ ਪੈਂਦੀਆਂ ਨੇ, ਉਹ ਹਮੇਸ਼ਾ ਠੋਕਰਾਂ ਹੀ ਖਾਂਦਾ ਹੈ। ਇਸ ਕਰਕੇ ਮਾਂ ਦੀ ਇੱਜ਼ਤ ਕਰੋ, ਆਪਣੇ ਮਾਂ-ਬਾਪ ਦੀ ਪੂਰੀ ਇੱਜ਼ਤ ਕਰੋ। ਸੋ ਇਹਨਾਂ ਸੰਸਕਾਰਾਂ ਨੂੰ ਲੈ ਕੇ ਅਸੀਂ ਅੱਗੇ ਤੁਰਦੇ ਹਾਂ ਤੇ ਅੱਗੇ ਹੁਣ ਆਉਂਦੇ ਅਸੀਂ ਪੰਜਾਬ ਦੇ ਵੱਲ। ਇਹ ਪੰਜਾਬ ਦੇ ਵਿੱਚ ਇੱਕ ਮਸਲਾ ਬੜਾ ਗਰਮ ਹੋ ਗਿਆ, ਜਿਹਦੇ ਵਿੱਚ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਦਿੱਲੀ ਪੁਲਿਸ ਡਰਾਮੇਬਾਜ਼ੀ ਹੋਈ ਔਰ ਬੜਾ ਹਾਈ ਪਾਵਰ ਡਰਾਮਾ ਹੋਇਆ ਔਰ ਕੋਟਾ ਕਚਹਿਰੀਆਂ ਤੱਕ ਗੱਲ ਪਹੁੰਚ ਗਈ। ਇੱਕ ਬੱਗਾ ਸਾਹਿਬ ਸਾਹਮਣੇ ਆ ਗਏ ਔਰ ਬੱਗਾ ਸਾਹਿਬ ਨੂੰ ਕੱਲ ਤੱਕ ਕੋਈ ਜਾਣਦਾ ਨਹੀਂ ਸੀ ਜਾਂ ਬਹੁਤ ਘੱਟ ਲੋਕ ਜਾਣਦੇ ਸੀ ਔਰ ਅੱਜ ਉਹਨਾਂ ਨੂੰ ਸਾਰਾ ਭਾਰਤ ਜਾਣਦਾ। ਸੋ ਦੇਖੋ, ਸਾਰੀ TRP ਉਹੀ ਲੈ ਗਏ ਔਰ ਕਈ ਨਵੀਆਂ ਫਿਲਮਾਂ ਰਿਲੀਜ਼ ਹੋਣੀਆਂ ਸੀ। ਮਾਨ ਸਾਹਿਬ ਦੀ ਸਟੇਟਮੈਂਟਸ ਆਈਆਂ ਕਿ ਕੀ ਕੁਝ ਨਵਾਂ ਦੇਣ ਜਾ ਰਹੇ ਨੇ ਪੰਜਾਬ ਨੂੰ, ਉਹਨਾਂ ਵੱਲ ਤਵੱਜੋ ਨਹੀਂ ਹੈ, ਲੋਕਾਂ ਦੀ ਸਾਰੀ ਤਵੱਜੋ ਚਲੀ ਗਈ ਬੱਗਾ ਸਾਹਿਬ ਵੱਲ। ਸੋ ਹੁਣ ਕੋਰਟਸ ਨੇ ਦੇਖੋ, ਰਾਤ ਨੂੰ ਵੀ ਕੋਰਟ ਲੱਗੀ, ਆਪਣੇ ਜੋ ਜੱਜ ਸਾਹਿਬ ਚਿਤਕਾਰਾ ਸਾਹਿਬ ਦੇ ਘਰ ਕੋਰਟ ਲੱਗੀ ਅੱਧੀ ਰਾਤ ਨੂੰ, ਤਾਂ ਉੱਥੇ ਫੈਸਲਾ ਇਹ ਹੋਇਆ ਕਿ ਹੁਣ 10 ਤਰੀਕ ਤੱਕ ਬੱਗਾ ਸਾਹਿਬ ਨੂੰ ਕੋਈ ਵੀ ਹੱਥ ਨਹੀਂ ਪਾ ਸਕਦਾ, ਕੋਈ ਉਹਨਾਂ ਦੀ ਅਰੈਸਟ ਨਹੀਂ ਹੋਏਗੀ। ਸੋ ਇਹ ਹੁਣ ਦੱਸੋ, ਇਹ ਮਾਮਲੇ ਕਿੱਧਰ ਜਾ ਰਹੇ ਨੇ, ਇਹ ਹੋ ਕੀ ਰਿਹਾ ਮਤਲਬ ਪੰਜਾਬ ਦੇ ਵਿੱਚ? ਇਹ ਦੇਖੋ, ਮਾਮਲਾ ਇਹ ਹੁਣ ਦਾ ਇਕੱਲਾ ਨਹੀਂਗਾ, ਇਸ ਤਰ੍ਹਾਂ ਦੇ ਮਾਮਲੇ ਸਿਆਸੀ ਮਾਮਲੇ ਆ ਜਿਨ੍ਹਾਂ ਦੇ ਪਿੱਛੇ ਸਿਆਸਤ ਆ, ਮੰਤਰੀ ਆ, ਉਹਦੇ 'ਚ ਪੂਰੀਆਂ ਜਮਾਤਾਂ ਨੇ, ਉਹਦੇ ਪਿੱਛੇ ਪੋਲੀਟੀਕਲ ਪਾਰਟੀਆਂ ਨੇ, ਆਪੋਜੀਸ਼ਨ ਆ, ਰੂਲਿੰਗ ਪਾਰਟੀ ਆ, ਬੜਾ ਕੁਝ ਰਲ ਗੋਭਾ ਹੋ ਗਿਆ। ਕਿਉਂਕਿ ਜਦੋਂ ਕਿ ਇਹਨਾਂ ਤੇ FIR ਲੌਜ ਹੋਈ ਆ, ਉਹਦੇ 'ਚ ਜਨਕਪੁਰੀ ਜਾ ਕੇ ਇਹਨਾਂ ਦੇ ਵਾਰੰਟ ਜਾਰੀ ਹੋਏ ਤੇ ਇਹਨਾਂ ਨੂੰ ਪੰਜਾਬ ਪੁਲਿਸ ਫੜਨ ਗਈ ਆ ਔਰ ਇਹਨਾਂ ਨੇ ਉੱਥੇ ਉਹਨਾਂ ਦੀ ਗੱਲ ਨਹੀਂ ਮੰਨੀ, ਉਹਨਾਂ ਨਾਲ ਇਹ ਆਪਣੀ ਗੱਲਾਂ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਨਹੀਂ ਜਾਣਾ। ਪਰ ਇਹਨਾਂ ਨੂੰ ਦੁਬਾਰਾ ਇਹਨਾਂ ਨੇ ਕਿਹਾ ਵੀ ਮੈਨੂੰ ਧੱਕੇ ਦਿੱਤੇ, ਮੈਨੂੰ ਮਾਰਿਆ ਵੀ ਹੈ, ਮੈਨੂੰ ਪਗੜੀ ਨਹੀਂ ਬੰਨ੍ਹਨ ਦਿੱਤੀ। ਜਿਹੜਾ ਮਾਈਨੋਰਿਟੀ ਕਮਿਸ਼ਨ ਜਿਹੜਾ ਹੈਗਾ ਘੱਟ ਗਿਣਤੀ ਦੇ ਚੇਅਰਮੈਨ ਨੇ, ਉਹਨਾਂ ਨੇ ਪੰਜਾਬ ਕੋ ਪੁੱਛਿਆ, ਪੰਜਾਬ ਦੀ ਸਰਕਾਰ ਕੋਲੋਂ ਵੀ ਇਹ ਕਿਉਂ ਹੋਇਆ ਔਰ ਕਿਉਂ ਇਹਨੂੰ ਪਗੜੀ ਨਹੀਂ ਬੰਨ੍ਹਨ ਦਿੱਤੀ ਗਈ। ਉਹਦਾ ਜਵਾਬ ਤਾਂ ਚਲੋ ਪੰਜਾਬ ਸਰਕਾਰ ਦੇਊਗੀ। ਰਹੀ ਗੱਲ ਪੰਜਾਬ ਪੁਲਿਸ ਦੀ, ਜਦੋਂ ਉੱਥੇ ਗਏ ਆ ਤਾਂ ਕੋਜੋਰੀ ਨਾਲ ਉੱਥੋਂ ਲੈ ਕੇ ਆਏ ਆ, ਨਾਲ ਹੀ ਇਹਨਾਂ ਨੂੰ ਟੈਲੀਗ੍ਰਾਮ ਤਾਂ ਨਹੀਂ ਆਈ, ਟੈਲੀਫੋਨ ਹੀ ਆ ਗਿਆ। ਜਿਹੜੀ ਪੁਲਿਸ ਹਰਿਆਣਾ ਪੁਲਿਸ ਆ, ਇਹਨਾਂ ਨੇ ਰਾਹ 'ਚ ਹੀ ਰੋਕ ਲਿਆ, ਪਿਪਲੀ ਰੋਕ ਲਿਆ। ਉੱਥੇ ਰੋਕ ਕੇ ਤੇ ਇਹਨਾਂ ਨੇ ਪੁੱਛਿਆ ਵੀ ਕਿੱਧਰੋਂ ਉਹਨਾਂ ਨੂੰ ਲਿਆਂਦਾ। ਜਦੋਂ ਪੁੱਛ ਪਛਾਣ ਹੋਈ, ਉਹਨਾਂ ਨੇ ਕਿਹਾ ਜੀ ਇਹ ਤੇਜਿੰਦਰ ਬੱਗਾ ਜੀ ਇਹਨਾਂ ਨੂੰ ਲੈ ਕੇ ਜਾ ਰਹੇ। ਪੁਲਿਸ ਨੂੰ ਤਾਂ ਪਤਾ ਹੀ ਹੁੰਦਾ, ਵਾਇਰਲੈਸ ਹੋਈ ਸੀ। ਜਦੋਂ ਉਹਨਾਂ ਨੇ ਨਾ ਨੁੱਕਰ ਕੀਤੀ, ਉਹਨਾਂ ਨੇ ਤਕਾਜ਼ੂਰੀ ਨਾਲ ਉਹਨੂੰ ਛੁਡਵਾ ਲਿਆ, ਲੈ ਕੇ ਉੱਥੋਂ ਵਾਪਸ ਫਿਰ ਦਿੱਲੀ ਲੈ ਗਏ ਤੇ ਪੰਜਾਬ ਪੁਲਿਸ ਬਰੰਗ ਲਿਫਾਫੇ ਵਾਂਗ ਫਿਰ ਪੰਜਾਬ ਚਾਵੜੀ। ਉਦੋਂ ਬਾਅਦ ਅਗਲੇ ਦਿਨ ਜਿੱਦਾਂ ਤੁਸੀਂ ਦੱਸਿਆ ਕਿ ਮੋਹਾਲੀ ਕੋਰਟ, ਜਿਹੜੀ ਸੈਸ਼ਨ ਕੋਰਟ, ਉੱਥੋਂ ਫਿਰ ਜਾਰੀ ਹੋ ਗਿਆ ਹੁਕਮ, ਵਾਰੰਟ ਜਾਰੀ ਹੋ ਗਿਆ ਵੀ ਇਹਨਾਂ ਨੂੰ ਫਿਰ ਕੈਪਚਰ ਕੀਤਾ ਜਾਵੇ, ਇਹਨਾਂ ਨੂੰ ਅਰੈਸਟ ਕੀਤਾ ਜਾਵੇ, ਸਾਰਾ ਕੁਛ ਆ। ਉਹਨੇ ਜਾਚਕਾ ਪਾਤੀ ਹਾਈ ਕੋਰਟ 'ਚ, ਹਾਈ ਕੋਰਟ ਤੋਂ ਬਾਅਦ ਉਹ 'ਤੇ ਫਿਰ ਰੋਕ ਲੱਗ ਗਈ। ਹੁਣ ਦੇਖੋ, ਇੱਕ ਜੇ ਇਹਨੂੰ ਅਸੀਂ ਤਮਾਸ਼ਾ ਕਹੀਏ ਤਾਂ ਲੋਕ ਸ਼ਾਇਦ ਮੰਨ ਜਾਣਗੇ, ਜੇ ਇਹਨੂੰ ਕਹੀਏ ਡਰਾਮਾ ਕਹੀਏ ਤਾਂ ਵੀ ਮੰਨ ਜਾਣਗੇ। ਪਰ ਇਹਦੇ ਪਿੱਛੇ ਜੋ ਕੁਛ ਹੋ ਰਿਹਾ, ਜੋ ਕੁਛ ਨਹੀਂ ਹੋਣਾ ਚਾਹੀਦਾ ਉਹ ਹੋਇਆ। ਜੇ ਇਹੀ ਕਿੱਸਾ, ਜੇ ਇਹੀ FIR ਲੌਜ ਕਿਸੇ ਆਮ ਆਦਮੀ ਦੇ, ਇੱਕ ਆਮ ਨਾਗਰਿਕ ਦੇ ਅਗੇਂਸਟ ਹੋ ਜਾਂਦੀ ਤੇ ਦੂਜੇ ਦਿਨ ਫੜ ਕੇ ਉਹਨੂੰ ਲਟਕਾਇਆ ਹੁੰਦਾ ਪੰਜਾਬ ਪੁਲਿਸ ਨੇ, ਪਹਿਲਾਂ ਉਹ ਡੰਡੇ ਮਾਰਦੇ, ਫਿਰ ਜੁਡੀਸ਼ਰੀ 'ਚ ਲੈ ਕੇ ਜਾਂਦੇ, ਫਿਰ ਜੁਡੀਸ਼ਰੀ 'ਚ ਜੋ ਕੁਛ ਕੇ ਹੁੰਦਾ, ਜਿਹੜੀਆਂ ਧਾਰਾਂ ਲੱਗੀਆਂ ਉਹਦੇ 'ਤੇ ਸੁਣਵਾਈ ਹੁੰਦੀ। ਹੁਣ ਇਹ ਨਹੀਂ ਪੁੱਛਿਆ ਜਾ ਰਿਹਾ ਵੀ ਧਾਰਾਂ ਤਾਂ ਦੱਸਦੀਆਂ ਉਹਨਾਂ ਨੇ, ਜਿਹੜੀ ਧਾਰਾ ਲੱਗੀ ਇੰਡੀਅਨ ਪੈਨਲ ਕੋਡ ਦੀਆਂ, ਉਹਦੇ 'ਚ ਇਹ ਦੱਸਿਆ ਗਿਆ ਕਿ ਇਹਨੇ ਇੱਕ ਤਾਂ ਕੇਜਰੀਵਾਲ ਸਾਹਿਬ 'ਤੇ ਟੀਕਾ ਟਿੱਪਣੀ ਕੀਤੀ, ਜਿਹੜੀ ਆ ਸੁਪਰੀਮ ਕੋਰਟ 'ਚ ਇਹਨਾਂ ਨੇ ਉਲਝਲੂਲ ਬੋਲਿਆ ਵੀ ਹੈਗਾ, ਕਈ ਤਰ੍ਹਾਂ ਦੀਆਂ ਇਹਨਾਂ ਨੇ ਊਣਤਾਈਆਂ ਦਿਖਾਈਆਂ, ਕਈ ਕੁਝ ਕੀਤਾ ਜਿਹੜੀਆਂ ਆਜ਼ਾਦ ਭਾਰਤ ਦੇ ਨਾਗਰਿਕ ਦੇ ਹਿੱਸੇ ਨਹੀਂ ਆਉਂਦੀਆਂ ਔਰ ਬਾਕਾਇਦਾ ਤੌਰ 'ਤੇ ਇਹਦੀ ਪੋਣ ਛਾਣ ਹੋਊਗਾ। ਪਰ ਜਦੋਂ ਜੇ ਪੁਲਿਸ ਫੜਦੀ ਹੈ ਤਾਂ ਉਹਨਾਂ ਜੁਡੀਸ਼ਰੀ 'ਚ ਲੈ ਕੇ ਜਾਣਾ ਹੈ,
ਸਿੱਧੀ ਕੋਈ ਇਹ ਤਾਂ ਨਹੀਂ ਸੀ ਉਹਨਾਂ ਨੂੰ ਸਜ਼ਾ ਸਿੱਧੀ ਦਿਖਾ ਦਿੰਦੇ ਕੁਛ ਹੁੰਦਾ, ਕਿਉਂਕਿ ਲੋਕਤੰਤਰ ਹੈ, ਜੁਡੀਸ਼ਰੀ ਨੇ ਆਪ ਡਿਸਾਈਡ ਕਰਨਾ। ਤੇ ਜੁਡੀਸ਼ਰੀ ਦੂਜੇ ਪਾਸੇ, ਇੱਕ ਜੁਡੀਸ਼ਰੀ ਤੇ ਸੈਸ਼ਨ ਕੋਰਟ ਕਹਿ ਰਹੀ ਹੈ ਵੀ ਇਹਦੇ ਤੇ ਵਾਰੰਟ ਜਾਰੀ ਹੋ ਗਏ, ਦੂਜਾ ਹਾਈ ਕੋਰਟ ਅਪਰ ਜਿਹੜੀ ਕੋਰਟ ਆ ਉਹ ਕਹਿ ਰਹੀ ਨਹੀਂ ਜੀ ਇਹਨੂੰ ਰੋਕੋ ਅਜੇ 10 ਤਰੀਕ ਤੱਕ। ਹੁਣ ਦੇਖ ਲਓ ਇਹ ਗੱਲ ਜਿਹੜੀ ਹੈਗੀ ਆ ਲੋਕਤੰਤਰ ਦੇ ਜਾਂ ਇੱਕ ਚੰਗੀ ਜਿਹੜੀ ਸਿਆਸਤ ਆ ਉਹਦੇ ਹਿੱਸੇ ਆਉਂਦੀ ਹੈ ਕਿ ਇੱਕ ਆਦਮੀ ਕਰ ਰਿਹਾ ਹੁਣ ਤਾਈ, ਇੱਕ ਆਦਮੀ ਸਾਰਾ ਕੁਝ ਕਰਕੇ ਦਿਖਾ ਰਿਹਾ ਗਲਤ ਚੀਜ਼ਾਂ, ਉਹ ਸਾਰੇ ਲੋਕਾਂ ਨੂੰ ਪਤਾ ਵੀ ਹੈਗਾ। ਜਦੋਂ ਇਹ ਸਾਰੇ ਸਾਹਮਣੇ ਆਉਂਦੀਆਂ ਤਾਂ ਉਹਦਾ ਕੋਈ ਕੱਢਿਆ ਹੀ ਨਹੀਂ ਸਿੱਟਾ ਕੱਢਣ ਦਾ ਮਤਲਬ ਇਹਨੂੰ ਘਰੇ ਚੁੱਪਚਾਪ ਘਰ ਆ ਕੇ ਬਹਿ ਗਿਆ। ਇਹ ਸਾਡੇ ਦੇਸ਼ ਦਾ ਸ਼ਾਸਨ ਆ, ਇਹ ਸਾਡੇ ਦੇਸ਼ ਦੀ ਜੁਡੀਸ਼ਰੀ ਹੈ, ਇਹ ਸਾਡੇ ਦੇਸ਼ ਦੇ ਨੇਤਾ ਨੇ, ਔਰ ਬਾਕੀ ਲੋਕਾਂ ਲਈ ਕਾਨੂੰਨ ਬਣਦਾ, ਆਮ ਆਦਮੀ ਲਈ ਕਾਨੂੰਨ ਬਣਦਾ, ਜਿਹੜਾ ਪਾਵਰਫੁਲ ਬੰਦਾ ਉਹਦੇ ਲਈ ਕਾਨੂੰਨ ਕੋਈ ਕਾਨੂੰਨ ਨਹੀਂਗਾ, ਕਾਨੂੰਨ ਦੀਆਂ ਧੱਜੀਆਂ ਉਡਾ ਦਿੰਦੇ ਆ। ਇਹ ਕਾਨੂੰਨ ਦੀਆਂ ਧੱਜੀਆਂ ਨਹੀਂ ਤਾਂ ਹੋਰ ਕੀ ਹੋਇਆ। ਬਿਲਕੁਲ, ਜਿਹੜਾ ਸਾਡਾ ਲੋਕਤਾਂਤਰਿਕ ਢਾਂਚਾ ਹੈ, ਫੈਡਰਲ ਸਟਰਕਚਰ ਆ, ਇਹ ਉਹਦੇ ਉੱਤੇ ਅਟੈਕ ਹੈ ਇੱਕ ਤਰ੍ਹਾਂ ਦੇ ਨਾਲ। ਤੁਸੀਂ ਦੇਖੋ ਕੁਝ ਸਾਲ ਪਹਿਲਾਂ ਕਰੋਨਾ ਦੇ ਦੌਰਾਨ ਜੋ ਬਾਲੀਵੁੱਡ ਦੇ ਮੁੰਬਈ ਦੇ ਇੱਕ ਮਸ਼ਹੂਰ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਉਹਨਾਂ ਦੀ ਡੈਥ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਉਹ ਹਜੇ ਤੱਕ ਸੋਲਵ ਨਹੀਂ ਹੋਇਆ ਕਿ ਕਾਰਨ ਕੀ ਹੋਇਆ, ਕਿਸ ਤਰ੍ਹਾਂ ਉਹਨਾਂ ਦੀ ਡੈਥ ਹੋਈ, ਹਜੇ ਤੱਕ ਨਹੀਂ ਮਾਮਲਾ ਸਾਹਮਣੇ ਆਇਆ। ਪਰ ਜਿਹੜੀ ਗੱਲ ਮੈਂ ਕਰਨ ਲੱਗਾ ਉਹ ਇਹ ਹੈ ਕਿ ਉੱਥੇ ਵੀ ਪੁਲਿਸ ਆਪਸ ਦੇ ਵਿੱਚ ਉਲਝੀ ਸੀ, ਮੁੰਬਈ ਦੀ ਪੁਲਿਸ ਤੇ ਬਿਹਾਰ ਦੀ ਪੁਲਿਸ ਉਲਝੀ ਸੀ। ਸੋ ਉੱਥੇ ਵੀ ਫੈਡਰਲ ਸਟਰਕਚਰ ਨੂੰ ਅਸੀਂ ਕਾਫੀ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕੀ ਹੋ ਰਿਹਾ, ਪੁਲਿਸ ਕਿਉਂ ਆਪਸ ਦੇ ਵਿੱਚ ਉਲਝਦੀ ਪਈ ਹੈ। ਠੀਕ ਉਸੇ ਤਰ੍ਹਾਂ ਹੁਣ ਇੱਥੇ ਤੇ ਤਿੰਨ ਸੂਬਿਆਂ ਦੀ ਹੋ ਗਈ, ਇੱਥੇ ਤੇ ਪੰਜਾਬ ਦੀ ਹੋ ਗਈ, ਹਰਿਆਣਾ ਦੀ ਹੋ ਗਈ, ਦਿੱਲੀ ਦੀ ਹੋ ਗਈ, 3 ਥਾਂ ਦੀ ਪੁਲਿਸ ਆਪਸ ਦੇ ਵਿੱਚ ਉਲਝੀ ਪਈ ਹੈ। ਮਤਲਬ ਇਹ ਹੋ ਕੀ ਰਿਹਾ, ਜਦਕਿ ਆਪਸ ਦੇ ਵਿੱਚ ਤਾਲਮੇਲ ਦੇ ਨਾਲ ਕੌਨਫੀਡੈਂਸ ਦੇ ਵਿੱਚ ਲੈ ਕੇ ਇੱਕ ਦੂਜੇ ਨੂੰ ਸਾਨੂੰ ਚੱਲਣਾ ਚਾਹੀਦਾ ਹੈ। ਅੱਗੇ ਵੀ ਸਾਨੂੰ ਕਈ ਮਾਮਲਿਆਂ ਦੇ ਵਿੱਚ ਲੋੜ ਪੈਣੀ ਇੱਕ ਦੂਜੇ ਦੀ, ਕਿਉਂਕਿ ਕਈ ਵਾਰ ਦਿੱਲੀ ਦੀ ਪੁਲਿਸ ਨੇ ਪੰਜਾਬ ਦੇ ਵਿੱਚ ਆਪਰੇਟ ਕਰਨਾ, ਹਰਿਆਣਾ ਦੇ ਵਿੱਚ ਆਪਰੇਟ ਕਰਨਾ, ਪੰਜਾਬ ਦੀ ਪੁਲਿਸ ਨੇ ਦਿੱਲੀ ਹਰਿਆਣਾ ਦੇ ਵਿੱਚ ਆਪਰੇਟ ਕਰਨਾ, ਠੀਕ ਉਸੇ ਤਰ੍ਹਾਂ ਹਰਿਆਣਾ ਦੀ ਪੁਲਿਸ ਨੇ ਪੰਜਾਬ ਦਿੱਲੀ ਦੇ ਵਿੱਚ ਆਪਰੇਟ ਕਰਨਾ। ਤਾਂ ਮਿਲ ਜੁਲ ਕੇ ਤਾਲਮੇਲ ਨਾਲ ਚੱਲਣਾ ਪਊਗਾ ਪੁਲਿਸ ਨੂੰ, ਤਾਂ ਹੀ ਫੈਡਰਲ ਸਟਰਕਚਰ ਬਣਿਆ ਰਹਿ ਸਕਦਾ। ਕਿਉਂਕਿ ਜੇ ਹਰ ਚੀਜ਼ ਦਾ ਸਿਆਸੀਕਰਨ ਕਰੀ ਜਾਵਾਂਗੇ, ਹਰ ਚੀਜ਼ ਦੇ ਵਿੱਚ ਸਿਆਸਤ ਖੇਡਾਂਗੇ, ਤਾਂ ਬਿਲਕੁਲ ਅਸੀਂ ਕਨਸਟੀਟਿਊਸ਼ਨ ਦੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਅਸੀਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਪਏ ਹਾਂ। ਔਰ ਸਾਨੂੰ ਇਹ ਬਿਲਕੁਲ ਅਜੀਬ ਜੀ ਗੱਲ ਸਥਿਤੀ ਲੱਗਦੀ ਹੈ ਕਿ ਅਸੀਂ ਜੋ ਪੰਜਾਬ ਦੇ ਲੋਕ ਹਾਂ, ਅਸੀਂ ਜੋ ਪੰਜਾਬ ਵਾਸੀ ਹਾਂ, ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ, ਕਿਉਂਕਿ ਅਸੀਂ ਬਹੁਤ ਜ਼ਿਆਦਾ ਟਾਈਮ ਤੱਕ ਸਾਡੇ ਬਜ਼ੁਰਗਾਂ ਨੇ ਵੀ ਇਸ ਚੀਜ਼ ਨੂੰ ਪਿੰਡੇ ਤੇ ਹੰਡਾਇਆ, ਦੁੱਖ ਸੰਤਾਪ ਝੇਲਿਆ ਪੰਜਾਬ ਨੇ, ਬੜੀ ਮੁਸ਼ਕਿਲ ਅਸੀਂ ਉੱਥੋਂ ਬਾਹਰ ਆਏ ਹਾਂ। ਹੁਣ ਮੁੜ ਕੇ ਉਹ ਪੰਜਾਬ ਦੇ ਮਾਹੌਲ ਦੇ ਉੱਤੇ ਅਟੈਕ ਜਾਂ ਪੰਜਾਬ ਦੀ ਵੱਲ ਕੋਈ ਇੱਦਾਂ ਦੀ ਗੱਲ ਕੀਤੀ ਜਾਣੀ ਜੋ ਬਿਲਕੁਲ ਟੇਢੀ ਗੱਲ ਹੋਵੇ, ਤਾਂ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਕਿ ਇਹ ਹੋ ਕੀ ਰਿਹਾ ਸਾਰਾ ਕੁਝ। ਇੱਕ ਗੱਲ ਇੱਥੇ ਇਹ ਹੋਰ ਆਉਂਦੀ ਕਿ ਜਦੋਂ ਅਸੀਂ ਇੰਡੀਅਨ ਪੈਨਲ ਕੋਡ 'ਚ ਧਾਰਾ ਲੱਗ ਕੇ ਉਹਦੇ ਤੇ ਆਰੋਪ ਲੱਗ ਜਾਂਦੇ ਆ, ਆਰੋਪ ਤੈਅ ਹੋ ਜਾਂਦੇ ਆ, ਫਿਰ ਜੁਡੀਸ਼ਰੀ ਆਉਂਦੀ ਆ, ਜੁਡੀਸ਼ਰੀ 'ਚ ਵਕੀਲ ਬੈਠਦੇ ਆ, ਉਹਦੇ ਤੇ ਡਿਸਾਈਡ ਹੁੰਦਾ ਇਹਨੂੰ ਇੰਨੀ ਸਜ਼ਾ ਹੁੰਦੀ ਆ, ਹੋ ਗਿਆ, ਉਹਨੂੰ ਕਦੀ ਕੋਈ ਮੀਡੀਆ ਫਾਲੋ ਨਹੀਂ ਕਰਦਾ, ਨਾ ਕਦੀ ਪਤਾ ਲੱਗਦਾ ਕਿ ਉਹ ਬੰਦਾ ਜਦੋਂ ਫੜਿਆ ਗਿਆ, ਫੜਨ ਤੱਕ ਪੁਲਿਸ ਤੱਕ ਗੱਲ ਹੁੰਦੀ ਹੈ ਕਿ ਉਹ ਗਿਆ, ਉਹਦੋਂ ਬਾਅਦ ਕਿਸੇ ਨੇ ਫਾਲੋ ਨਹੀਂ ਕੀਤਾ ਵੀ ਉਹ ਕਿੱਧਰ ਗਿਆ, ਕੀ ਗਿਆ, ਉਹ ਆ ਕੇ ਭਾਵੇਂ ਘਰ ਸੁੱਤਾ ਰਹੇ। ਕਈ ਵਾਰੀ ਜੁਡੀਸ਼ਰੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੀ ਹੈ ਕਿ ਉਹ ਬੰਦੇ ਕਈ ਵਾਰੀ ਆਰੋਪ ਤੋਂ ਜੋ ਕੁਛ ਲੱਗੇ ਉਹ ਤੋਂ ਬਰੀ ਹੋ ਕੇ ਘਰ ਆ ਕੇ ਚੱਲ ਜਾਂਦੇ ਆ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪੁਲਿਸ ਦੀ, ਕਿ ਪੁਲਿਸ ਜਦੋਂ ਉਲਝਦੀ ਆ ਆਪੋ 'ਚ ਕਿਉਂ ਧੱਕਾ ਹੁੰਦਾ ਇਹਦੇ 'ਚ, ਕਿਉਂ ਰੌਲਾ ਪੈਂਦਾ, ਕਿਉਂ ਉਹ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ, ਉਹ ਇਸ ਕਰਕੇ ਵੀ ਹੈਗਾ ਕਿ ਜਦੋਂ ਉਹਨਾਂ ਨੂੰ ਗੱਲ ਤੋਂ ਹੁਕਮ ਤੋਂ ਪਿੱਛੇ ਜਾਂਦਾ, ਉਹਨਾਂ ਨੂੰ ਉੱਥੋਂ ਦੀ ਜਿਹੜੀ ਰੂਲਿੰਗ ਪਾਰਟੀ ਹੈ ਉਹ ਗੱਲ ਕਰ ਰਹੀ ਉਹਨਾਂ ਨਾਲ, ਜਾਂ ਡੀਜੀਪੀ ਦੇ ਰਾਹੀਂ ਆ ਰਿਹਾ, ਆਈਜੀਪੀ ਰਾਹੀਂ ਆ ਰਿਹਾ, ਉਹ ਤੋਂ ਬਾਅਦ ਫਿਰ ਐਸਐਚਓ ਤੱਕ ਆ ਜਾਂਦਾ, ਐਸਐਚਓ ਤੋਂ ਬਾਅਦ ਏਐਸਆਈ ਤੱਕ ਆ ਜਾਂਦਾ, ਫਿਰ ਉਹ ਜਿਹੜੇ ਬੰਦੇ ਅੱਗੇ ਰਿਪੋਰਟਿੰਗ ਕਰ ਰਹੇ ਆ ਉਹ ਬੰਦੇ ਕਰ ਰਹੇ ਆ, ਉਹਨਾਂ ਨੇ ਕਰਨਾ ਗਾ। ਉਹ ਗੁੱਥਮ ਗੁੱਥਾ ਹੋਣ ਦਾ ਜਾਂ ਰੌਲਾ ਪੈਣ ਦਾ ਮਤਲਬ ਤੇ ਪਿੱਛੇ ਫਿਰ ਸਿਆਸੀ ਪਾਰਟੀ ਆ, ਸਾਰਾ ਕੁਝ ਉਹ ਤਾਂ ਐਮਪਲਾਈ ਆ, ਉਹ ਤਨਖਾਹ ਲੈ ਰਿਹਾ, ਉਹ ਡਿਊਟੀ ਲਾ ਰਿਹਾ, ਆਪਣੀ ਡਿਊਟੀ ਤੇ ਆ ਰਿਹਾ, ਹਾਜ਼ਰ ਹੋ ਰਿਹਾ, ਉਹਨੇ ਤਾਂ ਆਪਣਾ ਕੰਮ ਪੂਰਾ ਕਰਨਾ, ਦਿਖਾਉਣਾ ਵੀ ਵੀ ਮੈਂ ਆਇਆ ਜੀ, ਫੜਨ ਲਈ ਗਿਆ ਸੀ, ਆ ਮੈਨੂੰ ਹੁਕਮ ਹੋਏ ਸੀ, ਉਹ ਕਰ ਰਿਹਾ, ਉਹ ਤਾਂ ਆਪਣਾ ਪੂਰਾ ਕੰਮ ਦਾ ਖਾਣਾ ਪੂਰਾ ਕਰ ਰਿਹਾ। ਪਰ ਦੂਜੇ ਪਾਸੇ ਸਿਆਸੀ ਗੱਲ ਹੁੰਦੀ ਆ, ਜਿਹੜਾ ਹੁਣ ਤਿੰਨਾਂ ਪੁਲਿਸ ਦਾ ਆਪੋ ਵਿੱਚ ਰੌਲਾ ਪੈਣਾ, ਉਹ ਅਥਾਰਟੀ ਦੀ ਇੱਕੋ ਹੀ ਹੈ ਨਾ, ਪੰਜਾਬ ਪੁਲਿਸ ਦੀ ਵੀ ਅਥਾਰਟੀ ਇੱਕੋ ਹੀ ਆ, ਉਹ ਵੀ ਹਿੰਦੁਸਤਾਨ ਦੀ ਪੁਲਿਸ ਹੀ ਆ, ਉਹਦੇ 'ਚ ਸਰਕਾਰੀ ਨੌਕਰ ਹੈ, ਕਰਮਚਾਰੀ ਹੈ ਸਰਕਾਰ ਦੇ, ਉਹੀ ਹਰਿਆਣੇ ਦੀ ਹੈ, ਉਹੀ ਉੱਥੇ ਦਿੱਲੀ ਦੀ ਹੈ। ਇਹ ਗੱਲਾਂ ਵੇਖੋ ਆਪੋ ਵਿੱਚ ਰੌਲਾ ਪੈਣਾ ਕਰਨਾ, ਹੁਣ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ, ਉਹਨਾਂ ਨੂੰ ਪਤਾ ਅੰਦਰੋਂ, ਪੁਲਿਸ ਨੂੰ ਪਤਾ ਵੀ ਕੀ ਲਕੂਨਾ, ਕੀ ਗੱਲ ਹੋ ਗਈ ਹੈ, ਕਿਉਂ ਸਾਨੂੰ ਰੋਕਿਆ ਗਿਆ ਅਤੇ ਕਿਉਂ ਉਹਨੂੰ ਫਿਰ ਵਾਪਸ ਕਰਕੇ ਜਨਕਪੁਰੀ 'ਚ ਬਿਠਾਇਆ ਗਿਆ। ਇਹ ਗੱਲਾਂ ਸ਼ਰੇਆਮ ਲੋਕਾਂ ਨੂੰ ਵੀ ਪਤਾ। ਬਿਲਕੁਲ, ਤੇ ਓਪੋਜੀਸ਼ਨਸ ਉਹ ਐਕਟੀਵੇਟ ਹੋ ਚੁੱਕੀਆਂ, ਅਟੈਕ ਮਾਰਦੀਆਂ ਪਈਆਂ। ਆਪੋਜੀਸ਼ਨਸ ਕਹਿ ਰਹੀਆਂ ਨੇ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਪੁਲਿਸ ਦੀ
ਦੁਰਵਰਤੋਂ ਕਰ ਰਹੇ ਨੇ ਆਪਣੇ ਸਿਆਸੀ ਮਕਸਦ ਵਾਸਤੇ। ਪੰਜਾਬ ਦੇ ਪੁਲਿਸ ਨੂੰ ਵਰਤਦੇ ਪਏ ਨੇ ਕਿਉਂਕਿ ਦਿੱਲੀ ਦੀ ਪੁਲਿਸ ਤੇ ਉਹਨਾਂ ਦੇ ਕਮਾਂਡ 'ਚ ਹੀ ਨਹੀਂ ਹੈ, ਉਹ ਤਾਂ ਸੈਂਟਰ ਦੇ ਅੰਡਰ ਹੈ। ਹੁਣ ਉਹਨਾਂ ਕੋਲ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੀ, ਇਸ ਕਰਕੇ ਆਮ ਆਦਮੀ ਪਾਰਟੀ ਦੇ ਹੈੱਡ ਸੁਪਰੀਮੋ ਹੋਣ ਦੇ ਨਾਤੇ ਉਹ ਕਿਤੇ ਨਾ ਕਿਤੇ ਪਰਦੇ ਪਿੱਛੋਂ ਪੰਜਾਬ ਸਰਕਾਰ ਨੂੰ ਚਲਾਉਂਦੇ ਪਏ ਨੇ ਔਰ ਕਿਤੇ ਨਾ ਕਿਤੇ ਉਹ ਪੰਜਾਬ ਦੀ ਪੁਲਿਸ ਦੀ ਦੁਰਵਰਤੋਂ ਕਰਦੇ ਪਏ ਨੇ ਆਪਣੇ ਸਿਆਸੀ ਮਕਸਦ ਵਾਸਤੇ। ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਇਹ ਬੜੀ ਛੋਟੀ ਗੇਮ ਹੈ ਜਿਹੜੀ ਇਦਾਂ ਦੀ ਸਿਆਸਤ ਸਾਹਮਣੇ ਆਉਂਦੀ ਪਈ ਹੈ, ਕਿਉਂਕਿ ਜਿੱਥੇ ਕੇਜਰੀਵਾਲ ਸਾਹਿਬ ਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਕਿਤੇ ਨਾ ਕਿਤੇ ਉਹ ਇਹ ਸੁਪਨਾ ਵੇਖਦੇ ਨੇ ਕਿ ਇਹ ਇੱਕ ਪੁਆਇੰਟ ਤੇ ਜਾ ਕੇ ਉਹ ਮੋਦੀ ਸਾਹਿਬ ਨੂੰ ਟੱਕਰ ਦੇ ਸਕਣ, ਆਮ ਆਦਮੀ ਪਾਰਟੀ ਬੀਜੇਪੀ ਦੇ ਸਾਹਮਣੇ ਜ਼ਬਰਦਸਤ ਮੁਕਾਬਲਾ ਦੇ ਸਕੇ ਜੋ 2024 ਦੀਆਂ ਇਲੈਕਸ਼ਨਸ ਨੇ। ਕਿਤੇ ਤੁਸੀਂ ਐਡੇ ਵੱਡੇ ਸੁਪਨੇ ਦੇਖਦੇ ਹੋ, ਕਿਤੇ ਛੋਟੇ ਲੈਵਲ ਦੀ ਰਾਜਨੀਤੀ ਆ ਜਾਂਦੀ ਹੈ। ਇਹ ਵਿਰੋਧੀ ਧਿਰਾਂ ਇਲਜ਼ਾਮ ਲਗਾ ਰਹੀਆਂ। ਹੁਣ ਵਿਰੋਧੀ ਧਿਰਾਂ ਦੇ ਇਸ ਇਲਜ਼ਾਮ ਦੇ ਪਿੱਛੇ ਕਿੰਨਾ ਸੱਚ ਹੈ ਤੇ ਕਿੰਨਾ ਪ੍ਰੋਪੇਗੈਂਡਾ, ਇਹ ਤਾਂ ਹੁਣ ਟਾਈਮ ਦੱਸ ਸਕਦਾ ਹੈ। ਪਰ ਇੱਕ ਇਹ ਗੱਲ ਜ਼ਰੂਰ ਆ ਰਹੀ ਹੈ ਕਿ ਕੇਜਰੀਵਾਲ ਸਾਹਿਬ ਪੰਜਾਬ ਦੀ ਪੁਲਿਸ ਨੂੰ ਆਪਣੇ ਸਿਆਸੀ ਮਕਸਦ ਲਈ ਵਰਤਦੇ ਪਏ ਨੇ। ਗੱਲ ਇਹ ਹੈਗੀ ਕਿ ਜਿਹੜੀ ਵਿਰੋਧੀ ਪਾਰਟੀਆਂ ਵਾ, ਜਿਸ ਤਰ੍ਹਾਂ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਮੀਟਿੰਗ ਲਈ ਸੀ, ਉਹਦੇ ਵਿੱਚ ਇਕੱਠੇ ਹੋਏ ਸੀਗੇ। ਜਦੋਂ ਮੁੱਦੇ ਇਕੱਠੇ ਹੁੰਦੇ ਆ ਨਾ ਸਾਰੇ, ਉਦੋਂ ਪਤਾ ਹੈ ਇਹਨਾਂ ਨੂੰ ਸਾਰਾ ਕੁਝ ਰਲਾ ਦਿੰਦੇ ਆ, ਇਹਦਾ ਮਿਸ਼ਰਣ ਬਣਾ ਦਿੰਦੇ ਆ। ਹੁਣ ਪਹਿਲਾਂ ਤਾਂ ਚੰਡੀਗੜ੍ਹ ਦਾ ਰੌਲਾ ਸੀਗਾ ਨਾ, ਇਹ ਪੋਲੀਟੀਕਲ ਮਾਮਲੇ ਹੁੰਦੇ ਆ, ਰੌਲਾ ਉਹਨਾਂ ਦਾ ਹੁੰਦਾ। ਹੁਣ ਕਿੱਥੇ ਗਿਆ ਚੰਡੀਗੜ੍ਹ ਦਾ ਮਾਮਲਾ? ਪਹਿਲੋਂ ਲੋਕਾਂ ਨੇ ਇੰਨਾ ਅੱਗ ਬੰਬੂਲਾ ਹੋ ਗਿਆ ਸੀ, ਚੰਡੀਗੜ੍ਹ ਗਿਆ ਪੰਜਾਬ ਦੇ ਇੱਥੋਂ, ਹਰਿਆਣਾ ਖਿੱਚ ਕੇ ਲੈ ਗਿਆ ਜੀ, ਉੱਥੋਂ ਸੈਂਟਰ ਗੌਰਮੈਂਟ ਦਾ ਅਨਾਉਂਸ ਵੀ ਅਮਿਤ ਸ਼ਾਹ ਕਰ ਗਿਆ। ਇੱਕ ਵਾਰੀ ਤਾਂ ਇਹਨਾਂ ਨੂੰ ਬੜਾ ਰੌਲਾ ਪਿਆ, ਪਰ ਹੁਣ ਉਹ ਫਿਰ ਠੰਡੇ ਬੱਸੇ 'ਚ ਪੈ ਗਿਆ ਸਾਰਾ ਕੁਝ। ਉਹਨਾਂ ਨੂੰ ਜਿਹੜੀ ਫੈਸਿਲਿਟੀ ਦਿੱਤੀ ਸੀ, ਜਿਹੜੇ ਗੌਰਮੈਂਟ ਇੰਪਲਾਈ ਬਣ ਕੇ ਉਹਨਾਂ ਸਾਰਾ ਲੈ ਗਏ ਆ, ਜਿੰਨੀ ਫੈਸਿਲਿਟੀ ਹੈਗੀ ਜੋ ਸੈਂਟਰ ਗੌਰਮੈਂਟ ਦੇ ਇੰਪਲਾਈ ਦੀ, ਉਹ ਯੂਟੀ ਦੇ ਜਿਹੜੇ ਉੱਥੇ ਕੰਮ ਕਰ ਰਹੇ ਆ। ਹੁਣ ਉਹ ਕਿੱਧਰ ਗਿਆ? ਹੁਣ ਦਿੱਲੀ ਵਾਲਾ ਮਾਮਲਾ ਆ ਗਿਆ, ਉੱਧਰ ਆ ਗਿਆ। ਉਹ ਦਿੱਲੀ ਵਾਲਾ ਤਜਿੰਦਰ ਬੱਗੇ ਵਾਲਾ ਮਾਮਲਾ ਉੱਧਰ ਆ ਗਿਆ। ਜਿਹੜੀ ਹੁਣ ਇਹ ਆ, ਜਿਹੜੀ ਕੱਲ ਇਹਨਾਂ ਨੇ ਵਿਰੋਧੀ ਪਾਰਟੀ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਹੁਣ ਉਹਨਾਂ ਚੰਡੀਗੜ੍ਹ ਦਾ ਮਸਲਾ ਹੀ ਨਹੀਂ ਕੋਈ ਕੀਤਾ, ਉਹਨੂੰ ਗੱਲ ਹੀ ਨਹੀਂ ਕੀਤੀ। ਤਾਂ ਰਾਜਾ ਵੜਿੰਗ ਨੇ ਕਿਹਾ, ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ, ਉਹਨਾਂ ਨੇ ਕਿਹਾ ਜੀ ਜਿਹੜੀ ਪਰਨੀਤ ਕੌਰ ਨੇ, ਜਿਹੜੇ ਆਪਣੇ ਕੈਪਟਨ ਸਾਹਿਬ ਦੀ ਵਾਈਫ ਆ, ਉਹ ਅੱਜ ਕੱਲ੍ਹ ਇਹਦੇ 'ਚ ਨਹੀਂ ਹੋਣਗੇ, ਪਾਰਟੀ ਦੇ ਮੈਂਬਰ ਨਹੀਂ ਰਹੇ, ਹਾਲਾਂਕਿ ਉਹ ਸੰਸਦੀ ਮੈਂਬਰ ਨੇ, MP ਆ। ਉਹਨਾਂ ਨੇ ਇਹ ਕਹਿਤਾ ਉਹਨਾਂ ਨੂੰ। ਅੱਛਾ ਦੱਸੋ, ਕਾਂਗਰਸ ਦੀ ਜਿਹੜੀ ਆਪਸੀ ਫੋਟੋ ਕਦੋਂ ਹਟਣੀ ਹੈ? ਜਦੋਂ ਤੁਹਾਡੇ ਕੋਲ ਚਲੋ ਕਿ ਜਦੋਂ ਕੈਪਟਨ ਸਾਹਿਬ ਤੱਕ ਗਏ, ਜਦੋਂ ਚਲੇ ਗਏ, ਇਹਨੂੰ ਸਟੇਟਮੈਂਟ ਦੇਣ ਦੀ ਤਾਂ ਲੋੜ ਹੀ ਨਹੀਂ। ਜਦੋਂ ਮੀਟਿੰਗ 'ਚ ਆਉਂਦੇ ਆ ਠੀਕ, ਨਹੀਂ ਤਾਂ ਹੈਗੇ ਨਹੀਂ ਆ ਰਹੇ। ਜੇ ਉਹ ਸ਼ਾਮਲ ਹੁੰਦੇ ਆ, ਜੇ ਐਕਟਿਵ ਆ ਤਾਂ ਉਹਨਾਂ ਦੀ ਗੱਲ ਮੰਨੋ, ਨਹੀਂ ਤਾਂ ਕੋਈ ਇੱਦਾਂ ਦੀ ਗੱਲ ਨਹੀਂ। ਪਰ ਦੇਖੋ, ਇੱਕ ਤਾਂ ਉੱਤਰ ਨੂੰ ਖਿੱਚੀ ਜਾ ਰਿਹਾ, ਇੱਕ ਦੱਖਣ ਨੂੰ ਖਿੱਚੀ ਜਾ ਰਿਹਾ ਹੈ ਨਾ, ਇੱਕ ਪੂਰਬ ਨੂੰ ਖਿੱਚ ਰਿਹਾ ਹੈ ਨਾ, ਉਹ ਸਾਰੇ ਪਾਸੇ ਚਾਰੇ ਦਿਸ਼ਾਵਾਂ 'ਚ ਉਹ ਖਿਚਾਈ ਹੋ ਰਹੀ ਹੈ। ਅੱਜ ਤੱਕ ਦੇਖ ਲਓ, ਸੁਨੀਲ ਜਾਖੜ ਸਾਹਿਬ, ਉਹਨਾਂ ਦਾ ਆਪਣਾ ਕੇਸ ਸੀਗਾ, ਉਹ ਵੀ ਦਿੱਲੀ ਡਿਸਕਸ ਹੋਇਆ। ਹਾਈ ਕਮਾਨ ਨੇ ਕਹਿਤਾ ਕਿ ਇਹਨਾਂ ਨੂੰ ਪਹਿਲਾਂ ਮੁਅੱਤਲ ਕਰ ਦੇਣਾ, ਫਿਰ ਹਾਲ ਦਵਾਈ ਕਰਕੇ ਬਚਾਅ ਹੋ ਗਿਆ ਹੈ ਨਾ। ਉਹ ਤੋਂ ਬਾਅਦ ਨਵਜੋਤ ਸਿੱਧੂ ਦਾ ਮਾਮਲਾ ਦਿੱਲੀ ਤੱਕ ਗਿਆ, ਉਹਦੇ 'ਤੇ ਰੌਲਾ ਪਿਆ, ਇਹਨਾਂ ਨੂੰ ਅਸਤੀਫਾ ਦੇਣਾ ਪਿਆ ਹੈ ਨਾ। ਰਾਜਾ ਵੜਿੰਗ ਜੀ ਆ ਗਏ, ਉਸ ਤੋਂ ਬਾਅਦ ਜਾਖੜ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੂਜੇ ਪਾਸੇ ਖਿੱਚ ਕੇ ਲੈ ਗਏ। ਇਹ ਹੁਣ ਦੇਖੋ, ਪਾਰਟੀ ਤਾਂ ਬਹੁਤ ਪੁਰਾਣੀ ਹੈ, ਪਾਰਟੀ ਦਾ ਲੋਕ ਸਤਿਕਾਰ ਕਰਦੇ ਆ, ਬੜਾ ਅੱਛਾ ਕਿ ਇਹਨਾਂ ਨੇ ਕੰਮ ਕੀਤਾ। ਪਰ ਹੁਣ ਇਸ ਵੇਲੇ ਜਿਹੜੀ ਆਪਸੀ ਫੁੱਟ ਆ ਜਿਹੜੀ ਹੈਗੇ, ਹੁਣ ਇੱਕ ਦੂਜੇ 'ਤੇ ਚਿੱਕੜ ਸੁੱਟਣ ਵਾਲੀ ਗੱਲ। ਪਹਿਲਾਂ ਤੁਸੀਂ ਆਪਣਾ ਤਾਂ ਦੇਖੋ ਵੀ ਤੁਸੀਂ ਆਪ ਤਾਂ ਯੂਨਾਈਟ ਨਹੀਂ ਹੋਏ, ਤੇ ਤੁਸੀਂ ਦੂਜੇ ਪਾਸੇ ਕਦੇ ਦਿੱਲੀ ਦੀਆਂ ਗੱਲਾਂ ਕਰਦੇ ਜੇ, ਕਦੇ ਤੀਜੇ ਪਾਸੇ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਜੇ। ਪਹਿਲਾਂ ਆਪਣੇ ਘਰ ਦਾ ਤਾਂ ਬੂਹਾ ਨੂੰ ਚੰਗੀ ਤਰ੍ਹਾਂ ਬੰਦ ਕਰੋ ਕਿ ਇੱਧਰ ਨਾ ਕੋਈ ਚੋਰ ਆਣ ਵੜੇ ਤੇ ਇੱਧਰ ਨਾ ਕੋਈ ਆ ਕੇ ਝਾਤੀਆਂ ਮਾਰੇ, ਉਹ ਨਹੀਂ ਇਹਨਾਂ ਗੱਲ ਕਰ। ਰਾਜਾ ਵੜਿੰਗ ਇੱਕ ਸਟੇਟਮੈਂਟ ਦਿੰਦੇ ਨੇ ਕਿ ਜਿਹੜੇ ਇਹ ਵੱਡੇ ਆਗੂ ਰਹੇ ਨੇ ਕਾਂਗਰਸ ਦੇ, ਇਹਨਾਂ ਦੀ ਆਪਸ ਦੀ ਜਿਹੜੀ ਇਹ ਰੰਜਿਸ਼ ਹੈ, ਆਪਸ ਦੇ ਵਿੱਚ ਜਿਹੜੇ ਝਗੜੇ ਨੇ, ਆਪਸ ਦੇ ਵਿੱਚ ਜਿਹੜੀ ਇਹ ਖਿੱਚਾ ਤਾਣ ਚੱਲਦੀ ਰਹੀ, ਉਸਨੇ ਕਾਂਗਰਸ ਨੂੰ ਹਰਾ ਦਿੱਤਾ ਪੰਜਾਬ ਦੇ। ਗੱਲ ਮੰਨ ਕੇ ਕਰੋ, ਵੈਸੇ ਗੱਲ ਸਹੀ ਕਹਿ ਰਹੇ ਨੇ, ਗੱਲ ਤਾਂ ਮੰਨ ਮੌਕੇ ਦੇ ਉੱਤੇ ਚੋਟ ਮਾਰੀ ਆ। ਰਾਜਾ ਵੜਿੰਗ ਕਿਤੇ ਗੱਲ ਤਾਂ ਬੜੀ ਅੱਛੀ ਕਰਦਾ, ਬਹੁਤ ਸਿਆਣੀ ਗੱਲ ਕੀਤੀ ਹੈ, ਓਕੇ ਹੁੰਦੀ ਆ। ਔਰ ਵਾਕਈ ਇਹ ਤਮਾਸ਼ਾ ਅਸੀਂ ਦੇਖਿਆ ਇਲੈਕਸ਼ਨਸ ਦੇ ਦੌਰਾਨ ਕੀ ਕੁਝ ਨਹੀਂ ਹੋਇਆ, ਔਰ ਹੁਣ ਤੱਕ ਉਹ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ। ਸੋ ਇਹ ਤਾਂ ਚਲੋ ਇੱਕ ਆਪਸੀ ਮਾਮਲਾ ਹੈ। ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਐਕਸਪਰਟਸ ਕਹਿੰਦੇ ਨੇ ਕਿ ਉਹ ਵੀ ਕਿੱਦਾਂ ਬਾਉਂਸ ਬੈਕ ਕਰਨਗੇ, ਉਹ ਵੀ ਕਾਫੀ ਐਨਾਲਿਸਿਸ ਕਰਨ ਦੀ ਲੋੜ ਹੈ, ਉਹਨਾਂ ਨੂੰ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ, ਕੋਖਣ ਦੀ ਲੋੜ ਹੈ, ਮੰਥਨ ਦੀ ਲੋੜ ਹੈ, ਬਹੁਤ ਕੁਝ ਹੋ ਰਿਹਾ। ਖੈਰ, ਹੁਣ ਜਿਹੜੇ ਵਿਚਾਰਾਂ ਦੇ ਵਿੱਚ ਬੈਠੇ ਨੇ ਉਹ ਤਾਂ ਆਮ ਆਦਮੀ ਪਾਰਟੀ ਹੈ, ਬਾਕੀ ਕਿਹਦਾ ਕਦੋਂ ਦਾ ਲੱਗਣਾ ਹੈ ਉਹ ਤਾਂ ਪਤਾ ਨਹੀਂ। ਸੋ ਇਸ ਵਕਤ ਜੋ ਮਾਹਿਰੇ ਮੰਨਦੇ ਨੇ ਕਿ ਜੇ ਮਾਨ ਸਾਹਿਬ ਚਲਾਉਣਾ ਚਾਹੁੰਦੇ ਨੇ ਆਪਣੀ ਸਰਕਾਰ ਨੂੰ ਪੂਰੇ 5 ਸਾਲ ਤੱਕ, ਲੋਕਾਂ ਦਾ ਪੂਰਾ ਸਾਥ ਚਾਹੁੰਦੇ ਨੇ, ਤਾਂ ਜਿੱਦਾਂ ਇਹ ਕਈ ਮਾਹਿਰ ਵੀ ਮੰਨਦੇ ਨੇ, ਸਿਆਸੀ ਪਾਰਟੀਆਂ ਦੇ ਜਿਹੜੇ ਵਿਰੋਧੀ ਧਿਰ ਹੈਗੀਆਂ ਨੇ, ਉਹ ਤਾਂ ਇਹ ਗੱਲ ਕਹਿ ਹੀ ਰਹੀਆਂ ਨੇ, ਸਰੇਆਮ ਕਹਿ ਰਹੀਆਂ ਨੇ ਕਿ ਕੇਜਰੀਵਾਲ ਸਾਹਿਬ ਪਰਦੇ ਦੇ ਪਿੱਛੋਂ ਤੁਣਕਾ ਮਾਰਦੇ ਨੇ ਤੇ ਮਾਨ ਸਾਹਿਬ ਉੱਦਾਂ ਹੀ ਤੁਰਦੇ ਨੇ। ਸੋ ਇਸ ਚੀਜ਼ ਨੂੰ ਮਾਨ ਸਾਹਿਬ ਨੂੰ ਕਲੀਅਰ ਕਰਨਾ ਪੈਣਾ,
ਔਰ ਇੱਕ ਹੱਦ ਮੁਕਰਰ ਕਰਨੀ ਪੈਣੀ ਹੈ ਕਿ ਕਿੱਥੇ ਤੱਕ ਏਰੀਆ ਜਿਹੜਾ ਹੈ ਉਹ ਕੇਜਰੀਵਾਲ ਸਾਹਿਬ ਦਾ ਹੈ ਤੇ ਕਿੱਥੋਂ ਪੰਜਾਬ ਦਾ ਏਰੀਆ ਮਾਨ ਸਾਹਿਬ ਦਾ ਸ਼ੁਰੂ ਹੁੰਦਾ ਹੈ। ਕਿਉਂਕਿ ਦੇਖੋ ਪਾਰਟੀ ਦੇ ਸੁਪਰੀਮੋ ਨੇ, ਠੀਕ ਆ, ਪਾਰਟੀ ਦੀ ਇੱਕ ਦਿਸ਼ਾ ਤਾਂ ਹੋਏਗੀ, ਨਿਰਦੇਸ਼ ਤਾਂ ਮਿਲਣਗੇ ਮਾਨ ਸਾਹਿਬ ਨੂੰ, ਪਰ ਜਿੱਥੇ ਲੋਕ ਇਹ ਸਵਾਲ ਉਠਾ ਰਹੇ ਨੇ ਤੇ ਮਾਨ ਸਾਹਿਬ ਨੂੰ ਜਵਾਬ ਦੇਣਾ ਪਏਗਾ ਕਿ ਮੈਂ ਇਹ ਲਾਲ ਲਕੀਰ ਕਿੱਥੇ ਖਿੱਚੀ ਹੈ, ਇਹ ਲਕਸ਼ਮਣ ਰੇਖਾ ਮੈਂ ਕਿੱਥੇ ਖਿੱਚੀ ਆ, ਕਿੱਥੇ ਤੱਕ ਹੱਦ ਹੈਗੀ ਹੈ। ਸੀਐਮ ਜਿਹੜੇ ਦਿੱਲੀ ਦੇ ਹੈਗੇ ਨੇ ਕੇਜਰੀਵਾਲ ਸਾਹਿਬ, ਉਹਨਾਂ ਦੀ ਐਜ਼ ਅ ਸੁਪਰੀਮੋ, ਔਰ ਕਿੱਥੋਂ ਮੈਂ ਸ਼ੁਰੂ ਹੁੰਦਾ, ਕਿਉਂਕਿ ਉਹ ਦਿੱਲੀ ਦੇ ਸੀਐਮ ਨੇ, ਪੰਜਾਬ ਦੇ ਨਹੀਂ। ਕਿ ਇਹ ਵੀ ਨਹੀਂ ਹੈਗਾ ਕਿ ਮੈਨੂੰ ਅੱਗੇ ਖੜਾ ਕੀਤਾ, ਮੈਂ ਕਠਪੁਤਲੀਆਂ ਤੇ ਪਿੱਛੋਂ ਤੁਣਕਾ ਪੈਂਦਾ ਤੇ ਮੈਂ ਉਦਾਂ ਹੀ ਡਾਂਸ ਕਰਦਾ, ਉਦਾਂ ਹੀ ਨੱਚਦਾ, ਇੱਦਾਂ ਵੀ ਨਹੀਂ ਹੈ। ਇਸ ਗੱਲ ਨੂੰ ਮਾਨ ਸਾਹਿਬ ਨੂੰ ਇੱਕ ਹੀਰੋ ਵਾਕਣ ਅੱਗੇ ਆ ਕੇ ਇਹ ਗੱਲ ਬਿਲਕੁਲ ਕਲੀਅਰ ਕਰਨੀ ਪਏਗੀ ਤਾਂ ਕਿ ਲੋਕਾਂ ਦੇ ਵਿੱਚ ਪਰਸੈਪਸ਼ਨ ਨਾ ਬਣ ਜਾਏ। ਕਿਉਂਕਿ ਰਾਜਨੀਤੀ ਦੇ ਵਿੱਚ ਜੇ ਕੋਈ ਗਲਤ ਪਰਸੈਪਸ਼ਨ ਬਣ ਜਾਂਦੀ ਹੈ, ਕਿ ਗਲਤ ਵਿਚਾਰ ਬਣ ਜਾਂਦਾ ਲੋਕਾਂ ਦੇ ਮਨ ਦੇ ਅੰਦਰ, ਉਸ ਨੂੰ ਤੋੜਨਾ ਨਾਮੁਮਕਿਨ ਹੋ ਜਾਂਦਾ, ਉਹ ਟੁੱਟਦਾ ਹੀ ਨਹੀਂ ਹੈਗਾ ਭਾਵੇਂ ਕਿੰਨੇ ਸਾਲ ਕਿਉਂ ਨਾ ਬੀਤ ਜਾਣ। ਇਸ ਕਰਕੇ ਇਹ ਪਰਸੈਪਸ਼ਨ ਬਣਨੀ ਸ਼ੁਰੂ ਹੋ ਰਹੀ ਆ। ਇਸ ਦਾ ਇਲਾਜ ਮਾਨ ਸਾਹਿਬ ਨੂੰ ਖੁਦ ਨੂੰ ਕਰਨਾ ਪੈਣਾ। ਗੱਲ ਇਹ ਹੈ ਕਿ ਜਦੋਂ ਮਾਨ ਸਰਕਾਰ ਆਈ ਹੈ, ਅਜੇ 50-55 ਦਿਨ ਹੋਏ ਆ ਔਰ ਇਹਨਾਂ ਨੇ ਲਟਕਦੇ ਮਾਮਲੇ ਕੁਛ ਨਾ ਕੁਛ ਹੱਲ ਕੀਤੇ ਨੇ, ਜਿਹਦੇ 'ਚ ਲੋਕ ਖੁਸ਼ ਵੀ ਹੈਗੇ ਆ। ਜੇ ਗੱਲ ਦਿੱਲੀ ਦੀ ਆ, ਕੇਜਰੀਵਾਲ ਸਾਹਿਬ ਦੀ ਗੱਲ ਹੈ, ਪਬਲਿਕ ਓਪੀਨੀਅਨ ਅਜੇ ਇਹਨਾਂ ਗੱਲਾਂ ਤੱਕ ਨਹੀਂ ਆਇਆ। ਜੇ ਆਏ ਆ ਤਾਂ ਵਿਰੋਧੀ ਪਾਰਟੀਆਂ ਦੇ ਨੇਤਾ ਆਏ ਸਾਰੇ, ਇਹ ਗੱਲ ਨੂੰ ਉਹਨਾਂ ਨੇ ਉਛਾਲਿਆ। ਹੋ ਸਕਦਾ ਗੱਲ ਕੁਛ ਨਾ ਕੁਛ ਤਾਂ ਹੋਏਗੀ, ਕੁਛ ਨਾ ਕੁਛ ਤੇ ਦੇ ਅੰਦਰ ਹੋਊਗਾ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚਰਚਾ ਹੈ, ਸੋਸ਼ਲ ਮੀਡੀਆ ਤੇ ਇਹਦੇ ਤੇ ਕੋਈ ਸਹਿਮਤ ਨਹੀਂਗਾ, ਸਿਰਫ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਇਹਨਾਂ ਵੱਲੋਂ ਆਇਆ। ਨਵਜੋਤ ਸਿੱਧੂ ਵੱਲੋਂ ਆ ਰਿਹਾ, ਪ੍ਰਤਾਪ ਸਿੰਘ ਬਾਜਵਾ ਵੱਲੋਂ ਆਇਆ, ਰਾਜਾ ਵੜਿੰਗ ਵੱਲੋਂ ਆ ਰਿਹਾ, ਸਤਪਾਲ ਖਹਿਰਾ ਵੱਲੋਂ ਸ਼ਾਇਦ ਘੱਟ ਆਇਆ ਉਹਨਾਂ ਵੱਲੋਂ ਨਹੀਂ, ਜਿਹੜੇ ਕਿ ਵਿਰੋਧੀ ਨੇਤਾ ਵਾ। ਜੇ ਇਹ ਗੱਲ ਹੁੰਦਾ ਤਾਂ ਲੋਕ ਸੜਕਾਂ ਤੱਕ ਵੀ ਆ ਜਾਂਦੇ। ਇਹ ਗੱਲ ਜਦੋਂ ਉਛਾਲਦੇ ਹੋ ਸਕਦਾ ਕਿ ਇਹ ਪਬਲਿਕ ਨੂੰ ਆਪਣੇ ਗ੍ਰਿਪ ਦੇ ਅੰਦਰ ਲੈ ਸਕਦੇ ਆ ਜਦੋਂ ਤੱਕ ਇਹਨਾਂ ਦੀ ਗੱਲ ਪਹੁੰਚੀ, ਕਿਉਂਕਿ ਕੁਝ ਲੋਕ ਇਹਨਾਂ ਨਾਲ ਜੁੜਦੇ ਵੀ ਆ। ਪਰ ਜਿੱਥੇ ਵੋਟਿੰਗ ਦੀ ਗੱਲ ਆ, ਜਿੱਥੇ ਡੈਮੋਕ੍ਰੇਸੀ ਦੀ ਗੱਲ ਆ, ਉੱਥੇ ਲੋਕ ਸੁਲਝੇ ਲੋਕ ਆ। ਉਹਨਾਂ ਜਿਸ ਤਰ੍ਹਾਂ ਇਹਨਾਂ ਨੂੰ ਬਹੁਮਤ ਦਿੱਤਾ, ਉਸੇ ਤਰ੍ਹਾਂ ਉਸੇ ਬਹੁਮਤ ਦੇ ਉਸੇ ਤਰ੍ਹਾਂ ਫੁੱਲ ਚੜਾ ਰਹੇ ਲੋਕ, ਠੀਕ ਹੈਗੇ ਆ। ਸੋਸ਼ਲ ਮੀਡੀਆ ਤੋਂ ਇਮੀਡੀਏਟ ਪਤਾ ਲੱਗ ਜਾਂਦਾ। ਇੱਕ ਦਿਨ ਰਾਜਾ ਵੜਿੰਗ ਦੀ ਆਈ ਸੀ, ਉਹਦੇ 'ਤੇ ਉਹਨੇ ਕਿਹਾ ਸੀ ਕਿ ਤੁਸੀਂ ਇਹ ਦੱਸੋ ਕਿ ਸਰਕਾਰ ਕਿਹੜੀ ਚੰਗੀ ਹੈ ਇਹਦੇ 'ਚ, ਜੇ ਕਾਂਗਰਸ ਰਹੀ ਆ ਉਹ ਆ ਤਾਂ ਜਿਹੜੀ ਮੌਜੂਦਾ ਸਰਕਾਰ ਇਹ 'ਚ ਕੀ ਆ। ਤੇ ਲੋਕਾਂ ਵੱਲੋਂ ਬਹੁਤ ਸੀਗਾ, ਲੋਕਾਂ ਵੱਲੋਂ ਜੋ ਕੁਝ ਸੀਗਾ, ਲੋਕਾਂ ਨੇ ਕਿਹਾ ਕਿ ਜੋ ਅਸੀਂ ਦੇਖ ਰਹੇ ਹਾਂ, ਇਹਨਾਂ ਦੇ ਕੰਮ ਦੇਖ ਰਹੇ ਹਾਂ, 1 ਬਾਈ 1 ਲੋਕਾਂ ਦੇ ਠੀਕ ਸੀਗੇ। ਜਿਹੜੇ ਕੁਛ ਇਹਨਾਂ ਦੇ ਫੇਵਰ ਵਿੱਚ ਹੋਣਗੇ, ਕੁਛ ਨਾ ਕੁਛ ਲੋਕ ਤਾਂ ਹੁੰਦੇ ਆ। ਚਲੋ ਇਹ ਗੱਲ ਹੈਗੀ, ਉਹਨਾਂ ਨੇ ਵੇਖਿਆ ਵੀ ਲੋਕ ਕਿੱਥੇ ਸਟੈਂਡ ਕਰਦੇ ਆ। ਪਰ ਜੇ ਸੋਸ਼ਲ ਮੀਡੀਆ ਤੇ ਇੱਕ ਵੀ ਇਸ਼ੂ ਪੈ ਜਾਂਦਾ ਗੌਰਮੈਂਟ ਲਈ, ਲੋਕ ਉਸੇ ਵੇਲੇ ਦੱਸਦੇ ਆ। ਅਖਬਾਰਾਂ ਨਾਲੋਂ ਵੱਧ ਲੋਕਾਂ ਦੇ ਜਿਹੜੇ ਉੱਥੇ ਆਉਣਗੇ, ਕਿਉਂਕਿ ਜਿਹੜੇ ਲੋਕ ਦੂਰ ਬੈਠੇ ਆ, ਅੱਜ ਕੱਲ੍ਹ ਮੋਬਾਈਲ ਸਾਰਿਆਂ ਕੋਲ, ਸੋਸ਼ਲ ਮੀਡੀਆ ਨਾਲ ਜੁੜੇ ਵੀ ਆ, ਫੇਸਬੁੱਕ ਤੇ ਸਭ ਕੁਝ ਹੁੰਦਾ। ਪਰ ਜੇ ਗੱਲ ਇਹਨਾਂ ਨੇ ਕੀਤੀ ਆ ਕਿ ਕੇਜਰੀਵਾਲ ਇਹ ਕਰ ਰਹੇ ਆ, ਉਹ ਪੰਜਾਬ ਪੁਲਿਸ ਦੇ ਰਾਹੀਂ ਚੱਲ ਰਹੀ ਹੈ, ਸਾਰਾ ਕੁਝ ਹੈਗਾ। ਪਰ ਉਦੋਂ ਇਹ ਤੀਜਾ ਫਰੰਟ ਨਹੀਂ ਸੀਗਾ ਜਦੋਂ ਅਕਾਲੀ ਦਲ ਸੀਗਾ ਪਾਰਟੀ ਤੇ, ਉਦੋਂ ਕਾਂਗਰਸ ਸੀਗੀ ਤੇ ਇਹਨਾਂ ਦੀ ਗਿਣੀ ਮੱਥੀ ਦੋਨਾਂ ਪਾਰਟੀਆਂ ਦੀ ਚੱਲਦੀ ਸੀ। ਉਦੋਂ ਇਹ ਕ੍ਰਿਟਿਸਾਈਜ਼ ਨਹੀਂ ਸੀ ਹੁੰਦਾ, ਇਹ ਆਲੋਚਨਾ ਨਹੀਂ ਸੀ ਹੁੰਦੀ। ਹੁਣ ਤੀਜਾ ਫਰੰਟ ਵਿੱਚ ਆ ਗਿਆ ਤੇ ਦੋ ਖਾਲੀ ਪਾਰਟੀਆਂ ਵਾ, ਉਹਨਾਂ ਨੇ ਇਹ ਬਲੇਮ ਕਰਨਾ ਹੀ ਹੈ, ਕਰਨਾ ਬਣਦਾ ਵੀ ਉਹਨਾਂ ਦਾ, ਕਿਉਂਕਿ ਜੋ ਨਹੀਂ ਕਰਨਗੇ ਤੇ ਹੋ ਸਕਦਾ ਹੈ ਇਹ ਤਾਨਾਸ਼ਾਹੀ ਦਾ ਅਖਤਿਆਰ ਹੋ ਸਕਦਾ। ਕਿਉਂਕਿ ਹੁਣੇ ਹੀ ਇਹਨਾਂ ਦਾ ਇੱਕ ਅਮਰਕੋਟ ਇਲਾਕਾ ਵਾ, ਉਹਦੇ 'ਚ ਵਿਧਾਇਕ ਸੀਗੇ ਜਸਵੰਤ ਸਿੰਘ ਅਮਰਕੋਟ ਤੋਂ, ਉਹਨਾਂ 'ਤੇ CBI ਦਾ ਰੇਡ ਹੋਇਆ ਉਹਨਾਂ 'ਤੇ। ਉਹਨਾਂ ਨੇ ਕਿਹਾ ਬ੍ਰਦਰ ਦੀ ਕੰਪਨੀ ਤਾਰਾ ਕੰਪਨੀ ਕੋਈ ਹੈਗੀ, ਉਹਦੇ 'ਚ ਉਹਨਾਂ ਕੋਲੋਂ ਵੀ ਕੁਝ ਕਰੰਸੀ ਫੜੀ ਗਿਆ, ਖਾਲੀ ਚੈੱਕ ਫੜੇ ਗਏ ਆ, ਕਈ ਕੁਝ ਹੋਇਆ। ਕੱਲ੍ਹ ਦਾ ਹੀ ਖਬਰ ਸੀਗੀ ਇਹ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ, ਕਿਉਂਕਿ ਜਦੋਂ ਇਹ ਉਪਾਧੀ ਧਾਰਨ ਕਰਦੇ ਆ, ਜਦੋਂ MLA ਬਣਦੇ ਜਾਂ ਮੰਤਰੀ ਬਣਦੇ ਆ, ਉਦੋਂ ਹੀ CBI ਦੇ ਕੇਸ ਹੁੰਦੇ ਆ, ਉਦੋਂ ਹੀ ਸਾਰਾ ਕੁਝ ਹੁੰਦਾ। ਜਦੋਂ ਪਹਿਲੋਂ ਕਿਉਂ ਨਹੀਂ ਹੁੰਦੇ? ਇਸ ਕਰਕੇ ਆ ਕਿ ਕੁਝ ਨਾ ਕੁਝ ਤੇ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਗੱਲ ਤਾਂ ਹੁੰਦੀ ਆ। ਔਰ ਉਹ ਗੱਲ ਦੇਖੋ, ਹੁਣ ਉਹ ਪਹਿਲੇ ਤੇ ਗੱਲ ਹੋਈ, ਆਪੋਜੀਸ਼ਨ ਉਹਦੇ 'ਤੇ ਬੋਲੇ ਆ, ਬੋਲਣਗੇ ਵੀ, ਬਣਦਾ ਵੀ ਉਹਨਾਂ ਦਾ, ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਦੇ ਵਿੱਚ ਜੇ ਕੋਈ ਗਲਤ ਕੰਮ ਕਰਦੇ ਆ ਤਾਂ ਉਹ ਲੋਕਾਂ ਦੇ ਲਈ ਖਤਰਾ ਮੁੱਲ ਲੈਣ ਵਾਲੀ ਗੱਲ ਹੁੰਦੀ ਹੈ। ਔਰ ਇਸੇ ਤਰ੍ਹਾਂ ਹੀ ਇਹ ਗੱਲ ਜਿਹੜੀ ਹੁਣ ਇਸ ਵੇਲੇ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ, ਉਹ ਠੀਕ ਹੈ ਕਿ ਕਿਉਂਕਿ ਉਹ ਮੁੱਖ ਮੰਤਰੀ ਤੇ ਦਿੱਲੀ ਦੇ ਆ, ਸੁਪਰੀਮੋ ਉੱਥੋਂ ਦੇ ਹੈਗੇ ਆ। ਜੇ ਡਿਸਾਈਡ ਕਰਨਾ ਤੇ ਇਹਨਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਆਪ ਡਿਸਾਈਡ ਕਰਨਾ ਚਾਹੀਦਾ। ਉਸ ਤਰ੍ਹਾਂ ਗੱਲ ਕਰਨੀ, ਕੋਈ ਸਲਾਹ ਮਸ਼ਵਰਾ ਕਰਨਾ ਤਾਂ ਉਹ ਕਮਿਊਨੀਕੇਸ਼ਨ ਫੋਨ ਤੇ ਕਰ ਸਕਦੇ ਆ। ਜਦੋਂ ਨਾਮ ਲਸ਼ਕਰ ਲੈ ਕੇ ਜਾਣਾ ਉੱਥੇ ਕੋਈ ਚੰਗਾ ਗੱਲ ਨਹੀਂ ਲੱਗਦਾ। ਇਹ ਲੋਕਾਂ ਨੇ ਕ੍ਰਿਟਿਸਾਈਜ਼ ਕੀਤਾ, ਆਲੋਚਨਾ ਕੀਤੀ। ਬਿਲਕੁਲ, ਸਲਾਹ ਲੈਣਾ ਵੱਖਰੀ ਗੱਲ ਹੈ। ਪਹਿਲਾਂ ਬਣਦੀ ਗੱਲ ਇਹ ਹੈਗੀ ਕਿ ਚਲੋ ਇਹਨਾਂ ਨੇ ਜੇ ਹੋ ਸਕੇ ਕਿ ਇੱਕ ਵੱਡਾ ਸੂਬਾ ਵਾ ਪੰਜਾਬ, ਕਈ ਵਾਰੀ ਸਲਾਹ ਜੇ ਇੱਕ ਅੱਧੀ ਵਾਰੀ ਲਈਏ, ਜੇ ਦੁਬਾਰਾ ਲੈਣਗੇ ਤੇ ਇਹਦੀ ਆਲੋਚਨਾ ਰੱਜ ਕੇ ਹੋਊਗੀ, ਲੋਕ ਕਰਨਗੇ, ਕਿਉਂਕਿ ਇਹ ਹੈਗਾ।
ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ ਕਿ ਇੱਥੇ ਬੜੇ ਅਰਥ ਸ਼ਾਸਤਰੀ ਬੈਠੇ ਆ, ਫਿਲਾਸਫਰ ਬੈਠੇ ਆ, ਇੰਟੈਲੈਕਚੁਅਲ ਬੈਠੇ ਆ, ਇੱਥੇ ਹੈੱਡ ਬੈਠੇ ਆ, ਬੜਾ ਕੁਝ ਪੰਜਾਬ ਨੂੰ ਜਾਣਨ ਵਾਲੇ ਬੈਠੇ ਆ, ਔਰ ਸਾਰੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਦੇਖ ਲਓ, ਕਮਰਸ ਦੇ ਪ੍ਰੋਫੈਸਰ ਆ, ਇਕਨੋਮਿਕਸ ਦੇ ਪ੍ਰੋਫੈਸਰ ਬੈਠੇ ਆ, ਜਿਨ੍ਹਾਂ 'ਚੋਂ ਇਹ ਨਹੀਂ ਜ਼ਰੂਰੀ ਵੀ ਉੱਥੇ ਲਾਮ ਲਸ਼ਕਰ ਲੈ ਕੇ ਜਾਣ, ਜਾਣੀ ਕਿ ਐਡਵਾਈਜ਼ਰੀ ਬੋਰਡ ਬਣਾ ਕੇ, ਯੋਜਨਾ ਬੋਰਡ ਬਣਾ ਕੇ ਉਹਦੇ 'ਚ ਕਰ ਲੈਣ, ਤਾਂ ਕਿ ਇਹਨਾਂ ਯੋਜਨਾ ਬੋਰਡ ਦਾ ਹੁਣ ਭੰਗ ਕਰ ਦਿੱਤਾ, ਜਿਹਦੇ ਰਜਿੰਦਰ ਕੌਰ ਭੱਠਲ ਜੀ ਸੀਗੇ ਚੇਅਰਮੈਨ, ਕਿਉਂਕਿ ਉਹਨਾਂ ਕੋਲ ਕੋਠੀਆਂ ਖਾਲੀ ਕਰਵਾ ਲਈਆਂ, ਉਹ ਵੀ 25 ਸਾਲ ਕੋਠੀਆਂ ਦੇ ਵਿੱਚ ਰਹੇ, ਸਵਿਮਿੰਗ ਪੂਲ ਰਹੇ ਉਹਨਾਂ ਕੋਲ ਲਾਈਟਾਂ, ਉਹਨਾਂ ਕੋਲ ਪੱਖੇ, ਉਹਨਾਂ ਕੋਲ ਗੱਡੀਆਂ, ਉਹਨਾਂ ਕੋਲ ਸਿਕਿਉਰਿਟੀ, ਬੜਾ ਕੁਝ ਸਾਰਾ ਬਿੱਲ ਇਹ ਦਿੰਦੇ ਰਹੇ। ਸਿਰਫ ਮੈਡਮ ਰਜਿੰਦਰ ਕੌਰ ਭੱਠਲ ਨਹੀਂ, ਬਾਕੀਆਂ ਕੋਈ ਇਹਨਾਂ ਛੜਾਇਆ ਬਹੁਤ ਕੋਲੋਂ, ਕਿਉਂਕਿ ਉਹ ਬੈਠੇ ਸੀ। ਔਰ ਇਹ ਬਹੁਤ ਵੱਡੀ ਗੱਲ ਹੈਗੀ ਆ, ਬੜਾ ਵੱਡਾ ਜਿਹੜਾ ਮੁੱਦਾ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ, ਜਿਸ 'ਚ ਪੈਨਸ਼ਨਾਂ ਬੰਦ ਕੀਤੀਆਂ, ਜਿਹਦੇ 'ਚ ਸਿਕਿਉਰਿਟੀ ਹਟਾਈ ਗਈ, ਗੱਡੀਆਂ ਵਾਪਸ ਲਈਆਂ, ਜਿਹਦੇ 'ਚ ਇਹਨਾਂ ਕੋਲ ਕੋਠੀਆਂ ਵਾਪਸ ਕੀਤੀਆਂ। ਹੁਣ ਜਿਹੜੇ ਲੋਕ ਆਪਾਂ ਅੱਗੇ ਗੱਲ ਕਰ ਰਹੇ ਵੀ ਲੋਕ ਵਿਚਾਰੇ ਇੱਕ ਛੱਤ ਥੱਲੇ ਰਾਤ ਦੇ ਸਾਹ ਲੈਂਦੇ ਆ, ਉਹਦੇ 'ਚ ਉਹਨਾਂ ਨੂੰ ਪੱਖਾ ਨਹੀਂ, ਉੱਥੇ ਬਿਜਲੀ ਨਹੀਂ, ਤੇ ਇਹ ਇਹਨਾਂ ਦੇ ਪੱਖੇ ਵੀ ਚੱਲਦੇ ਨੇ, ਏਸੀ ਵੀ ਚੱਲਦੇ ਰਹਿੰਦੇ, ਸਾਰਾ ਕੁਝ। ਉਹ ਕਿੱਧਰੋਂ ਚੱਲ ਇੱਕ ਵੱਡੀ ਗੱਲ ਇਹ ਵੀ ਹੋਈ ਬਲਕਾਰ ਜੀ ਕਿ ਜਿਹੜਾ ਇਹ ਇਨਕਮ ਟੈਕਸ ਸੀਗਾ ਉਹ ਵੀ ਸਾਡੀ ਜੇਬ 'ਚੋਂ ਜਾਂਦਾ ਸੀ, ਉਹ ਵੀ ਰੋਕ ਦਿੱਤਾ ਉਹਨਾਂ ਨੇ। ਫਿਰ ਇਹਦੇ ਮਾਨ ਸਰਕਾਰ ਨੇ ਕੀਤਾ ਨਹੀਂ ਕੁਝ ਕੀਤਾ, ਬੜਾ ਵੱਡਾ ਡੇਅਰਿੰਗ ਸਟੈਪ ਆ। ਔਰ ਇਹ ਇੱਕ ਗੱਲ ਹੈਗੀ, ਇਹ ਡਿਫਰੈਂਸ਼ੀਏਟ ਕਰਨਾ ਔਖਾ ਸੀ, ਕਿਉਂਕਿ ਇਹ ਆਪ ਖੁਦ ਪਹਿਲਾਂ ਮੈਂਬਰ ਪਾਰਲੀਮੈਂਟ ਰਹੇ ਆ, ਫਿਰ ਹੁਣ ਮੁੱਖ ਮੰਤਰੀ ਆ, ਇਹਨਾਂ ਦੀਆਂ ਪੈਨਸ਼ਨਾਂ ਤਾਂ ਆਪ ਬਣਦੀਆਂ, ਪਰ ਇਹ ਇਸ ਕਰਕੇ ਨਹੀਂ ਸੀ ਕੱਟਦੀਆਂ, ਜਾਂ ਇਸ ਕਰਕੇ ਡਿਸੀਜਨ ਨਹੀਂ ਸੀ ਲੈ ਜਾਂਦੇ, ਇਸ ਕਰਕੇ ਮੁੱਦਾ ਨਹੀਂ ਸੀ ਪਾਇਆ ਜਾਂਦਾ ਕਿ ਉਹਦੀ ਜੇਬ 'ਚੋਂ ਜਾਂਦੇ ਸੀ ਜੋ ਇਹਨੂੰ ਅੱਗੇ ਲਿਆਉਂਦਾ ਸੀ। ਇਸ ਕਰਕੇ ਕਦੇ ਵੀ ਕਿਸੇ ਨੇ ਇਸ਼ੂ ਨਹੀਂ ਕੀਤਾ। ਤੁਹਾਡੇ ਮੇਰੇ ਵਰਗੇ ਆਮ ਲੋਕ ਇੱਦਾਂ ਦੇ ਫੇਸਬੁੱਕ 'ਤੇ ਉਹਦੇ 'ਤੇ ਪਾਉਂਦੇ ਸੀਗੇ, ਪੋਸਟਾਂ ਪਾਉਂਦੇ ਸੀ ਵੀ ਇਹਨੂੰ ਹਟਾਓ, ਇਹ ਪਾਓ, ਜਾਂਚਕਾਂ ਵੀ ਗਈਆਂ, ਕੋਰਟਾਂ 'ਚ ਵੀ ਗਏ ਲੋਕ, ਪਰ ਡਿਸੀਜਨ ਤਾਂ ਫਿਰ ਵੀ ਜਿਹੜੇ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਨੇ ਲੈਣਾ ਸੀ, ਉਹਨਾਂ ਨੇ ਲੈ ਲਿਆ। ਤਾਂ ਲੋਕ ਇੱਥੇ ਖੁਸ਼ ਹੋ ਗਏ। ਆਪਾਂ ਕਹਿੰਦੇ ਨੇ ਲੋਕ ਕਈ ਗੱਲਾਂ 'ਤੇ ਦੁਖੀ ਨਹੀਂ, ਲੋਕਾਂ ਦੇ ਮਨਾਂ 'ਚ ਜਿਹੜੀਆਂ ਸੀ ਗੱਲਾਂ ਕਾਫੀ ਪੂਰੀਆਂ ਹੋ ਗਈਆਂ। ਜਿਸ ਤਰ੍ਹਾਂ ਤੁਸੀਂ ਪੜ੍ਹੇ ਲਿਖੇ ਜੇ, ਮੈਂ ਪੜ੍ਹਿਆ, ਔਰ ਲੋਕ ਦੁਨੀਆ ਪੜ੍ਹੀ ਹੈਗੀ ਆ, ਲੋਕਾਂ ਨੂੰ ਪਤਾ ਹੈਗਾ ਕਿ ਕੰਮ ਜਿਹੜੇ ਹੋਣ ਵਾਲੇ ਸੀ ਉਹ ਕਰ ਗਏ। ਬਾਕੀ ਗੱਲ ਹੈਗੀਆਂ, ਨੌਕਰੀਆਂ ਵੀ ਉਹਨਾਂ ਨੇ ਕਰ ਦਿੱਤੀਆਂ, ਜਿੰਨੀਆਂ ਕਿ ਸ਼ੁਰੂ ਕਰਨੀਆਂ ਸੀਗੀਆਂ, ਜਿੰਨੀਆਂ ਕਿ ਉਹਨਾਂ ਨੂੰ ਪਤਾ ਲੱਗਦਾ ਕਿ ਜਿੱਥੇ ਖਾਲੀ ਹੈਗੀ, ਜਿੱਥੇ ਲੋਕ ਬੇਰੁਜ਼ਗਾਰ ਹੈ, ਜਿੱਥੇ ਲੋਕਾਂ ਨੂੰ ਨੌਕਰੀ ਚਾਹੀਦੀ ਹੈ, ਕੁਝ ਨਾ ਕੁਝ ਤਾਂ ਕੰਮ ਹੋਇਆ। ਹੁਣ ਉਹ ਤਾਂ ਹੈਗਾ ਕੰਮ ਵੀ ਇੰਨਾ ਵੱਡਾ ਜਿਹੜਾ ਖਲਜਗਣਾ ਇਹਨੂੰ ਸਮੇਟਣਾ ਸੌਖੀ ਗੱਲ ਨਹੀਂ ਹੁੰਦੀ, ਵੱਡੀ ਗੱਲ ਪੈਸੇ ਦੀ ਗੱਲ ਹੈ। ਬਿਲਕੁਲ ਪੈਸੇ ਦੀ ਗੱਲ ਹੈ, ਨਾਲ ਪੈਸੇ ਦੀ ਗੱਲ ਹੈ, ਨਾਲ ਪਾਲਿਸੀ ਦੀ ਗੱਲ ਹੈ, ਕਿਉਂਕਿ ਸਾਡੇ ਕੋਲ ਇਸ ਵਕਤ ਐਗਰੀਕਲਚਰ ਨੂੰ ਵੀ ਅਸੀਂ ਸਟਰੋਂਗ ਕਰਨਾ, ਉਹਦੇ ਵਾਸਤੇ ਸਾਨੂੰ ਚਾਹੀਦੀ ਇੰਡਸਟਰੀ ਚਾਹੀਦੀ ਹੈ ਜਿਹੜੀ ਐਗਰੋ ਬੇਸਡ, ਐਗਰੀਕਲਚਰ ਖੇਤੀਬਾੜੀ ਦੇ ਉੱਤੇ ਆਧਾਰਿਤ ਸਾਨੂੰ ਇੰਡਸਟਰੀ ਚਾਹੀਦੀ ਆ, ਜੋ ਕਿ ਖੇਤੀਬਾੜੀ ਤੋਂ ਕੱਚਾ ਮਾਲ ਲਵੇ ਔਰ ਉਸ ਨੂੰ ਡਿਵੈਲਪ ਕਰੇ। ਉਹਦੇ ਵਿੱਚ ਆਏਗੀ ਕਾਟੇਜ ਇੰਡਸਟਰੀ ਆ ਸਕਦੀ ਹੈ, ਐਗਰੋ ਬੇਸਡ ਇੰਡਸਟਰੀ, ਕਾਟੇਜ ਇੰਡਸਟਰੀ, ਮਤਲਬ ਲੋਕਾਂ ਨੂੰ ਰੋਜ਼ਗਾਰ ਮਿਲੇ। ਸੋ ਉਹਦੇ ਵਾਸਤੇ ਪੂੰਜੀ ਨਿਵੇਸ਼ ਵੀ ਚਾਹੀਦਾ। ਤਾਂ ਇਸ ਕਰਕੇ ਸਾਨੂੰ ਪੋਲੀਟੀਕਲੀ ਇੱਦਾਂ ਦਾ ਵਾਤਾਵਰਣ ਬਣਾਉਣਾ ਪਏਗਾ ਜਿਹਦੇ ਉੱਤੇ ਲੋਕ ਵਿਸ਼ਵਾਸ ਕਰ ਸਕਣ, ਸਟੇਬਿਲਿਟੀ ਹੋਵੇ, NRIs ਵੀ ਆ ਕੇ ਪੂੰਜੀ ਲਗਾਉਣ। ਔਰ ਉਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਪਾਲਿਸੀਜ਼ ਵੀ ਹੋਣ ਕਿ ਜਿਹੜੇ ਪੰਜਾਬ ਦੇ ਅੰਦਰ ਵੀ ਅਮੀਰ ਲੋਕ ਹੈਗੇ ਨੇ ਉਹ ਵੀ ਪਾਲਿਸੀਆਂ ਦੇ ਵਿੱਚ ਪੈਸਾ ਲਗਾਉਣ, ਤਾਂ ਕਿ ਪੰਜਾਬ ਦੇ ਵਿੱਚ ਇੰਡਸਟਰੀ ਡਿਵੈਲਪ ਕੀਤੀ ਜਾ ਸਕੇ, ਤਾਂ ਕਿ ਰੋਜ਼ਗਾਰ ਪੈਦਾ ਹੋ ਸਕਣ। ਨਾਲ ਦੇ ਨਾਲ ਹਰ ਤਰ੍ਹਾਂ ਦੇ ਸਟੂਡੈਂਟਸ ਵਾਸਤੇ, ਹਰ ਤਰ੍ਹਾਂ ਦੀ ਐਜੂਕੇਸ਼ਨ ਵਾਸਤੇ, ਹਰ ਤਰ੍ਹਾਂ ਦੇ ਵਿਸ਼ੇ ਵਾਸਤੇ ਸਾਡੇ ਕੋਲ ਰੋਜ਼ਗਾਰ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਵੱਖੋ ਵੱਖ ਚੀਜ਼ਾਂ, ਜਿਵੇਂ ਖੇਤੀਬਾੜੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਵੱਖੋ ਵੱਖ ਫਸਲਾਂ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਹਰ ਤਰ੍ਹਾਂ ਦੀ ਵੰਨ ਸੁਵੰਨਤਾ ਹੋਣੀ ਚਾਹੀਦੀ ਹੈ, ਤਾਂ ਕਿ ਹਰ ਚੀਜ਼ ਸਾਨੂੰ ਖੁਰਾਕ ਦੇ ਰੂਪ 'ਚ ਮਿਲ ਸਕੇ। ਠੀਕ ਉਸੇ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਵਿਸ਼ੇ ਨੇ, ਅਨੇਕਾਂ ਤਰ੍ਹਾਂ ਦੇ ਸਟਰੀਮਸ ਨੇ ਜਿਹਦੇ 'ਚ ਲੋਕ ਜਾ ਕੇ ਪੜ੍ਹਾਈ ਲਿਖਾਈ ਕਰਦੇ ਨੇ, ਤਾਂ ਹਰ ਸਟਰੀਮ ਦੇ ਵਾਸਤੇ ਸਾਡੇ ਕੋਲ ਨੌਕਰੀਆਂ ਵੀ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਸਰਬਪੱਖੀ ਵਿਕਾਸ ਹੋਵੇ ਪੰਜਾਬ ਦਾ, ਔਰ ਮਨੁੱਖ ਦਾ ਵੀ ਸਰਬਪੱਖੀ ਵਿਕਾਸ ਹੋਵੇ। ਸੋ ਹਰ ਚੀਜ਼ ਦੇ ਉੱਤੇ ਸਾਨੂੰ ਧਿਆਨ ਦੇਣਾ ਪੈਣਾ, ਔਰ ਉਸ ਦੀ ਲੋੜ ਵੀ ਹੈ। ਜਿਸ ਤਰ੍ਹਾਂ ਅਸੀਂ ਮਾਂ ਦੀ ਸਿੱਖਿਆ ਦੀ ਗੱਲ ਕੀਤੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਮਦਰਸ ਡੇ ਦੇ ਉੱਤੇ, ਠੀਕ ਉਸੇ ਤਰ੍ਹਾਂ ਹੀ ਪੰਜਾਬ ਵੀ ਸਾਡੀ ਮਾਂ ਹੈ। ਤਾਂ ਇਹਦੇ ਵਿੱਚ ਜਿਹੜੀ ਹਰ ਤਰ੍ਹਾਂ ਦੀ ਸਿੱਖਿਆ ਹੈ, ਉਹ ਹਰ ਤਰ੍ਹਾਂ ਦੀ ਸਿੱਖਿਆ ਨੂੰ ਅੱਗੇ ਲਿਆਉਣਾ, ਪ੍ਰਫੁੱਲਿਤ ਕਰਨਾ, ਹਰ ਤਰ੍ਹਾਂ ਦੀ ਸਿੱਖਿਆ ਦਾ ਵਿਕਾਸ ਕਰਨਾ, ਤਾਂ ਕਿ ਸਰਬਪੱਖੀ ਵਿਕਾਸ ਹੋਵੇ, ਲੋਕਾਂ ਦਾ ਵੀ, ਸਾਡੇ ਸੂਬੇ ਦਾ ਵੀ, ਔਰ ਹਰ ਤਰ੍ਹਾਂ ਦੀ ਨੌਕਰੀ ਪੈਦਾ ਕੀਤੀ ਜਾਣੀ ਜ਼ਰੂਰੀ ਹੈ, ਤਾਂ ਕਿ ਹਰ ਤਰ੍ਹਾਂ ਦਾ ਰੋਜ਼ਗਾਰ ਹੋਵੇ ਸਾਡੇ ਕੋਲ। ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਉਹਦੇ ਕਰਕੇ ਸਾਡੇ ਐਗਰੀਕਲਚਰ ਨੂੰ ਵੀ ਡਿਵੈਲਪ ਕਰਨਾ ਪੈਣਾ। ਹਾਲਾਂਕਿ ਐਗਰੀਕਲਚਰ ਆਪਣੇ ਪੂਰੇ ਪੋਟੈਂਸ਼ੀਅਲ 'ਤੇ ਪਹੁੰਚ ਚੁੱਕਾ ਹੈ, ਫਿਰ ਵੀ ਇਹਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਜਦੋਂ ਅਸੀਂ ਐਗਰੀਕਲਚਰ ਦੇ ਉੱਤੇ ਆਧਾਰਿਤ ਇੰਡਸਟਰੀ ਨੂੰ ਲੈ ਕੇ ਆਉਂਦੇ ਹਾਂ। ਅਤੇ ਨਾਲ ਸਾਡਾ ਖੜਾ ਹੋਏਗਾ ਸਰਵਿਸ ਸੈਕਟਰ। ਜਦੋਂ ਤਿੰਨੋਂ ਚੀਜ਼ਾਂ ਕਮਾਲ ਦਾ ਕੰਮ ਕਰਨਗੀਆਂ ਤਾਂ ਆਪਣੇ ਆਪ ਰੋਜ਼ਗਾਰ ਪੈਦਾ ਹੋਣਾ, ਤਾਂ ਗਰੀਬੀ ਵੀ ਦੂਰ ਹੋਏਗੀ, ਕਿਉਂਕਿ ਜਦੋਂ ਸਾਰੇ ਹੱਥਾਂ ਕੋਲ ਕੰਮ ਹੈ ਤਾਂ ਆਪਣੇ ਆਪ ਇਨਕਮ ਜਨਰੇਟ ਹੋਏਗੀ, ਤਾਂ ਇਨਕਮ ਜਦੋਂ ਮਿਲੇਗੀ, ਤਨਖਾਹ ਆਏਗੀ, ਪੈਸਾ ਆਏਗਾ ਜੇਬ ਦੇ ਵਿੱਚ, ਗਰੀਬੀ ਦੂਰ ਹੋਏਗੀ।
ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਔਰ ਇਹਦੇ 'ਚ ਆਪਾਂ ਨੂੰ ਪਤਾ ਕਿ ਇਹਦੀ ਕੰਟਰੀਬਿਊਸ਼ਨ ਜਿਹੜੀ ਹੈਗੀ ਆ ਦਿੱਲੀ ਦੇ ਭੰਡਾਰ 'ਚ, ਜਿਹਨੂੰ ਸੈਂਟਰ ਦਾ ਭੰਡਾਰ ਕਹਿੰਦੇ, ਉਹ 'ਚ 60% ਹੈ। ਔਰ ਉਹਦੇ 'ਚ ਮੇਨ ਫਸਲਾਂ ਤਾਂ ਆਪਾਂ ਨੂੰ ਪਤਾ ਲੱਗਦਾ ਰਿਹਾ ਕਿ ਝੋਨਾ ਤੇ ਕਣਕ। ਹੁਣ ਜਿਹੜੀ ਸਾਉਣੀ ਦੀ ਫਸਲ ਆ ਰਹੀ ਫਿਰ ਖਰੀਫ, ਜਿਹਦੇ ਵਿੱਚ ਝੋਨਾ ਲੱਗ ਰਿਹਾ, ਉਹ 22 ਤਰੀਕ ਦਾ ਅਨਾਉਂਸ ਹੋ ਗਿਆ ਤੇ ਜ਼ੋਨ ਵੰਡੇ ਗਏ ਆ, ਕਿਉਂਕਿ ਧਰਤੀ ਦੇ ਥੱਲੇ ਜਿਹੜਾ ਪਾਣੀ ਸੀ ਬਹੁਤ ਥੱਲੇ ਦੂਰ ਚਲੇ ਗਿਆ। ਤਾਂ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਬਾਰੇ ਗੱਲ ਹੋਈ, ਉਹਦੇ 'ਚ ਵੀ ਜਿਹੜੀ ਆ ਮਾਨ ਸਰਕਾਰ ਨੇ ਕਿਹਾ ਵੀ ਪਰ ਏਕੜ 1500 ਰੁਪਏ ਦਿੱਤਾ ਜਾਊਗਾ, ਪਰ ਅਸੀਂ MSP ਦੂਜੀ ਦੇਵਾਂਗੇ, ਜਿਹਦੇ 'ਚ ਮੂੰਗੀ ਆ, ਜਿਹਦੇ 'ਚ ਮੱਕੀ ਆ, ਜਿਹਦੇ 'ਚ ਦਾਲਾਂ ਵਾ, ਜਿਹਦੇ 'ਚ ਸਰੋਂ ਆ, ਤੇਲਾਂ ਵਾਲੇ ਬੀਜ ਆ, ਉਹਨਾਂ ਦੇ ਅਸੀਂ MSP ਦੇਵਾਂਗੇ ਸਰਕਾਰ ਪੰਜਾਬ ਵੱਲੋਂ। ਤੇ ਜਿਹੜੀ ਸੈਂਟਰ ਦੀ ਸਰਕਾਰ ਉਹਦੇ 'ਚ ਜਿਹੜੀ MSP ਆ, ਜਿਹਦੇ 'ਚ ਉਹ ਫਿਕਸ ਕਰਦੇ ਆ ਰੇਟ, ਉਹ ਅਜੇ ਤੱਕ ਕਮੇਟੀ ਨੇ ਅਜੇ ਕੁਝ ਨਹੀਂ ਕੀਤਾ। ਉਸ ਕਮੇਟੀ 'ਚ ਇਹ ਚਾਹੁੰਦੇ ਸੀ ਕਿ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ, ਉਹਨਾਂ 'ਚੋਂ ਨੁਮਾਇੰਦੇ ਲਏ ਜਾਣ। ਪੰਜਾਬ ਦੇ ਕਿਸਾਨ ਇਸ ਗੱਲ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਉਹ ਚਾਹੁੰਦੇ ਹੋਰ ਤਰੀਕੇ ਨਾਲ ਸੀਗਾ ਕਿ ਪਾਰਟੀ ਜਿਹੜੀ ਆ, ਕਮੇਟੀ ਜਿਹੜੀ ਆ, ਉਹ ਸਾਡੇ ਬੰਦੇ ਅੱਜ ਇੱਥੋਂ ਲੈ ਜਾਣਗੇ। ਉਹਨਾਂ ਦੀ ਕਮੇਟੀ ਅਜੇ ਪੂਰੀ ਤਰ੍ਹਾਂ ਬਣੀ ਨਹੀਂ, ਜਿਸ 'ਚ ਨਰਿੰਦਰ ਸਿੰਘ ਰਾਵਤ ਨੇ ਖੇਤੀਬਾੜੀ ਮੰਤਰੀ, ਔਰ ਉਹਦੇ 'ਚ ਪਿਊਸ਼ ਗੋਇਲ ਨੇ, ਔਰ ਇਸ ਤਰ੍ਹਾਂ ਦੇ ਮੰਤਰੀ ਸੀਨੀਅਰ ਬੈਠੇ ਨੇ। ਪਰ ਇਹ ਮਾਮਲਾ ਉੱਥੇ ਦਾ ਉੱਥੇ ਰਿਹਾ, ਪਰ ਪੰਜਾਬ ਸਰਕਾਰ ਨੇ ਅਨਾਉਂਸ ਕਰ ਦਿੱਤਾ। ਤੇ ਦੂਜੀ ਗੱਲ ਰਹੀ ਜਿਹੜੀ ਤੁਸੀਂ ਇੰਡਸਟਰੀ, ਐਗਰੋ ਇੰਡਸਟਰੀ ਦੀ ਗੱਲ ਕੀਤੀ ਆ, ਉਹਦੇ 'ਤੇ ਜੇ ਪੰਜਾਬ ਸਰਕਾਰ ਧਿਆਨ ਦੇਵੇ ਤਾਂ ਅੱਛੀ ਗੱਲ ਆ, ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਡੇਅਰੀ ਦੀ ਗੱਲ ਰਹੀ ਹੈ, ਜਿਹਨੂੰ ਚਿੱਟਾ ਇਨਕਲਾਬ ਦਾ ਨਾਅਰਾ ਦਿੱਤਾ ਗਿਆ, ਜਿਹਦੇ 'ਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸੀਗਾ, ਜਿਹੜੇ ਸਹਾਇਕ ਧੰਦੇ ਸੀ ਖੇਤੀਬਾੜੀ ਦੇ, ਉਹ ਹੋਏ ਆ। ਔਰ ਜੇ ਸੂਰਜਮੁਖੀ ਦੀ ਖੇਤੀ ਦੀ ਗੱਲ ਹੋਈ ਹੈ ਤੇ ਪੰਜਾਬ ਦੇ ਜੱਟਾਂ ਨੇ, ਕਿਸਾਨਾਂ ਨੇ ਕੀਤੀ ਆ, ਪਰ ਉਹਦੇ 'ਚ ਪ੍ਰੋਬਲਮ ਇਹ ਰਹੀ ਕਿ ਮਾਰਕੀਟਿੰਗ ਨਹੀਂ ਹੋਈ। ਉਹਦੇ ਵਿੱਚ ਉਹ ਬੀਜ ਨੂੰ ਖਰੀਦਣਾ, ਤੇਲ ਬੀਜਾਂ ਨੂੰ ਲੈ ਕੇ ਸਹੀ ਮੁੱਲ ਦੇਣਾ, ਉਹ ਨਹੀਂ ਰਿਹਾ, ਲੋਕ ਫਿਰ ਪਿੱਛੇ ਹਟ ਗਏ। ਹੁਣ ਜੇ ਮੂੰਗੀ ਦੀ ਗੱਲ ਸ਼ੁਰੂ ਹੋਈ ਆ ਤੇ ਪੰਜਾਬ ਦੇ ਕਿਸਾਨ ਬੀਜਣਗੇ, ਕਿਉਂਕਿ ਜ਼ਮੀਨ ਹੈ ਤਾਂ ਅੱਛੀ ਆ, ਪਾਣੀ ਦੀ ਜਿਹੜੀ ਫਸਲ ਆ ਉਹ ਤੋਂ ਦੂਰ ਰਹਿਣਾ ਚਾਹੀਦਾ ਜਿਹਨੂੰ ਜ਼ਿਆਦਾ ਪਾਣੀ ਹੈ। ਜਿਹੜੀ ਮੂੰਗੀ ਹੈ, ਜਿਹਨੂੰ ਪਾਣੀ ਦੀ ਬਹੁਤੀ ਜ਼ਰੂਰਤ ਨਹੀਂ, ਤੇ 45 ਦਿਨਾਂ 'ਚ ਪੱਕ ਜਾਂਦੀ ਹੈ, ਫਲੀਆਂ ਲੱਗ ਜਾਂਦੀਆਂ, ਔਰ ਉਹਨੂੰ ਤੁਸੀਂ ਗਾਹ ਕੇ ਉਹਦੇ ਵਿੱਚੋਂ ਦਾਲ ਕੱਢ ਸਕਦੇ ਜੇ ਤੇ ਘਰ ਵਰਤ ਸਕਦੇ ਜੇ। ਇਹਦੇ 'ਚ ਮੂੰਗੀ ਆ, ਮੋਠ ਆ, ਇਹਦੇ 'ਚ ਦਾਲਾਂ ਜਿਹੜੀਆਂ ਹੁੰਦੀਆਂ, ਮਾਂਹ ਆ, ਇਹ ਕਈ ਤਰ੍ਹਾਂ ਦੀਆਂ ਦਾਲਾਂ ਜਿਹੜੀਆਂ ਸਾਡੇ ਕਿਸਾਨ ਨਹੀਂ ਬੀਜਦੇ। ਮੱਕੀ ਜਿਹੜੀ ਸਾਉਣੀ ਦੀ ਫਸਲ ਬੜੀ ਮੁੱਖ ਰਹੀ ਆ, ਔਰ ਇਹਨੂੰ ਪਾਣੀ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ, ਔਰ ਨਾ ਇਹਨੂੰ ਕੋਈ ਗੜਿਆਂ ਦੀ ਮਾਰ ਪੈਂਦੀ ਹੈ, ਕਿਉਂਕਿ ਇੱਥੇ ਖੱਗੇ ਬਣੇ ਹੁੰਦੇ ਆ, ਉਹਦੇ 'ਚੋਂ ਕੱਢ ਕੇ ਆਪਾਂ ਫਿਰ ਛੱਲੀਆਂ ਕੱਢਦੇ ਹਾਂ। ਔਰ ਲਾਲ ਮੱਕੀ ਜਿਹੜੀ ਆ, ਉਹਦੇ 'ਚੋਂ ਬੜਾ ਅੱਛਾ ਕੁਝ ਬਣਦਾ, ਭੱਠੀਆਂ ਤਪਦੀਆਂ ਨਹੀਂ ਸੀ, ਅੱਛੇ ਦਾਣੇ ਹੁੰਦੇ ਸੀ, ਤੇ ਉਹਦੇ 'ਚੋਂ ਦਾਣੇ ਚੱਬਦੇ ਹੁੰਦੇ ਸੀ ਲੋਕ, ਮਰੂੰਡੇ ਬਣਦੇ ਸੀ ਕਣਕ ਦੇ, ਔਰ ਛੋਲਿਆਂ ਦੇ ਜਿਹੜੇ ਦਾਣੇ ਭੁੰਨਦੇ ਸੀਗੇ। ਹੁਣ ਭੱਠੀਆਂ ਵੀ ਗਈਆਂ ਤੇ ਦਾਣੇ ਵੀ ਉਹ ਗਏ ਤੇ ਮੱਕੀ ਦੇ ਫਸਲ ਵੀ ਗਈ। ਹੁਣ ਉਹ ਦੰਦ ਵੀ ਨਹੀਂ ਰਹਿ ਗਏ ਲੋਕਾਂ ਦੇ। ਦੰਦ ਤਾਂ ਚਲੋ ਜਵਾਨਾਂ ਦੇ ਤੇ ਹੋਣਗੇ, ਤੇ ਗੰਨਾ ਨਹੀਂ ਰਹੇ, ਗੰਨਾ ਚੂਪਣ ਲਈ ਗੰਨੇ ਵੀ ਜਿਹੜੇ ਆ ਘੱਟ ਬੀਜਦੇ, ਕਿਉਂਕਿ ਇਹ ਜਿਹੜੀ ਆ ਜਿਹੜਾ ਮਾਲਵਾ ਨਾ, ਉੱਥੇ ਤੁਸੀਂ ਕਿਤੇ ਚੱਲ ਕੇ ਦੇਖੋ, ਉੱਥੇ ਤੁਹਾਨੂੰ ਗੰਨੇ ਦੀ ਖੇਤੀ ਘੱਟ ਨਜ਼ਰ ਆਊਗੀ, ਉੱਥੇ ਤੁਹਾਨੂੰ ਨਰਮਾ ਨਜ਼ਰ ਆਊਗਾ, ਕਪਾਹ ਨਜ਼ਰ ਆਊਗੀ, ਚਿੱਬੜ ਜਿਹੜੇ ਆ ਉਹ ਉੱਥੇ ਹੋਣਗੇ, ਖਰਬੂਜੇ ਆ, ਕਚਰੇ ਆ, ਔਰ ਬਾਜਰਾ ਵੀ ਹੋਊਗਾ ਉੱਥੇ। ਜੇ ਤੁਸੀਂ ਆਟਾ ਲੈਣਾ ਚਾਹੋਗੇ ਨਾ, ਤੁਹਾਨੂੰ ਬਠਿੰਡੇ ਦੇ ਮਾਨਸਾ ਦੇ ਏਰੀਆ 'ਚ ਬਾਜਰੇ ਦਾ ਆਟਾ ਮਿਲੂਗਾ, ਕਿਉਂਕਿ ਉਹ ਬਰਾਨੀ ਖੇਤੀ ਥੋੜ੍ਹੀ ਬਹੁਤ, ਰੇਤਲਾ ਇਲਾਕਾ ਉਹ ਹੈਗਾ, ਕਿਉਂਕਿ ਬਾਜਰੇ ਦੀ ਰੋਟੀ ਬਹੁਤ, ਬਾਜਰੇ ਦੇ ਗੀਤ ਹੀ ਬੜੇ ਸੀਗੇ, ਬਾਜਰੇ ਦਾ ਸਿੱਟਾ ਨਹੀਂ ਮੈਂ ਤਲੀ 'ਤੇ ਮਰੋੜਿਆ, ਔਰ ਉਹਦੇ ਨਾਲ ਬੜਾ ਕੁਝ ਸੀਗਾ, ਸਰੋਂ ਦੇ ਖੇਤਾਂ ਦੀਆਂ ਗੱਲਾਂ ਹੁੰਦੀਆਂ ਸੀ। ਔਰ ਜੇ ਅਸੀਂ ਉਹਨਾਂ ਤੋਂ ਦੂਰ ਹੋ ਗਏ ਤਾਂ ਆਪਣੇ ਕਲਚਰ ਤੋਂ ਵੀ ਦੂਰ ਹੋ ਗਏ, ਕਿ ਨਾ ਉੱਦਾਂ ਦੇ ਅਖਾਣ ਰਹੇ, ਨਾ ਮੁਹਾਵਰੇ ਰਹੇ, ਨਾ ਛੰਦ ਰਹੇ, ਨਾ ਗੀਤ ਰਹੇ, ਨਾ ਉਹ ਸਾਰਾ ਕੁਝ ਕਲਚਰ ਰਿਹਾ। ਸਮਾਂ ਹਰ ਚੀਜ਼ ਦਾ ਸਮਾਂ ਹੈ, ਸਮੇਂ ਦੇ ਨਾਲ ਹਰ ਚੀਜ਼ ਚੇਂਜ ਹੁੰਦੀ ਹੈ। ਤੁਸੀਂ ਹੁਣ ਪੁਰਾਣੀਆਂ ਗੱਲਾਂ ਕਰਦੇ ਪਏ ਹੋ, ਸਰੋਂ ਦੀ ਗੱਲ ਕੀਤੀ, ਮੱਕੀ ਦੀ ਰੋਟੀ ਨਾਲ ਹੁੰਦੀ। ਇੱਕ ਜਗ੍ਹਾ ਅਸੀਂ ਡਿਸ਼ ਖਾ ਰਹੇ ਹਾਂ, ਇੱਕ ਪਾਰਟੀ ਸੀ, ਉਹ ਕੀ ਹੁੰਦਾ, ਉਹ ਅਮਰੀਕਨ ਕੌਰਨਸ ਨਹੀਂ ਆਉਂਦੇ, ਜਿਹੜੇ ਮੱਕੀ ਦੇ ਦਾਣੇ ਹੁੰਦੇ ਨੇ, ਅਮਰੀਕਨ ਕੌਰਨਸ ਆਉਂਦੇ ਨੇ, ਉਹਨੇ ਸਾਗ ਬਣਾਇਆ ਹੋਇਆ ਤੇ ਸਾਗ ਦੇ ਵਿੱਚ ਉਹ ਕੌਰਨਸ ਪਾਏ ਹੋਏ। ਅੱਛਾ, ਕਹਿੰਦੇ ਦੇਖੋ ਜੀ ਨਵੀਂ ਡਿਸ਼। ਕਹਿੰਦੇ ਕੀ ਗੱਲ, ਮੱਕੀ ਦੀ ਰੋਟੀ ਬਣਾਉਣ ਦਾ, ਮੱਕੀ ਦਾ ਆਟਾ ਗੁੰਨਣ ਦਾ ਟਾਈਮ ਨਹੀਂ ਮਿਲਿਆ ਸੀ, ਡਾਇਰੈਕਟ ਮੱਕੀ ਉਹ ਖਵਾਉਂਦੇ ਪਏ ਸਾਨੂੰ ਸਾਗ ਦੇ ਵਿੱਚ ਪਾ ਕੇ। ਉਹਦਾ ਨਾਂ ਅੰਗਰੇਜ਼ੀ 'ਚ ਰੱਖਤਾ ਕੌਰਨਸ, ਵੈਸੇ ਉਹਨੂੰ ਮੱਕੀ ਦੇ ਫੁੱਲੇ ਕਹਿੰਦੇ ਆ, ਚਿੱਟੇ ਰੰਗ ਦੇ ਫੁੱਲੇ ਆ। ਜਦੋਂ ਫੁੱਲਦੇ ਹੁੰਦੇ ਸੀ ਤਾਂ ਉਹ ਜਿਹੜੀ ਭੱਠੀ ਵਾਲੀ ਨਾ, ਉਹਦੇ ਉੱਤੇ ਛਾਣ ਨਹੀਂ ਰੱਖਦੀ ਵੀ ਉੱਪਰ ਨਾ ਜਾਣੇ, ਉਹ ਇਸ ਤਰ੍ਹਾਂ ਉੱਪਰ ਨੂੰ ਉੱਭਰਦੇ ਸੀਗੇ ਨਾਲ। ਹੁਣ ਉਹਦਾ ਅੰਗਰੇਜ਼ੀ ਨਾਂ ਰੱਖਤਾ, ਹੁਣ ਉਹ ਲਿਫਾਫੇ 'ਚ ਆ ਕੇ ਪਾਪਕੌਰਨ, ਤੇ ਉਹ ਹੁਣ ਲਿਫਾਫੇ 'ਚ ਆਉਣ ਲੱਗ ਪਏ, ਵਿਕਣ ਲੱਗ ਪਏ। ਉਹ ਚੀਜ਼ਾਂ ਹੈਗੀਆਂ ਜਿਹਦਾ ਨਾਂ ਅੰਗਰੇਜ਼ੀ 'ਚ ਰੱਖਿਆ ਗਿਆ, ਚੀਜ਼ ਉਹੀ ਹੈ ਹੈ ਨਾ। ਗਾਜਰ ਦਾ ਜਿਹੜਾ ਹਲਵਾ ਬਣਦਾ, ਗਾਜਰ ਪਹਿਲੋਂ ਜਿਹੜਾ ਹੈਗਾ ਨਾ, ਤੁਹਾਨੂੰ ਗੁੜ ਬਣਾਉਂਦੇ ਜੀ, ਤੇ ਗੁੜ ਦੇ ਵਿੱਚ ਪੇਸੀਆਂ ਬਣਾਉਂਦੇ ਤੇ ਗਾਜਰ ਕੱਟ ਕੇ ਉਹਦੇ 'ਚ ਪਾ ਦਿੰਦੇ ਸੀ, ਬਣਦਾ ਸੀ ਬਹੁਤ ਅੱਛਾ, ਔਰ ਉਹ 'ਚ ਬਦਾਮ ਗਿਰੀਆਂ, ਬੜਾ ਵਧੀਆ ਗੁੜ ਬਣਦਾ ਸੀਗਾ। ਹੁਣ ਉਹਦੇ 'ਚ ਉਹਨਾਂ ਨੇ ਬਣਾ ਕੇ
ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਚੀਜ਼ਾਂ ਬਣਾ ਕੇ ਲਿਫਾਫਿਆਂ 'ਚ ਬੰਦ ਹੋ ਕੇ ਆ ਗਈਆਂ ਤਾਂ ਉਹ ਵਿਕਦੀਆਂ ਮਹਿੰਗੀਆਂ। ਬਿਲਕੁਲ ਜੀ, ਅੱਜ ਕੱਲ ਤੇ ਗੰਨੇ ਦਾ ਰਸ ਵੀ ਪੈਕ ਹੋ ਕੇ ਆਉਂਦਾ ਜੂਸ ਦੇ ਵਕਤ, ਉਹ ਵੀ ਤੁਸੀਂ ਪੀ ਸਕਦੇ ਹੋ। ਖੈਰ ਗੱਲ ਪੈਸੇ ਦੀ ਹੈ, ਪੈਸਾ ਵੀ ਵਾਧੂ ਹੋ ਗਿਆ ਲੋਕਾਂ ਕੋਲ। ਗੱਲ ਉਹੀ ਹੈ, ਪੈਸੇ ਦੀ ਨਵੇਂ ਭਰੇ ਆ ਲੋਕਾਂ ਦੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਰੋਂ ਦੇ ਸਾਗ ਦੇ ਵਿੱਚ ਉਹਨੇ ਡਾਇਰੈਕਟ ਮੱਕੀ ਦੇ ਦਾਣੇ ਪਾਏ ਹੋਏ, ਕੌਰਨਸ, ਅਮਰੀਕਨ ਕੌਰਨਸ ਪਾਏ ਹੋਏ। ਉਹ ਕਹਿੰਦਾ ਜੀ ਤੁਹਾਨੂੰ ਮੱਕੀ ਦੀ ਰੋਟੀ ਬਣਾਉਣ ਦਾ ਸਮਾਂ ਨਹੀਂ ਮਿਲਿਆ, ਡਾਇਰੈਕਟ ਸਾਨੂੰ ਖਵਾਉਂਦੇ ਪਏ ਹੋ ਤੁਸੀਂ ਮੱਕੀ ਸਾਗ ਦੇ ਨਾਲ। ਇਹ ਵੀ ਚਲੋ ਇੱਕ ਤਰੀਕਾ ਹੋ ਗਿਆ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ। ਖੈਰ ਅਸੀਂ ਅਮਰੀਕਾ ਦੀ ਗੱਲ ਕਰ ਰਹੇ ਹਾਂ। ਸੋ ਕਿਉਂਕਿ ਅਮਰੀਕਨ ਕੌਰਨਸ ਤੋਂ ਗੱਲ ਨਿਕਲੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਵੱਡੀ ਉਮਰ ਦੇ ਲੋਕ ਨੇ, ਸੀਨੀਅਰ ਸਿਟੀਜ਼ਨਸ ਨੇ ਜਾਂ ਕਿਰਾਏ ਤੇ ਨੇ, ਉਹਨਾਂ ਨੂੰ ਘਰ ਖਾਲੀ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਔਰ ਲੋਕ ਬੇਘਰ ਹੋ ਰਹੇ ਨੇ। ਸੋ ਇਸ ਤਰ੍ਹਾਂ ਦੇ ਵੀ ਵਾਤਾਵਰਣ ਸਾਨੂੰ ਦੇਖਣ ਨੂੰ ਮਿਲ ਰਿਹਾ। ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਅਸੀਂ ਮਤਲਬ ਗੱਲ ਕਰਦੇ ਹਾਂ ਭਾਰਤ ਦੀ, ਅਸੀਂ ਗੱਲ ਕਰਦੇ ਹਾਂ ਹੋਰ ਗਰੀਬ ਮੁਲਕਾਂ ਦੀ ਵੀ ਗੱਲ ਕਰਦੇ ਹਾਂ, ਡਿਵੈਲਪਿੰਗ ਕੰਟਰੀਜ਼ ਦੀ ਅਸੀਂ ਗੱਲ ਕਰਦੇ ਹਾਂ। ਖੈਰ ਗਰੀਬ ਤੇ ਹੁਣ ਕੋਈ ਵੀ ਨਹੀਂ ਹੈ ਦੇਸ਼, ਡਿਵੈਲਪਿੰਗ ਕੰਟਰੀਜ਼ ਕਹਾਂਗੇ, ਇੱਕ ਨਵਾਂ ਟਰਮ ਦਿੱਤੀ ਜਾਂਦੀ, ਗਰੀਬ ਤੇ ਕੋਈ ਹੁੰਦਾ ਹੀ ਨਹੀਂ। ਔਰ ਅਮਰੀਕਾ ਜੋ ਡਿਵੈਲਪਡ ਕੰਟਰੀ ਆ, ਉੱਥੇ ਵੀ ਦੇਖੋ ਇਦਾਂ ਦੀ ਸਮੱਸਿਆ ਆ ਰਹੀ ਹੈ। ਅਸੀਂ ਜਦ ਕਿ ਕਹਿੰਦੇ ਸੀਗੇ ਕਿ ਜਿਹੜੇ ਓਲਡ ਏਜ ਹੋਮਸ ਨੇ, ਬਿਰਧ ਆਸ਼ਰਮ ਨੇ, ਜਿੱਥੇ ਮਾਂ-ਬਾਪ ਨੂੰ ਕਈ ਬੱਚੇ ਕੱਢ ਦਿੰਦੇ ਨੇ ਘਰੋਂ ਤੇ ਉੱਥੇ ਜਾ ਕੇ ਰਹਿੰਦੇ ਨੇ, ਦੇਖੋ ਹੁਣ ਅਮਰੀਕਾ ਵਰਗੇ ਦੇਸ਼ ਦੇ ਅੰਦਰ ਵੀ ਇਹ ਸਮੱਸਿਆ ਵੇਖਣ ਨੂੰ ਮਿਲਦੀ ਪਈ ਆ। ਆਹੋ ਗੱਲ ਦੇਖੋ ਬੜੀ ਹੈਰਾਨੀਜਨਕ ਆ ਕਿ ਸਾਡੇ ਜਿਹੜੇ ਨਵੀਂ ਜਨਰੇਸ਼ਨ ਦੇ ਬੱਚੇ ਨੇ, ਸਟੂਡੈਂਟ ਆ ਜਾਂ ਜਿਹੜੇ ਲੋਕ ਸਿਆਣੇ ਨੇ, ਇਸ ਗੱਲ ਤੋਂ ਸ਼ਾਇਦ ਪਹਿਲਾਂ ਤਾਂ ਗੱਲ ਵੇਖ ਕੇ ਬੜਾ ਝਿਜਕਣਗੇ ਕਿ ਇਹ ਗੱਲ ਅਮਰੀਕਾ 'ਚ ਹੁੰਦੀ ਹੈ, ਕਿਉਂਕਿ ਸੁਪਰ ਡੁਪਰ ਕੰਟਰੀ ਹੈ, ਬਹੁਤ ਵੱਡੀ ਪਾਵਰਫੁਲ ਕੰਟਰੀ ਹੈ। ਔਰ ਇਹਨਾਂ ਦੇਸ਼ਾਂ 'ਚ ਜੇ ਅਜਿਹੀਆਂ ਘਟਨਾਵਾਂ ਹੋਣ ਔਰ ਜਿੱਥੇ ਲੋਕਾਂ ਨੂੰ ਬੇਘਰ ਸਮਝਿਆ ਜਾਵੇ, ਪੁਲਾਂ ਦੇ ਥੱਲੇ ਬੈਠੇ ਹੋਣ ਔਰ ਲੋਕ ਉਹਨਾਂ ਲਈ ਕੰਬਲ ਲਿਆਉਣ, ਰਜਾਈਆਂ ਲਿਆਉਣ, ਖਾਣਾ ਲਿਆਉਣ, ਚੀਜ਼ਾਂ ਦਾਨ ਕਰਨ, ਇਹ ਸਿਰਫ ਜੇ ਗੱਲ ਹੈ ਬੈਗਿੰਗ ਦੀ, ਮੰਗਣ ਦੀ ਗੱਲ ਡਿਵੈਲਪਿੰਗ ਕੰਟਰੀਆਂ 'ਚ ਹੈਗੀ ਹੈ। ਉਹਨਾਂ ਕੰਟਰੀਆਂ 'ਚ ਤਾਂ ਤਵੱਕੋ ਨਹੀਂ ਕੀਤੀ ਜਾ ਸਕਦੀ, ਪਰ ਉੱਥੇ ਇਹ ਵੇਖਣ 'ਚ ਮਿਲੀ ਆ। ਕਿਉਂਕਿ ਇਸ ਕਰਕੇ ਮਿਲੀ ਹੈ, ਪਹਿਲਾਂ ਤਾਂ ਸਾਨੂੰ ਇਹ ਗੱਲਾਂ ਸੁਪਨਾ ਲੱਗਦੀਆਂ ਸੀ, ਹੁਣ ਇਹ ਹਕੀਕਤ ਹੈ। ਇਸ ਕਰਕੇ ਵੀਡੀਓ ਆ ਰਹੀ ਹੈ, ਸੋਸ਼ਲ ਮੀਡੀਆ ਪ੍ਰੋਵਾਈਡ ਕਰਦਾ ਹਰ ਚੀਜ਼, ਚੈਨਲ ਦੱਸ ਰਹੇ ਆ ਸਾਰਾ ਕੁਝ। ਸਾਡੇ ਪ੍ਰਵਾਸੀ ਭਾਰਤੀ ਬੈਠੇ ਉੱਥੇ ਜਿਹੜੇ ਆਪਣੀਆਂ ਅੱਖਾਂ ਨਾਲ ਵੇਖ ਰਹੇ ਆ, ਲੋਕਾਂ ਨੂੰ ਦਾਨ ਕਰਦੇ, ਪੈਸਾ ਦੇ ਰਹੇ। ਔਰ ਦੂਜੀ ਇਹਦੇ ਨਾਲ ਵੱਡੀ ਗੱਲ ਇੱਕ ਹੋਰ ਆਈ ਆ ਸਾਹਮਣੇ, ਉਹਦੇ ਨਾਲ ਹੈਗਾ ਕਿ ਜਿਹੜੇ ਘਰਾਂ 'ਚ ਰਹਿ ਰਹੇ ਸੀ, ਉਹਨਾਂ ਦੇ ਘਰਾਂ ਨੂੰ ਖਾਲੀ ਕਰਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ। ਕੋਈ ਕਿਤੇ ਰਹਿ ਰਿਹਾ, ਕੋਈ ਕਿਤੇ ਰਹਿ ਰਿਹਾ, ਫਿਰ ਉਹ ਜੇ ਨਹੀਂ ਨਿਕਲਦੇ ਉਹ ਮਕਾਨ ਵੇਚ ਦਿੱਤਾ ਜਾਂਦਾ। ਵੇਚਣ ਤੋਂ ਬਾਅਦ ਨਵਾਂ ਮਾਲਕ ਆ ਗਿਆ, ਉਹਨੇ ਕਹਿਣਾ ਰਜਿਸਟਰੀ ਦਿਖਾਈ, ਆਪਣਾ ਅਟਾਰਨੀ ਦਿਖਾਈ, ਉਹਨੇ ਕਹਿਣਾ ਗੋ ਆਊਟ, ਉਹ ਬਾਹਰ ਨਿਕਲ ਜੂਗਾ, ਵਿਚਾਰਾ ਜਾਊਗਾ। ਔਰ ਉਹ 50, 60, 70 ਸਾਲ ਦੇ ਬੰਦੇ ਇਹ ਕੰਮ ਕਰ ਰਹੇ ਆ। ਜਿੱਥੇ ਅਸੀਂ ਕਹਿੰਦੇ ਕਿ ਸੰਯੁਕਤ ਪਰਿਵਾਰ ਦੁਬਾਰਾ ਆ ਗਿਆ, 300 ਪਰਿਵਾਰ ਨਵੇਂ ਬਣ ਗਿਆ ਜੀ, 4 ਗੁਣਾ ਉੱਥੇ ਤਰੱਕੀ ਹੋ ਗਈ ਆ ਜੀ, ਇਹਦੀ ਗੱਲ ਹੋ ਗਿਆ। ਦੂਜੇ ਪਾਸੇ ਇਹ ਵੀ ਗੱਲਾਂ ਆ ਗਈਆਂ ਕਿ ਘਰ ਖਾਲੀ ਕਰਾ ਰਹੇ ਆ ਔਰ ਲੋਕ ਪੁਲਾਂ ਥੱਲੇ ਬੈਠੇ ਆ ਜਿਹਨਾਂ ਕੋਲ ਬੇਘਰੇ ਆ, ਛੱਤ ਹੈ ਨਹੀਂ। ਔਰ ਇਹ ਬਿਲਕੁਲ ਹਕੀਕਤ ਆ। ਫਲੋਰੀਡਾ 'ਚ ਹੈਗਾ, ਮਿਆਮੀ ਏਰੀਆ 'ਚ ਹੈਗਾ, ਇਹਦੇ 'ਚ ਜਿਹੜਾ ਹੈਗਾ ਕੈਲੀਫੋਰਨੀਆ 'ਚ ਹੈਗਾ, ਕੈਲੀਫੋਰਨੀਆ 'ਚ ਹੈਗਾ, ਹੈ ਨਾ। ਬਾਕੀ ਜਿੱਥੇ ਜਿੱਥੇ ਤੁਸੀਂ ਜਾਓਗੇ ਸਟੇਟਾਂ 'ਚ ਲੋਕ ਬੈਠੇ ਨੇ, ਸਿਰਫ ਕੁਝ ਏਰੀਆ 'ਚ ਨਹੀਂ ਗਏ। ਤੁਸੀਂ ਵੀਡੀਓ ਕਿਤੇ ਵੀ ਦੇਖ ਸਕਦੇ ਜੋ। ਖਾਸ ਤੌਰ 'ਤੇ ਸਾਡੇ ਦਰਸ਼ਕ ਜਿਹੜੇ ਆ ਅਮਰੀਕਾ ਦੇ ਪ੍ਰਵਾਸੀ ਭਾਰਤੀ ਵੀ ਆ, ਉਹ ਇਸ ਗੱਲ ਨੂੰ ਵੇਖ ਕੇ ਕਹਿਣਗੇ ਕਿ ਬਿਲਕੁਲ ਝੂਠ ਨਹੀਂ ਗਾ, ਹੈਗਾ ਹੀ ਗੱਲ। ਔਰ ਪੱਕੇ ਤੌਰ 'ਤੇ ਗੱਲ ਹੈਗੀ, ਜੇ ਅਸੀਂ ਇੱਦਾਂ ਦੀ ਗੱਲ ਕਰਾਂਗੇ ਤਾਂ ਗੱਲ ਗਲਤ ਵੀ ਹੋ ਸਕਦੀ ਹੈ। ਪਰ ਜੇ ਅਸੀਂ ਪੜ੍ਹਦੇ ਹਾਂ ਜੋ ਆਉਂਦਾ ਵਾ ਬਿਲਕੁਲ ਸੱਚ ਹੁੰਦਾ। ਪ੍ਰਿੰਟ ਮੀਡੀਆ 'ਤੇ ਵੀ ਆ ਰਿਹਾ, ਸੋਸ਼ਲ ਮੀਡੀਆ 'ਤੇ ਵੀ ਆ ਰਿਹਾ। ਪਰ ਇਹ ਦੇਖ ਲਓ ਇਹ ਸਰਕਾਰਾਂ ਕੀ ਕਰਦੀਆਂ, ਕੀ ਉੱਥੇ ਵੀ ਸਿਸਟਮ ਇੱਦਾਂ ਦੇ ਹੋ ਗਏ, ਉੱਥੇ ਵੀ ਡਾਊਨਫਾਲ ਹੋ ਗਈ ਹੈ। ਅਸੀਂ ਆਪਣੇ ਦੇਸ਼ਾਂ 'ਚ ਪਾਕਿਸਤਾਨ ਦੀ, ਬੰਗਲਾਦੇਸ਼ ਦੀ, ਸ਼੍ਰੀਲੰਕਾ ਦੀ ਅਸੀਂ ਗੱਲ ਕਰ ਸਕਦੇ ਹਾਂ ਵੀ ਇਹ ਗੱਲ ਹੈਗਾ, ਕਿਉਂਕਿ ਇੰਨਾ ਪੈਸਾ ਨਹੀਂ, ਇਹਨਾਂ ਕੋਲ ਬਜਟ ਨਹੀਂ ਗਾ ਜੀ, ਇਹ ਸਾਰਾ ਕੁਝ ਹੈਗਾ। ਜਿਸ ਤਰ੍ਹਾਂ ਹੁਣ ਸ਼੍ਰੀਲੰਕਾ 'ਚ ਐਮਰਜੈਂਸੀ ਲਾਤੀ ਉਹਨਾਂ ਨੇ, ਉਹ ਦੇਖਿਆ ਕਿ ਸਿਕਿਉਰ ਕਰੀਏ ਲੋਕਾਂ ਨੂੰ, ਲੋਕਾਂ 'ਚ ਰੌਲਾ ਪੈ ਰਿਹਾ, ਹਫੜਾ ਦਫੜੀ ਹੋ ਰਹੀ ਹੈ, ਉਹ ਇਸ ਕਰਕੇ ਇਹਨਾਂ ਨੇ ਲਾਤੀ ਹੈ ਵੀ ਸ਼ਾਂਤੀ ਆ ਜੇ। ਔਰ ਇਹਨਾਂ ਕੰਟਰੀਆਂ 'ਚ ਜੇ ਇੱਦਾਂ ਦੀ ਗੱਲ ਸੁਣਦੇ ਆ ਤਾਂ ਸਾਨੂੰ ਇਹ ਲੱਗਦਾ ਯਾਰ ਇਹ ਤਾਂ ਗੱਲ ਹੀ 7ਵੇਂ ਅਸਮਾਨ ਦੀ ਹੈ, ਇਹ ਗੱਲ ਕਿਉਂ ਇੱਦਾਂ ਦੀ ਆ ਰਹੀ ਹੈ। ਪਰ ਇੱਥੇ ਉੱਥੇ ਹੈਗੀ ਹੈ। ਇਹਦਾ ਮਤਲਬ ਭੁੱਖਮਰੀ ਤਾਂ ਹੈ, ਉੱਥੇ ਵੀ ਕਾਣੀ ਵੰਡ ਹੈਗੀ ਆ। ਕਿਉਂਕਿ ਲੋਕ ਜਦੋਂ ਇਹ ਗੱਲ ਪਤਾ ਕਿੱਥੋਂ ਨਿਕਲੀ ਹੈ, ਕਰੋਨਾ ਦੇ ਟਾਈਮ 'ਤੇ, ਉਸ ਮਹਾਂਮਾਰੀ 'ਚ ਚਾਈਨਾ 'ਚ ਫਿਰ ਫੈਲ ਗਿਆ ਕਰੋਨਾ, ਦੁਬਾਰਾ ਆ ਗਿਆ। 20 ਸਿਟੀ ਦੇ ਵਿੱਚ, 20 ਸ਼ਹਿਰਾਂ ਦੇ ਵਿੱਚ ਫਿਰ ਲਾਕਡਾਊਨ ਲੱਗ ਗਿਆ ਸਾਰੇ। ਉਹਨਾਂ ਦੇ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਬਚਾਓ ਲੋਕਾਂ ਨੂੰ, ਫਿਰ ਸਾਰਾ ਕੁਝ ਕਰੋ ਤਾਂ ਕਿ ਸਾਰਾ ਉਹ ਏਰੀਆ ਫਿਰ ਬਚਾਈਏ। ਕਿਉਂਕਿ ਜਿੱਥੋਂ ਇੱਕ ਵਾਰੀ ਨਿਕਲਦੀ ਹੈ ਜੜ, ਜਿਸ ਪਾਸੇ ਫਿਰ ਉੱਥੇ ਆ ਗਈ ਫਿਰ ਦੁਬਾਰਾ। ਹੁਣ ਲੋਕਾਂ ਨੂੰ ਇਹ ਫਿਰ ਡਰ ਪੈਦਾ ਹੋ ਜਾਣਾ ਕਿ ਚਾਈਨਾ ਤੋਂ ਆ ਰਿਹਾ ਤੇ ਫਿਰ ਦੁਬਾਰਾ ਸਾਰੇ ਵਰਲਡ 'ਚ ਨਾ ਫੈਲ ਜੇ। ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਡੈਥਸ ਹੋਈਆਂ ਸੀ ਕਰੋਨਾ ਦੇ ਵਿੱਚ, ਇਹ ਵੀ ਸਾਡੇ ਕੋਲ ਅੰਕੜੇ ਮੌਜੂਦ ਨੇ। ਸੋ ਚੀਨ ਦੇ ਵਿੱਚ ਫਿਰ ਤੋਂ ਜਿੱਥੋਂ ਇਹ ਬਿਮਾਰੀ ਸ਼ੁਰੂ ਹੋਈ ਫਿਰ ਤੋਂ ਫੈਲਦੀ ਪਈ ਆ, ਤੋ ਇਹ ਸਾਰੀ ਦੁਨੀਆ ਨੂੰ ਅਲਰਟ ਹੋਣ ਦੀ ਲੋੜ ਹੈ। ਬਿਲਕੁਲ। ਸੋ ਇੱਕ ਜਿਹੜੀ ਆਪਾਂ ਥੋੜੇ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਅਮਰੀਕਾ ਦੇ ਵਿੱਚ ਜੁਆਇੰਟ ਫੈਮਿਲੀ ਸਿਸਟਮ ਨੂੰ ਫਿਰ ਤੋਂ ਇੰਟਰੋਡਿਊਸ ਕੀਤਾ ਜਾ ਰਿਹਾ, ਜਿਵੇਂ ਭਾਰਤ ਦੇ ਵਿੱਚ ਹੈ ਤਾਂ ਭਾਰਤ ਦਾ ਅਸਰ ਹੋ ਰਿਹਾ ਹੈ। ਬਲਕਿ ਇਤਿਹਾਸ ਇਹ ਹੈ ਕਿ ਭਾਵੇਂ ਅਮਰੀਕਾ ਹੋਵੇ ਭਾਵੇਂ ਭਾਰਤ ਹੋਵੇ, ਜਿਹੜਾ ਮਰਜ਼ੀ ਦੇਸ਼ ਲੈ ਲਵੋ,
ਜੇ ਅਸੀਂ ਇਤਿਹਾਸ ਦੇ ਵਿੱਚ ਜਾਵਾਂਗੇ ਨਾ ਤਾਂ ਹਰ ਦੇਸ਼ ਦੇ ਵਿੱਚ ਜੁਆਇੰਟ ਫੈਮਿਲੀ ਸਿਸਟਮ ਸੀ, ਕਿਉਂਕਿ ਅਸੀਂ ਐਗਰੀਕਲਚਰ ਨਾਲ ਜੁੜੇ ਹੋਏ ਹਾਂ ਸਾਰੇ ਦੇ ਸਾਰੇ ਲੋਕ। ਤਾਂ ਐਗਰੀਕਲਚਰ ਬਿਨਾਂ ਜੁਆਇੰਟ ਫੈਮਿਲੀ ਤੋਂ ਹੋ ਹੀ ਨਹੀਂ ਸਕਦਾ। ਇਸ ਕਰਕੇ ਉਹ ਸਰਵਾਈਵਲ ਦਾ ਸਵਾਲ ਹੈ, ਸਾਡੀ ਹੋਂਦ ਦਾ ਸਵਾਲ ਹੈ। ਇਸ ਕਰਕੇ ਹਰ ਦੇਸ਼ ਦਾ ਇਤਿਹਾਸ ਇਹੀ ਕਹਿੰਦਾ ਕਿ ਪਹਿਲਾਂ ਉੱਤੇ ਜੁਆਇੰਟ ਫੈਮਿਲੀ ਸਿਸਟਮ ਸੀ, ਚਾਹੇ ਭਾਰਤ ਹੈ, ਚਾਹੇ ਅਮਰੀਕਾ, ਚਾਹੇ ਕੋਈ ਹੋਰ ਦੇਸ਼ ਹੈ। ਹੁਣ ਆਪਾਂ ਇੰਗਲੈਂਡ ਦੀ ਵੀ ਗੱਲ ਕਰੀਏ। ਇੰਗਲੈਂਡ ਦੇ ਵਿੱਚ, ਕਿਉਂਕਿ ਅੱਜ ਮਦਰਸ ਡੇ ਹੈ, ਅੱਜ ਅਸੀਂ ਸਿੱਖਿਆਵਾਂ ਦੀ ਗੱਲ ਕਰ ਰਹੇ ਹਾਂ, ਤਾਂ ਇੰਗਲੈਂਡ ਦੇ ਵਿੱਚ ਐਸੇ ਸਕੂਲ ਖੋਲ੍ਹਣ ਦੀ ਜੋ ਹੈ ਪਲੈਨਿੰਗ ਹੋ ਰਹੀ ਹੈ ਕਿ ਜਿਹਦੇ ਵਿੱਚ ਇਨਸਾਨ ਦੇ ਜਿਹੜੇ ਅੰਦਰੂਨੀ ਗੁਣ ਨੇ, ਉਹਦੇ ਅੰਦਰ ਦਿਆਲੂ ਹੈ, ਉਹ ਕਾਈਂਡ ਹੈ, ਉਹ ਦੂਸਰੇ ਦੇ ਪ੍ਰਤੀ, ਉਹਦੇ ਅੰਦਰ ਪਿਆਰ ਹੈ, ਮੁਹੱਬਤ ਹੈ, ਦੋਸਤੀ ਹੈ, ਜੋ ਇਨਸਾਨ ਦੇ ਉਹ ਗੁਣ ਜੋ ਉਹਨੂੰ ਇਨਸਾਨ ਬਣਾਉਂਦੇ ਨੇ, ਉਹਨਾਂ ਗੁਣਾਂ ਨੂੰ ਕਿਵੇਂ ਉਜਾਗਰ ਕੀਤਾ ਜਾਵੇ ਤਾਂ ਕਿ ਇਨਸਾਨ ਨੂੰ ਬਿਹਤਰ ਇਨਸਾਨ ਬਣਾਇਆ ਜਾਵੇ, ਇਨਸਾਨ ਨੂੰ ਸਹੀ ਮਾਇਨਿਆਂ ਦੇ ਵਿੱਚ, ਸੱਚੇ ਅਰਥਾਂ ਦੇ ਵਿੱਚ ਇਨਸਾਨ ਬਣਾਇਆ ਜਾਵੇ। ਉਸ ਗੱਲ ਦੇ ਉੱਤੇ ਫੋਕਸ ਕਰਕੇ ਸਕੂਲ ਖੋਲ੍ਹੇ ਜਾ ਰਹੇ ਨੇ ਇੰਗਲੈਂਡ ਦੇ ਵਿੱਚ। ਹਾਂ, ਇਹ ਗੱਲ ਆਈ ਹੈ ਕਿ 30,000 ਦੇ ਕਰੀਬ ਸਕੂਲ ਖੋਲ੍ਹੇ ਗਏ ਆ ਜੀ ਜੀ। ਔਰ ਉਹਨਾਂ ਸਕੂਲਾਂ 'ਚ ਜਿਹੜੇ ਬੱਚਿਆਂ ਨੂੰ ਟੈਂਡਰ ਮਾਈਂਡ ਔਰ ਦਿਆਲੂ ਭਾਵਨਾ ਜਿਹੜੀ ਪਰਬਲ ਕਰ ਲਈ, ਇਹ ਸਕੂਲਾਂ ਦਾ ਸਿਲੇਬਸ ਬਣਾਇਆ ਗਿਆ। ਔਰ ਇਹ ਦੇਖੋ, ਇਹ ਪ੍ਰਾਇਮਰੀ ਸਕੂਲਾਂ ਤੋਂ ਸ਼ੁਰੂਆਤ ਹੋਈ ਹੈ ਤਾਂ ਕਿ ਉਹਨਾਂ ਨੂੰ, ਇਹ ਜਿਹੜੇ ਲੋਕ ਨੇ, ਜਿਹੜੇ ਡਿਵੈਲਪ ਕੰਟਰੀ, ਇਹਨਾਂ ਨੂੰ ਪਤਾ ਕਿ ਜੇ ਅਸੀਂ ਇਹਨਾਂ ਗੱਲਾਂ ਨੂੰ ਸੰਸਕਾਰ ਦੇ ਦਈਏ ਬੱਚਿਆਂ ਨੂੰ ਸ਼ੁਰੂ ਤੋਂ ਹੀ, ਪ੍ਰਾਇਮਰੀ ਸਕੂਲਾਂ ਤੋਂ, ਤੇ ਬੁਨਿਆਦ ਹੈ, ਇਹ ਇਮਾਰਤ ਹੈ, ਇੱਥੋਂ ਇਮਾਰਤ ਸਾਜੀ ਹੋ ਰਹੀ ਹੈ, ਇੱਥੋਂ ਬਾਅਦ ਪਰਸਨੈਲਿਟੀ ਡਿਵੈਲਪ ਹੋਣੀ ਹੈ ਔਰ ਇਹ 'ਚ ਸਰਵਪੱਖੀ ਵਿਕਾਸ ਹੈ ਬੱਚੇ ਦਾ। ਬੱਚਾ ਭੁੱਲੂਗਾ ਨਹੀਂ, ਕੁਛ ਤਾਂ ਮਾਂ ਕੋਲ ਸਿੱਖ ਕੇ ਆਇਆ। ਪਹਿਲੀ ਐਜੂਕੇਸ਼ਨ ਤਾਂ ਮਾਂ ਦਿੰਦੀ ਹੈ। ਮਾਂ ਅੱਜ ਮਦਰ ਡੇ ਹੈ ਤੇ ਸਾਨੂੰ ਪਤਾ ਕਿ ਮਾਂ ਦਾ ਪਹਿਲਾ ਪਾਠ ਪੜਾਇਆ ਬੱਚਾ ਕਦੇ ਨਹੀਂ ਭੁੱਲਦਾ। ਪ੍ਰਥਮ ਗੁਰੂ ਮਾਤਾ, ਉਹ ਪਹਿਲਾ ਪਾਠ, ਪਹਿਲਾ ਲੈਸਨ ਮਾਂ ਕੋਲ ਲੈਂਦਾ ਔਰ ਮਾਂ ਕੋ ਦੁੱਧ ਪੀਂਦਾ। ਮਾਂ ਦੇ ਨਾਲ ਮਾਂ ਦੀ ਗੁੜਤੀ ਹੈ, ਮਾਂ ਦਾ ਸਾਰੀ ਲੋਰੀ ਹੈ, ਉਹ ਲੋਰੀ ਦੇ ਨਾਲ ਹੀ ਚੱਲਦਾ। ਉਸੇ ਤਰ੍ਹਾਂ ਹੀ ਉਹ ਆਪਣੀ ਜ਼ਿੰਦਗੀ ਨੂੰ ਨਿਭਾਉਂਦਾ, ਜ਼ਿੰਦਗੀ ਨੂੰ ਤੋਰਦਾ ਅੱਗੇ। ਤੇ ਦੂਜੀ ਜਿਹੜੀ ਪਾਠਸ਼ਾਲਾ 'ਚ ਜਾ ਕੇ ਦੇਖਦਾ ਸਕੂਲੇ, ਪਰ ਉਹ ਉਹਨਾਂ ਦਾ, ਇਹਨਾਂ ਦੇਸ਼ਾਂ ਦਾ ਪਹਿਲਾਂ ਹੀ ਰਿਹਾ, ਜਿਹੜੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ, ਉਹਨਾਂ ਦੇ ਵਿੱਚ ਇਹਨਾਂ ਨੇ ਇੱਦਾਂ ਦੀ ਐਜੂਕੇਸ਼ਨ ਰੱਖੀ ਹੈ ਤੇ ਹਰ ਐਜੂਕੇਟਡ ਜਿਹੜੇ ਟੀਚਰ ਰੱਖੇ ਉੱਤੇ ਕਿ ਜਿਹੜੇ ਬੱਚਿਆਂ ਨੂੰ ਸਿੱਖਿਆ ਦੇਣਗੇ ਉਹ ਚੰਗੇ ਪੜ੍ਹੇ ਲਿਖੇ ਹੋਣੇ ਚਾਹੀਦੇ ਆ। ਉਹ ਇਹ ਕਹਿੰਦੇ ਸੀ ਕਿ ਜਿਹੜਾ ਇਹ ਐਜੂਕੇਸ਼ਨਿਸਟ ਵੀ ਕਹਿੰਦੇ ਆ ਕਿ ਬੱਚਾ ਇੱਕ ਘੜੇ, ਕੱਚੇ ਘੜੇ ਦੀ ਨਿਆਈ ਹੁੰਦਾ, ਕੱਚੇ ਘੜੇ ਵਰਗਾ ਹੁੰਦਾ। ਇਹਦੇ ਤੇ ਜਿਹੜੀ ਸ਼ੇਪ ਦੇਤੀ, ਜਿਹੜਾ ਰੰਗ ਦੇਤਾ ਨੇ, ਉਸੇ ਤਰ੍ਹਾਂ ਡਿਵੈਲਪ ਹੋਣਾ, ਉਸੇ ਤਰ੍ਹਾਂ ਅੱਗੇ ਚੱਲੂਗਾ। ਗੱਲ ਤਾਂ ਅੱਛੀ ਹੈ, ਬੁਨਿਆਦ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਸੰਯੁਕਤ ਪਰਿਵਾਰ ਦੀ ਗੱਲ ਕੀਤੀ ਹੈ ਪਹਿਲਾਂ, ਕਿ ਅੱਗੇ ਸਾਰੇ ਦੇਸ਼ਾਂ 'ਚ ਫੈਲ ਗਿਆ, ਇੰਡੀਆ 'ਚ ਰਿਹਾ ਹੀ ਰਿਹਾ। ਪ੍ਰਾਹੁਣਾਚਾਰੀ, ਹੌਸਪਿਟੈਲਿਟੀ ਤੇ ਜਿਹੜਾ ਭਾਈਚਾਰਕ ਸਾਂਝ ਆ, ਤੇ ਇਹ ਚੀਜ਼ਾਂ ਰਹੀਆਂ। ਔਰ ਹੋ ਸਕਦਾ ਹੁਣ ਥੋੜ੍ਹੀ ਇਸ ਕਰਕੇ ਗਵਾਚ ਗਈਆਂ ਕਿ ਲੋਕ ਭੱਜ ਦੌੜ 'ਚ ਪੈ ਗਏ, ਮਕੈਨੀਕਲ ਲਾਈਫ ਹੋ ਗਈ, ਹੈ ਨਾ। ਫਿਰ ਪੈਸਾ ਹੋ ਗਿਆ, ਫਿਰ ਉਹਦੇ 'ਚ ਗੱਡੀਆਂ ਆ ਗਈਆਂ, ਵੱਡੀਆਂ ਛੱਤਾਂ ਆ ਗਈਆਂ, ਵੱਡੇ ਕਮਰੇ ਆ ਗਏ, ਹੈ ਨਾ। ਉਹ ਸਾਰਾ ਕੁਝ ਬਿਜ਼ਨਸ ਤਰੀਕੇ ਨਾਲ ਸੋਚਣ ਲੱਗ ਪਿਆ। ਪਹਿਲਾਂ ਲੋਕਾਂ ਕੋਲ ਨਿਮਰਤਾ, ਸਹਿਜ ਭਾਵ, ਪਿਆਰ, ਮੁਹੱਬਤ ਉਹ ਸੀਗਾ। ਪੈਸੇ ਦੀ ਗੱਲ ਨਹੀਂ ਸੀ ਹੁੰਦੀ। ਪੈਸੇ ਦੀ ਗੱਲ, ਇੱਕ ਗੱਲ ਇੱਥੇ ਐਡ ਕਰਨਾ ਚਾਹੂੰਗਾ। ਤੁਸੀਂ ਪੈਸੇ ਦੀ ਗੱਲ ਕਰ ਰਹੇ, ਕਿਉਂਕਿ ਬਿਜ਼ਨਸ, ਹਰ ਥਾਂ ਦੇ ਉੱਤੇ ਬਿਜ਼ਨਸ। ਤੁਸੀਂ ਦੇਖੋ, ਇਨਸਾਨ ਦੇ ਜਿਹੜੇ ਗੁਣ ਨੇ, ਜਿਹੜੇ ਉਹਨੂੰ ਇਨਸਾਨ ਬਣਾਉਂਦੇ ਨੇ, ਉਹ ਇਨਸਾਨ ਦੇ ਵਿੱਚੋਂ ਮਾਈਨਸ ਹੋ ਗਏ ਨੇ। ਇਸ ਕਰਕੇ ਇਦਾਂ ਦਾ ਸਕੂਲ ਇੰਗਲੈਂਡ ਦੇ ਵਿੱਚ ਖੋਲ੍ਹਣ ਦੀ ਜ਼ਰੂਰਤ ਮਹਿਸੂਸ ਹੋਈ, ਬਲਕਿ ਪੂਰੀ ਦੁਨੀਆ ਦੇ ਵਿੱਚ ਖੋਲ੍ਹਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹੀ ਹਾਲ ਹੈ ਕਿ ਇਨਸਾਨ ਦੇ ਗੁਣ ਇਨਸਾਨ ਚੋਂ ਮਾਈਨਸ ਹੋ ਚੁੱਕੇ ਨੇ। ਤੁਸੀਂ ਦੇਖੋ, ਬਿਜ਼ਨਸ ਦੀ ਆਪਾਂ ਗੱਲ ਕਰਦੇ ਹਾਂ, ਦੋ ਬਿਜ਼ਨਸਮੈਨ ਆਪਸ ਦੇ ਵਿੱਚ ਡੀਲ ਕਰਨਗੇ, ਕੰਟਰੈਕਟ ਸਾਈਨ ਕਰਨਗੇ, ਪਰ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਬਿਲਕੁਲ। ਉਹ ਕਹਿੰਦਾ ਕਿ ਮੈਂ ਫਟਾਫਟ ਜਿੰਨਾ ਮਾਰਕੀਟ ਦੇ ਵਿੱਚੋਂ, ਜਿੰਨਾ ਇਸ ਬਿਜ਼ਨਸ ਦੇ ਵਿੱਚੋਂ ਪੈਸਾ ਖਿੱਚ ਸਕਾਂ ਮੈਂ ਖਿੱਚ ਲਵਾਂ। ਦੂਜਾ ਕਹਿੰਦਾ ਨਹੀਂ, ਇਸ ਤੋਂ ਪਹਿਲਾਂ ਮੈਂ ਖਿੱਚ ਲਵਾਂ। ਫਿਰ ਇੱਕ ਥਾਂ ਦੇ ਉੱਤੇ ਕੀ ਹੋਏਗਾ, ਬਿਜ਼ਨਸ ਐਂਡ ਅਪ ਹੋ ਜਾਏਗਾ, ਕਿਉਂਕਿ ਹਰ ਇੱਕ ਬੰਦਾ ਪ੍ਰੋਫਿਟ ਦੇਖ ਕੇ ਚੱਲੇਗਾ। ਆਪਸ ਦੇ ਦੋਸਤੀ ਦੇ ਰਿਲੇਸ਼ਨਸ ਕਦੀ ਵੀ ਮੇਨਟੇਨ ਨਹੀਂ ਹੋ ਪਾ ਰਹੇ। ਜਦਕਿ ਪੁਰਾਣੇ ਲੋਕ ਕਹਿੰਦੇ ਸੀਗੇ ਕਿ ਬਿਜ਼ਨਸ ਮੀਨਸ ਫਰੈਂਡਸ਼ਿਪ, ਬਿਜ਼ਨਸ ਮੀਨਸ ਦੋਸਤੀ, ਪਰ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਬਿਜ਼ਨਸ ਮੀਨਸ ਖਿੱਚ ਲਵੋ ਜਿੰਨਾ ਖਿੱਚ ਸਕਦੇ ਹੋ, ਭਾਵੇਂ ਦੂਜੇ ਨੂੰ ਨੁਕਸਾਨ ਹੋ ਜਾਏ, ਕੋਈ ਪਰਵਾਹ ਨਹੀਂ। ਸੋ ਇਹ ਅਲੱਗ ਤਰ੍ਹਾਂ ਦੀ ਸੋਚ ਹੈ। ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਅਸੀਂ ਇਸ ਚੀਜ਼ ਨੂੰ ਐਕਸਰਸਾਈਜ਼ ਕਰਨ ਦੀ ਲੋੜ ਮਹਿਸੂਸ ਕਰਦੇ ਹਾਂ ਕਿ ਹਰ ਥਾਂ ਦੇ ਉੱਤੇ ਇਨਸਾਨ ਦੇ ਮਨੁੱਖੀ ਗੁਣਾਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ। ਅੱਜ ਮਦਰਸ ਡੇ ਦੇ ਉੱਤੇ ਅਸੀਂ ਆਪਣੇ ਆਪ ਨਾਲੇ ਪ੍ਰੋਮਿਸ ਕਰੀਏ ਔਰ ਆਪਣੇ ਉੱਤੇ ਵੀ ਕੰਮ ਕਰੀਏ, ਆਪਣੀਆਂ ਕਮੀਆਂ ਦੇ ਉੱਤੇ ਵੀ ਕੰਮ ਕਰੀਏ, ਤੇ ਦੂਜਿਆਂ ਨੂੰ ਵੀ ਇਹੀ ਸਲਾਹ ਦਈਏ ਕਿ ਤੁਸੀਂ ਵੀ ਆਪਣੀਆਂ ਕਮੀਆਂ ਦੇ ਉੱਤੇ ਕੰਮ ਕਰੋ। ਕਿਉਂਕਿ ਨਾ ਸਾਡੇ ਬਜ਼ੁਰਗ ਸਮਝਾਉਂਦੇ ਨੇ ਕਿ ਅਸੀਂ ਸਾਰੇ ਆਪਣੇ ਆਪ ਨੂੰ ਸੁਧਾਰ ਲਈਏ। ਤੁਸੀਂ ਆਪਣੇ ਆਪ ਨੂੰ ਸੁਧਾਰੋ, ਮੈਂ ਆਪਣੇ ਆਪ ਨੂੰ ਸੁਧਾਰਾਂ, ਹਰ ਇਨਸਾਨ ਆਪਣੇ ਆਪ ਨੂੰ ਸੁਧਾਰੇ ਤਾਂ ਸਾਰਾ ਸਮਾਜ ਆਪਣੇ ਆਪ ਸੁਧਰ ਗਿਆ। ਤੁਸੀਂ ਆਪਣੇ ਘਰ ਨੂੰ ਸੰਭਾਲੋ, ਮੈਂ ਆਪਣੇ ਘਰ ਨੂੰ ਸੰਭਾਲਾਂ, ਹਰ ਇਨਸਾਨ ਆਪਣੇ ਘਰ ਨੂੰ ਸੰਭਾਲੇ ਤਾਂ ਸਾਰਾ ਸਮਾਜ ਸੰਭਲ ਗਿਆ। ਇੱਕ ਸਿੱਧਾ ਜਿਹਾ ਫਾਰਮੂਲਾ ਹੈ। ਅੱਜ ਅਸੀਂ ਮਦਰਸ ਡੇ ਦੇ ਉੱਤੇ ਇਸ ਗੱਲ ਨੂੰ ਅਪਲਾਈ ਕਰਨ ਦਾ ਆਪਣੇ ਆਪ ਨਾਲ ਪ੍ਰੋਮਿਸ ਕਰੀਏ। ਹਾਂ, ਇਹ ਬਿਲਕੁਲ ਸਹੀ ਗੱਲ ਹੈ। ਰਸੂਲ ਹਮਜ਼ਾ ਤੋਂ ਦੀ ਇੱਕ ਕਿਤਾਬ ਹੈਗੀ ਆ, ਮੇਰਾ ਦਾਗਿਸਤਾਨ। ਉਹਨਾਂ ਨੇ ਇਹੀ ਕਿਹਾ ਕਿ ਜੇ ਕਿਸੇ ਨੂੰ ਸ਼ਰਾਬ ਦੇਣਾ ਹੋਵੇ ਜਾਂ ਕਿਸੇ ਨੂੰ ਬੁਰਾ ਭਲਾ ਕਹਿਣਾ, ਤੈਨੂੰ ਕਹੀਏ ਜਾ, ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਔਰ ਇਹ ਗੱਲ ਸਹੀ ਹੈ।
ਜੇ ਤੁਸੀਂ ਆਪਣੀ ਭਾਸ਼ਾ ਭੁੱਲ ਜਾਓਗੇ, ਆਪਣੇ ਸੱਭਿਆਚਾਰ ਨੂੰ ਭੁੱਲ ਜਾਓਗੇ ਤਾਂ ਸਾਰਾ ਕੁਝ ਭੁੱਲ ਜਾਓਗੇ। ਜਿਹੜੇ ਦੇਸ਼ਾਂ 'ਚ ਸੱਭਿਆਚਾਰ ਗਵਾਚ ਗਿਆ, ਜਿਨ੍ਹਾਂ ਦੇ ਵਿੱਚ ਮਾਂ ਬੋਲੀ ਗਵਾਚ ਗਈ, ਉਹ ਇਸ ਕਰਕੇ ਗਵਾਚੀ ਡਿਵੈਲਪ ਕੰਟਰੀਆਂ 'ਚ ਜ਼ਿਆਦਾ ਹੁੰਦਾ। ਜਿਹੜੇ ਦੇਸ਼ ਉੱਥੇ ਦੇ ਉੱਥੇ ਖੜੇ ਆ, ਜਿਹੜੀ ਡਿਵੈਲਪਿੰਗ ਹੋ ਰਹੀ ਆ, ਜਿਸ ਤਰ੍ਹਾਂ ਪਾਕਿਸਤਾਨ ਦੀ ਭਾਸ਼ਾ ਉਹ ਹੈ ਨਾ, ਉੱਥੇ ਦੀ ਉੱਥੇ ਆ, ਅਤੇ ਉਹਨਾਂ ਦਾ ਕਲਚਰ ਵੀ ਉਹੀ ਹੈ, ਸਾਰਾ ਕੁਝ ਉੱਥੇ ਹੀ ਆ। ਬਠਿੰਡਾ ਦੇਖ ਲਓ, ਨਾਲ ਦਾ ਏਰੀਆ, ਉੱਥੇ ਲੋਕਾਂ ਦਾ ਕਲਚਰ ਵੀ ਉਹੀ ਹੋਊਗਾ, ਕਿਉਂਕਿ ਡਿਵੈਲਪਮੈਂਟ ਨਹੀਂ ਜ਼ਿਆਦਾ, ਦੁਆਬਾ ਡਿਵੈਲਪ ਹੋ ਗਿਆ। ਇੱਥੇ ਤੁਹਾਨੂੰ ਬਾਕੀ ਚੀਜ਼ਾਂ ਦੀ ਸਾਰੀਆਂ ਗਵਾਚੀਆਂ ਨਜ਼ਰ ਆਉਣਗੀਆਂ, ਭਾਸ਼ਾ ਵੀ ਗਵਾਚੀ ਨਜ਼ਰ ਆਊਗੀ, ਬੜਾ ਕੁਝ ਇਹ ਚੀਜ਼ਾਂ ਗਵਾ ਦਿੰਦੀਆਂ। ਪਰ ਜੇ ਅਸੀਂ, ਤੁਹਾਡੀ ਗੱਲ ਸਹੀ ਹੈ ਕਿ ਜੇ ਅਸੀਂ ਆਪਣੇ ਕਲਚਰ ਨਾਲ ਜੁੜੇ ਰਹੀਏ, ਆਪਣੇ ਵੇਦਾਂ ਨਾਲ ਜੁੜੇ ਰਹੀਏ, ਆਪਣੇ ਗ੍ਰੰਥਾਂ ਨਾਲ ਜੁੜੇ ਰਹੀਏ, ਆਪਣੇ ਸਾਰੇ ਭਾਵਾਂ ਨੂੰ ਉਸੇ ਤਰ੍ਹਾਂ ਜੋੜੀਏ, ਤੇ ਅਸੀਂ ਹੋ ਸਕਦਾ ਕਿ ਅਸੀਂ ਆਪੋ ਵਿੱਚ ਨਹੀਂ ਗਵਾਚਾਂਗੇ, ਆਪੋ ਵਿੱਚ ਉਸੇ ਤਰ੍ਹਾਂ ਮਿਲ ਕੇ ਰਹਾਂਗੇ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਤੁਸੀਂ ਵੇਦਾਂ ਦੀ ਗੱਲ ਕੀਤੀ, ਹੁਣ ਆਪਾਂ ਜਾਂਦੇ ਆਪਾਂ ਗੱਲ ਆਪਣੀ ਸਮਾਪਤ ਕਰਦੇ ਹਾਂ ਕਿ ਵੇਦਾਂ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਜੋ ਸਾਡੀ ਯਾਤਰਾ ਹੈ ਗਿਆਨ ਦੀ, ਉਹਦੇ ਵਿੱਚ ਮਾਂ ਦੀ ਗੁੜਤੀ ਹੈ, ਉਹਦੇ ਵਿੱਚ ਮਾਂ ਦਾ ਇੱਕ ਖਾਸ ਸਥਾਨ ਹੈ। ਔਰ ਅੱਜ ਅਸੀਂ ਮਦਰਸ ਡੇ ਦੇ ਉੱਤੇ ਇੱਕ ਵਾਰੀ ਫਿਰ ਤੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਇਹੀ ਗੱਲ ਕਹਾਂਗੇ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ, ਹਮੇਸ਼ਾ ਉਹਨਾਂ ਦੀ ਆਗਿਆ ਦਾ ਪਾਲਣ ਕਰੋ ਤੇ ਉਹਨਾਂ ਤੋਂ ਆਸ਼ੀਰਵਾਦ ਲਵੋ। ਚਲਿਏ ਜੀ ਫਿਰ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਤੇ ਸਤਿ ਸ਼੍ਰੀ ਅਕਾਲ ਜੀ।